ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਪੰਜਾਬ ਟੂਡੇ ਦੇ ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ। ਇਸ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਦੇ ਹਾਂ ਅਹਿਮ ਮੁੱਦਿਆਂ 'ਤੇ ਚਰਚਾ ਕਰਦੇ ਹਾਂ ਕਿ ਪੰਜਾਬ ਦੇ ਹਾਲ ਕਿੱਥੇ ਕੁ ਖੜ੍ਹੇ ਨੇ, ਕਿੰਨੇ ਕੁ ਮਾੜੇ ਨੇ, ਕਿੰਨੇ ਕੁ ਚੰਗੇ ਨੇ। ਅਤੇ ਉਸ ਚਰਚਾ ਦੇ ਵਿੱਚ ਹਮੇਸ਼ਾ ਅਸੀਂ ਪੰਜਾਬ ਦੇ ਹਿੱਤ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਅੱਜ ਗੱਲ ਵੱਡੀ ਹੈ ਪੰਜਾਬ ਦੇ ਲਈ ਇੱਕ ਹੋਰ, ਜਿਹਦੇ ਵਿੱਚ 150 ਕਰੋੜ ਰੁਪਏ ਦੇ ਘੁਟਾਲੇ ਦੀ ਗੱਲ ਚੱਲ ਰਹੀ ਹੈ। ਗੱਲ ਕੀਤੀ ਹੈ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਜੀ ਨੇ, ਅਤੇ ਉਹਨਾਂ ਨੇ ਆਰੋਪ ਲਾਏ ਆ ਪਿਛਲੀਆਂ ਸਰਕਾਰਾਂ 'ਤੇ। ਕੀ ਕੁਛ ਆਰੋਪ ਹੈ ਉਹ ਵੀ ਸਮਝਾਂਗੇ, ਅਤੇ ਸਾਰੀਆਂ ਸਰਕਾਰਾਂ ਦੇ ਸਾਰੀਆਂ ਜਿਹੜੇ ਵੀ ਪਾਰਟੀਆਂ, ਪੋਲੀਟੀਕਲ ਪਾਰਟੀਆਂ, ਉਹਨਾਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਾਂਗੇ। ਐਕਸਪਰਟ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਮੁਹੰਮਦ ਖਾਲਿਦ ਜੀ, ਜੋ ਕਿ ਸਿਆਸੀ ਐਕਸਪਰਟ ਨੇ, ਜੋ ਪੰਜਾਬ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਅਤੇ ਪਛਾਣਦੇ ਨੇ, ਅਤੇ ਉਹ ਸਿਆਸਤ ਬਾਰੇ ਗੱਲਬਾਤ ਵੀ ਚੰਗੀ ਤਰ੍ਹਾਂ ਰੱਖਦੇ ਨੇ। ਅਤੇ ਆਮ ਆਦਮੀ ਪਾਰਟੀ ਤੋਂ ਜਸਵੀਰ ਸਿੰਘ ਗਿੱਲ ਜੀ ਨੇ, ਸਾਹਿਲ ਸਾਂਪਲਾ ਜੀ ਨੇ, ਅਤੇ ਕਾਂਗਰਸ ਤੋਂ ਟੀਨਾ ਜੀ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਹੋਏ ਨੇ KS ਮਠਾਰੂ ਜੀ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਖਾਲਿਦ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਜੇ ਆਪਾਂ ਗੱਲ ਕਰੀਏ ਮੋਟੀ ਮੋਟੀ, ਇਹ ਮਾਮਲਾ ਕਰਪਸ਼ਨ ਦੇ ਮਾਮਲੇ ਬਹੁਤ ਸਾਡੇ ਸਾਹਮਣੇ ਆਉਂਦੇ ਰਹਿੰਦੇ ਆ, ਪਰ ਇਹ ਮਾਮਲਾ ਕਰਪਸ਼ਨ ਦਾ ਜਿਹੜਾ ਸਾਹਮਣੇ ਆ ਰਿਹਾ, ਇਹ ਕਿਉਂ ਅਹਿਮ ਹੈ ਅਤੇ ਮਾਮਲਾ ਹੈ ਕੀ? ਦੇਖੋ, ਇਹ ਮਾਮਲਾ ਇਸ ਕਰਕੇ ਅਹਿਮ ਹੈ ਕਿਉਂਕਿ ਇਹ ਪੰਜਾਬ ਦੇ ਹਰ ਵਿਅਕਤੀ ਨਾਲ ਜੁੜਿਆ ਹੋਇਆ। ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਇਲਜ਼ਾਮ ਵੀ ਲੱਗੇ ਔਰ ਕਾਫੀ ਹੱਦ ਤੱਕ ਸਹੀ ਵੀ ਸੀਗਾ ਕਿ ਡਰੱਗਸ ਦਾ ਮਾਮਲਾ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਪ੍ਰਚਲਿਤ ਹੈ, ਔਰ ਉਹਨੂੰ ਖਤਮ ਕਰਨ ਵਾਸਤੇ ਜਿਵੇਂ ਕਈ ਡੀ ਐਡਿਕਸ਼ਨ ਸੈਂਟਰ ਵਗੈਰਾ ਖੋਲ੍ਹੇ ਗਏ, ਔਰ ਉਹਦੇ ਵਿੱਚ ਜਿਹੜੀਆਂ ਦਵਾਈਆਂ ਆਉਣੀਆਂ, ਜਿਹੜੇ ਉੱਥੇ ਡਾਕਟਰ ਸੀਗੇ, ਜਿਹੜਾ ਉੱਥੇ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ, ਉਹ ਸਾਰਾ ਸਹੀ ਢੰਗ ਦੇ ਨਾਲ ਇਸਤੇਮਾਲ ਹੋਇਆ ਜਾਂ ਨਹੀਂ ਹੋਇਆ, ਕੁਐਸਚਨ ਇਸ ਦੇ ਉੱਪਰ ਹੈ। ਜਿਹੜਾ ਅੱਜ ਦਾ ਮੁੱਦਾ ਤੁਹਾਡਾ ਹੈਗਾ ਉਹ ਇਸੇ ਚੀਜ਼ ਦੇ ਨਾਲ ਰਿਲੇਟਡ ਹੈ ਕਿ ਕਿਆ ਜੋ ਉੱਥੇ ਸਾਰਾ ਪੈਸਾ ਖਰਚ ਕੀਤਾ ਗਿਆ, ਕਿਆ ਉਹ ਸਹੀ ਢੰਗ ਨਾਲ ਖਰਚ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਇਹਦੇ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਕਿਉਂਕਿ ਆਮ ਆਦਮੀ ਪਾਰਟੀ ਦੇ ਮੰਤਰੀ ਵੱਲੋਂ ਇਹ ਗੱਲ ਕਹੀ ਗਈ ਹੈ, ਜਿਵੇਂ ਤੁਸੀਂ ਦੱਸਿਆ ਕਿ ਉਹ ਆਰੋਪ ਨਹੀਂ ਲਾ ਸਕਦੇ। ਉਹਨਾਂ ਨੂੰ ਤਾਂ ਚਾਹੀਦਾ ਹੈ ਕਿ ਹੋਇਆ ਉਹਦੀ ਇਨਕੁਆਇਰੀ ਕਰਵਾਉਣ, ਕਿਉਂਕਿ ਅੱਜ ਸਰਕਾਰ ਉਹਨਾਂ ਕੋਲ ਹੈ ਔਰ CID ਵਿਜੀਲੈਂਸ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ। ਅਗਰ ਉਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਡਾਕੂਮੈਂਟਰੀ ਪ੍ਰੂਫ ਹੈ ਜਿਹਦੇ ਵਿੱਚ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਪਿਛਲੀਆਂ ਸਰਕਾਰਾਂ ਨੇ, ਚਾਹੇ ਅਕਾਲੀ ਦਲ BJP ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ, ਕਿ ਉਹਦੇ ਵਿੱਚ ਪਿਲਫਰੇਜ ਹੋਈ ਹੈ ਜਾਂ ਜਿਹੜਾ ਸਰਕਾਰ ਵੱਲੋਂ ਪੈਸਾ ਖਰਚ ਕੀਤਾ ਗਿਆ ਉਹ ਪ੍ਰੋਪਰ ਢੰਗ ਨਾਲ ਖਰਚ ਨਹੀਂ ਹੋਇਆ, ਉਹਦੀ ਇਨਕੁਆਇਰੀ ਜਿਹੜੀ ਹੈਗੀ ਆ ਕਰਵਾ ਲੈਣੀ ਚਾਹੀਦੀ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ, ਲੇਕਿਨ ਇਹ ਸਿਰਫ ਇਲਜ਼ਾਮ ਤਰਾਜ਼ੀ ਤੱਕ ਨਹੀਂ ਰਹਿਣਾ ਚਾਹੀਦਾ। ਅਗਰ ਵਾਕਈ ਉਹਨਾਂ ਨੂੰ ਲੱਗਦਾ ਤਾਂ ਉਹਨੂੰ ਘੋਖਣ ਦੀ ਲੋੜ ਹੈ, ਉਹਦੇ ਐਂਡ ਤੱਕ ਪਹੁੰਚਣ ਦੀ ਲੋੜ ਹੈ। ਸਿਰਫ ਉਹਦੇ ਕੋਲੋਂ ਪੋਲੀਟੀਕਲ ਬਰਾਉਨੀ ਪੁਆਇੰਟ ਬਣਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਮਸਲਾ ਗੰਭੀਰ ਹੈ ਔਰ ਇਸ ਮਸਲੇ ਦੇ ਉੱਪਰ ਆਪਾਂ ਸਾਰੇ ਪੰਜਾਬੀ ਜਿਹੜੇ ਹੈਗੇ ਆ ਬਹੁਤ ਹੀ ਡੀਪਲੀ ਸੋਚਦੇ ਹਾਂ, ਕਿਉਂਕਿ ਸਾਡੀ ਜਿਹੜੀ ਜਵਾਨੀ ਹੈ, ਸਾਡਾ ਜਿਹੜਾ ਭਵਿੱਖ ਹੈ ਯੂਥ ਦਾ, ਉਹ ਸਾਰਾ ਇਹਦੇ ਨਾਲ ਜੁੜਿਆ ਹੋਇਆ ਹੈ। ਔਰ ਜਿਸ ਤਰੀਕੇ ਦੇ ਨਾਲ ਗੌਰਮੈਂਟ ਦੀਆਂ ਸਕੀਮਾਂ ਦੇ ਉੱਪਰ ਪੈਸਾ ਖਰਚ ਹੁੰਦਾ ਹੈ ਔਰ ਉਹ ਕਿਆ ਨੀਚੇ ਤੱਕ ਪਹੁੰਚਦਾ ਹੈ, ਜਿਸ ਪਰਪਸ ਵਾਸਤੇ ਖਰਚ ਹੁੰਦਾ ਹੈ ਉੱਥੇ ਤੱਕ ਪਹੁੰਚਦਾ ਜਾਂ ਨਹੀਂ ਪਹੁੰਚਦਾ, ਉਹਦੀ ਵੀ ਇਨਕੁਆਇਰੀ ਪ੍ਰੋਪਰ ਹੋ ਜਾਏਗੀ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਇਹ ਮਸਲਾ ਹੈਗਾ ਬੜਾ ਇੰਪੋਰਟੈਂਟ ਤੁਸੀਂ ਚੱਕਿਆ, ਲੇਕਿਨ ਇਹਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਹੈ। ਸਿਰਫ ਗੱਲਬਾਤ ਨਹੀਂ ਹੋਣੀ ਚਾਹੀਦੀ, ਅਖਬਾਰਾਂ ਦੇ ਵਿੱਚ ਖਬਰਾਂ ਤੇ ਇਸ਼ਤਿਹਾਰ ਦੇਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਜੀ ਸਰ, ਨਾਲ ਇੱਕ ਇਹ ਵੀ ਮਸਲਾ ਹੈ ਜਿਹੜਾ ਖੇਤੀਬਾੜੀ ਲਈ ਜਿਹੜੀਆਂ ਮਸ਼ੀਨਾਂ ਆਉਣੀਆਂ ਸੀ ਪੰਜਾਬ ਦੇ ਵਿੱਚ, ਅਤੇ ਉਹ ਪੈਸਾ ਆਇਆ ਪਰ ਪੈਸਾ ਕਿੱਥੇ ਲਾਇਆ ਗਿਆ ਇਹ ਨਹੀਂ ਪਤਾ ਲੱਗਿਆ, ਅਤੇ ਉਹ ਮਸ਼ੀਨਾਂ ਖਰੀਦੀਆਂ ਗਈਆਂ ਜਾਂ ਨਹੀਂ ਖਰੀਦੀਆਂ ਗਈਆਂ, ਇਹਦੇ ਵਿੱਚ 150 ਕਰੋੜ ਦਾ ਜਿਹੜਾ ਘੁਟਾਲਾ ਉਹਦਾ ਵੀ ਦਾਅਵਾ ਕੀਤਾ ਗਿਆ ਮੰਤਰੀ ਸਾਹਿਬ ਵੱਲੋਂ। ਦੇਖੋ ਇਦਾਂ ਹੈਗਾ ਕਿ ਜਿਸ ਵੇਲੇ ਕੋਈ ਵੀ 2-3 ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਪੈਸਾ ਕਿੱਥੋਂ ਆ ਰਿਹਾ ਜੀ, ਕਿਆ ਉਹ ਪਲਾਨ ਦੇ ਵਿੱਚ ਹੈ ਜਾਂ ਨੌਨ ਪਲਾਨ ਦੇ ਵਿੱਚ ਹੈ ਜੀ, ਔਰ ਦੂਸਰੇ ਹੈਗਾ ਕਿ ਉਹ ਪੈਸਾ ਜਿਹੜਾ ਹੈਗਾ ਕਿੱਥੇ ਲਾਇਆ ਜਾਣਾ ਸੀਗਾ, ਕਿਆ ਲੱਗਿਆ ਜਾਂ ਨਹੀਂ ਲੱਗਿਆ, ਮਿਸ ਅਪਰੋਪਰੀਏਸ਼ਨ ਤੇ ਨਹੀਂ ਹੋਈ, ਨੰਬਰ 1। ਨੰਬਰ 2, ਅਗਰ ਉੱਥੇ ਨਹੀਂ ਲੱਗਿਆ ਜਿਸ ਵਾਸਤੇ ਆਇਆ ਥਾ, ਉਹ ਕਿਤੇ ਹੋਰ ਲਾਇਆ ਗਿਆ ਤਾਂ ਉਹ ਡਾਇਵਰਜਨ ਜਿਹੜੀ ਹੋਏਗੀ ਉਹ ਵੀ ਫਾਈਨਾਂਸ ਮਿਨਿਸਟਰ ਉਸ ਸਮੇਂ ਦੇ ਜਾਂ
ਸੀਐਮ ਸਾਹਿਬ ਕਿਸੇ ਦੇ ਆਰਡਰ ਦੇ ਥਰੂ ਹੋਇਆ ਹੋਵੇਗਾ। ਇਹ ਨਹੀਂ ਹੈ ਕਿ ਤੁਸੀਂ ਮਨਮਰਜ਼ੀ ਕਰੋ। ਕੋਈ ਵੀ ਵਿਅਕਤੀ ਸਰਕਾਰੀ ਕੰਮਾਂ ਦੇ ਵਿੱਚ ਮਨਮਰਜ਼ੀ ਇੰਨੀ ਨਹੀਂ ਕਰ ਸਕਦਾ ਜਦ ਤੱਕ ਕਿ ਪੋਲੀਟੀਕਲ ਇਨਵੋਲਵਮੈਂਟ ਨਾ ਹੋਵੇ। ਅਗਰ ਇਹ 150 ਕਰੋੜ ਦਾ ਮਸਲਾ ਹੈ ਤੇ ਇਕਵਿਪਮੈਂਟ ਦਾ ਮਸਲਾ ਹੈ, ਇਕਵਿਪਮੈਂਟ ਆਈ ਜਾਂ ਨਹੀਂ ਆਈ, ਆਰਡਰ ਕਿਹਨੂੰ ਦਿੱਤੇ, ਟੈਂਡਰ ਕਿਹਨੂੰ ਹੋਏ ਜਾਂ ਨਹੀਂ ਹੋਏ, ਮਾਲ ਸਪਲਾਈ ਹੋਇਆ ਜਾਂ ਨਹੀਂ ਹੋਇਆ, ਉਹਦੀ ਡਿਲੀਵਰੀ ਹੋਈ ਜਾਂ ਨਹੀਂ ਹੋਈ, ਔਰ ਉਹ ਕਿੱਥੇ ਕਾਗਜ਼ਾਂ ਚੜਿਆ, ਇਹ ਸਾਰਾ ਕੁਝ ਅਵੇਲੇਬਲ ਹੁੰਦਾ ਹੈ ਸਰਕਾਰੀ ਡਾਕੂਮੈਂਟਸ ਦੇ ਵਿੱਚ। ਜੀ ਬਿਲਕੁਲ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਤਾਂ ਉਹਦੀ ਇਨਕੁਆਇਰੀ ਹੋ ਜਾਣੀ ਚਾਹੀਦੀ ਹੈ। ਕੋਈ ਵੀ ਵਿਅਕਤੀ ਮੇਰਾ ਖਿਆਲ ਹੈ ਇਸ ਚੀਜ਼ ਨੂੰ ਅਪੋਜ਼ ਵੀ ਨਹੀਂ ਕਰੇਗਾ ਔਰ ਇਸ ਚੀਜ਼ ਨੂੰ ਨਾ ਵੀ ਨਹੀਂ ਕਰੇਗਾ। ਲੇਕਿਨ ਅਗਰ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਉਹਦੇ ਉੱਪਰ ਪ੍ਰੋਪਰ ਇਨਕੁਆਇਰੀ ਕਰਾਓ। ਬਿਲਕੁਲ ਬਿਲकुल। टीना जी, ਕਾਂਗਰਸ ਤੇ ਆਰੋਪ ਲੱਗੇ ਆ, ਇਹ ਆਰੋਪ ਹੈ ਕਿ ਮੁੱਖ ਮੰਤਰੀ ਸਾਹਿਬ ਆਪ ਉਹਨਾਂ ਕੋਲ ਮਹਿਕਮਾ ਸੀ ਖੇਤੀਬਾੜੀ ਦਾ ਮੰਤਰਾਲਾ, ਉਹ ਮੁੱਖ ਮੰਤਰੀ ਸਾਹਿਬ ਕੋਲ ਸੀਗਾ, ਕੈਪਟਨ ਅਮਰਿੰਦਰ ਸਿੰਘ ਸਾਹਿਬ ਕੋਲ, ਤੇ ਉਸ ਵੇਲੇ ਜਿਹੜੀ ਮਸ਼ੀਨਰੀ ਖਰੀਦਣੀ ਸੀ ਕ੍ਰਿਟੀਕਲ ਇਸ ਲਈ ਹੈ ਕਿਉਂਕਿ ਪੰਜਾਬ ਤੇ ਇਹ ਆਰੋਪ ਲੱਗੇ ਆ, ਹਮੇਸ਼ਾ ਗੱਲ ਹੋਈ ਹੈ ਕਿ ਪੰਜਾਬ ਦੇ ਕਿਸਾਨ ਹੈ ਉਹ ਪਰਾਲੀ ਜਲਾਉਂਦੇ ਆ, ਤੇ ਉਹ ਪਰਾਲੀ ਜਲਾਉਣ ਨਾ ਜਲਾਉਣ ਇਹਦੇ ਲਈ ਹੱਲ ਕੱਢਣ ਲਈ ਮਸ਼ੀਨਾਂ ਮੰਗਾਈਆਂ ਗਈਆਂ ਤੇ ਉਹ ਮਸ਼ੀਨਾਂ ਲੋਕਾਂ ਤੱਕ ਤਾਂ ਪਹੁੰਚੀਆਂ ਹੀ ਨਹੀਂ। ਤੇ ਉਹਦੇ ਨਾਲ ਦੋ ਨੁਕਸਾਨ ਹੈ, ਇੱਕ ਤਾਂ ਪੈਸੇ ਦਾ ਨੁਕਸਾਨ ਹੋਇਆ ਤੇ ਇੱਕ ਜਿਹੜਾ ਸਮਾਂ ਪੰਜਾਬ ਦੇ ਲੋਕਾਂ ਦਾ, ਜਿਹੜਾ ਪੰਜਾਬ ਦੇ ਲੋਕਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ। ਤੇ ਇਹ ਇਲਜ਼ਾਮ ਸਿਰਫ ਕਾਂਗਰਸ ਤੇ ਲੱਗ ਰਹੇ ਆ। ਦੇਖੋ, ਸਭ ਤੋਂ ਪਹਿਲੇ ਮੈਂ ਇਹ ਦੱਸਣਾ ਚਾਹਾਂਗੀ ਕਿ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੀਆਂ ਮਸ਼ੀਨਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਮਸ਼ੀਨਾਂ ਦੇ ਵਿੱਚ ਕੁਝ ਐਦਾਂ ਨਹੀਂ ਹੋਇਆ ਕਿ ਇਹ ਘੁਟਾਲਾ ਕੀਤਾ ਗਿਆ। ਮਸ਼ੀਨਾਂ ਪਹੁੰਚੀਆਂ ਨੇ ਬਟ ਕੁਝ ਮਸ਼ੀਨਾਂ ਜਿਹੜੀਆਂ ਨੇ ਮਿਸਿੰਗ ਨੇ। ਉਹਦੀ ਮਿਸਿੰਗ ਦੀ ਜਿਹੜੀ ਕਾਰਵਾਈ ਕਰਨੀ ਹੈ, ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਕੋਲ ਪੂਰਾ ਰਾਈਟ ਬਣਦਾ ਕਿ ਇਹਨਾਂ ਮਿਸਿੰਗ ਜਿਹੜੀਆਂ ਹੈਗੀਆਂ, ਕਿਉਂਕਿ ਮੈਂ ਤੁਹਾਨੂੰ ਦੱਸ ਦਿੰਨੀ ਹਾਂ, ਡਾਟਾ ਮੇਰੇ ਕੋਲ ਅਵੇਲੇਬਲ ਹੈ, 90,222 ਮਸ਼ੀਨਰੀਜ਼ ਜਿਹੜੀਆਂ ਫਾਰਮਰਸ ਤੱਕ ਪਹੁੰਚਾਣੀਆਂ ਸੀਗੀਆਂ, ਜਿਹਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਔਰ ਪਲੱਸ ਜਿਹੜੀਆਂ ਰਜਿਸਟਰਡ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ, ਇਹਨਾਂ ਦੋਨਾਂ ਨੇ ਮਿਲ ਕੇ ਫਾਰਮਰਸ ਤੱਕ ਮਸ਼ੀਨਾਂ ਪਹੁੰਚਾਣੀਆਂ ਸੀਗੀਆਂ, ਜਿਨ੍ਹਾਂ ਨੇ ਇਹ ਪ੍ਰੋਵਾਈਡ ਕਰਨੀ ਸੀਗੀਆਂ। ਔਰ 90,222 ਦੇ ਵਿੱਚੋਂ 11,275 ਜਿਹੜੀਆਂ ਕਿ ਮਿਸਿੰਗ ਦੱਸੀਆਂ ਜਾ ਰਹੀਆਂ ਨੇ। ਇਹਦੇ ਵਿੱਚ ਅਗਰ 150 ਕਰੋੜ ਜਾਂ ਜਿੰਨਾ ਵੀ ਇਹ ਕਹਿ ਰਹੇ ਨੇ, ਪਹਿਲੀ ਗੱਲ ਤੇ ਘੁਟਾਲਾ ਨਹੀਂ ਹੈਗਾ, ਇਹ ਘੁਟਾਲਾ ਨਹੀਂ, ਇਹ ਮਿਸਿੰਗ ਹੈਗੀਆਂ। ਇਹਦੀ ਕਾਰਵਾਈ ਕਰਵਾਣੀ, ਜਾਂਚ ਕਰਵਾਣੀ ਮੌਜੂਦਾ ਸਰਕਾਰ ਦੀ ਹੈਗੀ। ਔਰ ਮੇਰੇ ਖਿਆਲ ਦੇ ਵਿੱਚ ਜਿਹੜੇ ਐਕਸ ਰਹੇ ਨੇ ਇਸ ਸੈਗਮੈਂਟ ਦੇ ਉੱਤੇ, ਜਿਨ੍ਹਾਂ ਦਾ ਰਾਜ ਰਿਹਾ ਜਾਂ ਜਿਨ੍ਹਾਂ ਦੇ ਮਿਨਿਸਟਰ ਰਹੇ ਨੇ, ਉਹਨਾਂ ਤੇ ਪ੍ਰੋਪਰ ਢੰਗ ਦੇ ਨਾਲ ਕਾਰਵਾਈ ਕਰਾਈ ਜਾਏ। ਔਰ ਮੈਂ ਇੱਕ ਰਿਕੁਐਸਟ ਹੋਰ ਕਰਨਾ ਚਾਹਾਂਗੀ, ਆਮ ਆਦਮੀ ਪਾਰਟੀ ਦੇ ਵਿੱਚ ਇਹ ਕੋਈ ਬਾਇਸਡ ਡਿਸੀਜਨ ਨਹੀਂ ਹੋਣਾ ਚਾਹੀਦਾ। ਇਹਦੇ ਉੱਤੇ ਆਰਟੀਆਈ ਦੇ ਤਹਿਤ ਇਨਕੁਆਇਰੀ ਬਾਹਰ ਆਣੀ ਚਾਹੀਦੀ ਹੈ, ਜਿਹਦੇ ਵਿੱਚ ਲੋਕਾਂ ਦੇ ਵਿੱਚ ਜਨਤਕ ਹੋਣਾ ਚਾਹੀਦਾ ਹੈ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ, ਕਿਉਂਕਿ ਕੋਆਪਰੇਟਿਵ ਸੁਸਾਇਟੀਜ਼ ਰਜਿਸਟਰਡ ਨੇ ਵੀ ਇਸ ਚੀਜ਼ ਦੇ ਉੱਤੇ, ਫੈਸਿਲਿਟੀ ਦੇ ਉੱਤੇ ਪੈਸੇ ਪ੍ਰੋਵਾਈਡ ਕੀਤੇ ਨੇ। ਔਰ ਆਮ ਆਦਮੀ ਪਾਰਟੀ ਇਹ ਦੇਖ ਕੇ ਬਾਇਸਡ ਡਿਸੀਜਨ ਨਾ ਲੇ ਕਿ ਅਗਰ ਉਹ ਬੀਜੇਪੀ ਦਾ ਬੰਦਾ ਤੇ ਉਹਨੂੰ ਛੱਡ ਦਿੱਤਾ ਜਾਏ, ਅਗਰ ਉਹ ਕਾਂਗਰਸ ਦਾ ਹੈ ਸਿਰਫ ਉਹਨੂੰ ਟਾਰਗੇਟ ਕੀਤਾ ਜਾਏ। ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦਾ ਕਈ ਐਸੇ ਕਾਂਗਰਸੀ ਵਰਕਰ ਨੇ ਜਿਹੜੇ ਕਿ ਅੱਜ ਐਮਐਲਏ ਬਣ ਚੁੱਕੇ ਨੇ। ਅਗਰ ਉਹਨਾਂ ਦਾ ਨਾਮ ਵੀ ਵਿੱਚ ਆਂਦਾ ਤੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਜਨਤਕ ਹੋਣਾ ਚਾਹੀਦਾ ਆਰਟੀਆਈ ਦੇ ਥਰੂ ਕਿ ਅਗਰ ਕੋਈ ਇਹਦੇ ਵਿੱਚ ਜਿੰਨੇ ਵੀ ਪਕੜੇ ਜਾਣ ਜਾਂ ਜੋ ਵੀ ਕੋਈ ਕਰਪਟਰ ਹੈ, ਉਹ ਤੇ ਚੰਗੇ ਢੰਗ ਦੇ ਨਾਲ, ਸਖਤ ਤਰੀਕੇ ਦੇ ਨਾਲ ਇਹਦੇ ਤੇ ਕਾਰਵਾਈ ਕੀਤੀ ਜਾਵੇ। ਜੀ ਜਸਵੀਰ ਜੀ, ਕਾਂਗਰਸ ਦਾ ਆਰੋਪ ਇਹ ਹੈ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ, ਤੇ ਦੂਜੀ ਗੱਲ ਕਿ ਇਹ ਘੁਟਾਲਾ ਹੈ ਨਹੀਂ, ਉਹ ਕਹਿੰਦੇ ਕਿ ਘੁਟਾਲਾ ਬਣਾਇਆ ਜਾ ਰਿਹਾ। ਤੇ ਜੇ ਇਹ ਹੋਇਆ ਤਾਂ ਇਹਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ? ਮੀਡੀਆ ਦੇ ਵਿੱਚ ਇਹਨੂੰ ਸਿਰਫ ਤੂਲ ਦੇਣ ਲਈ ਦੱਸਿਆ ਜਾ ਰਿਹਾ, ਜਾਂ ਇਹਨੂੰ ਇਹਦੇ ਤੇ ਕਾਰਵਾਈ ਕਰਕੇ ਤੇ ਜਿਹੜੇ ਕਲਪ੍ਰਿਟ ਹੈਗੇ ਆ, ਜਿਹੜੇ ਮੁਲਜ਼ਮ ਹੈਗੇ ਆ, ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਪਹਿਲਾਂ ਤਾਂ ਸਾਰੇ ਦੇਖ ਰਹੇ ਸਰੋਤੇ ਨੂੰ ਮੇਰੀ ਸਤਿ ਸ਼੍ਰੀ ਅਕਾਲ। ਐਕਚੁਅਲੀ ਜੀ ਇਹ ਪੰਜਾਬ ਸਰਕਾਰ ਵੱਲੋਂ 2018-19 ਤੋਂ ਲੈ ਕੇ 2021-22 ਤੱਕ ਸੈਕਟਰ ਸਕੀਮ ਇੱਕ ਆਈ ਸੀ ਜਿਹਨੂੰ ਐਗਰੀਕਲਚਰ ਨੂੰ ਪ੍ਰਮੋਟ ਕਰਨੇ ਜੀ। ਉਹਦੇ ਵਿੱਚ ਜਿਹੜੇ, ਜਿੱਦਾਂ ਮੇਰੀ ਭੈਣ ਨੇ ਦੱਸਿਆ, 90,422 ਮਸ਼ੀਨਾਂ ਸੀ ਜੀ, ਜਿਹੜੀ ਬੜੀ ਵਿਭਾਗ 986 ਉਹਨੀ ਡਿਲੀਵਰ ਕਰਨੀਆਂ ਸੀ ਲੋਕਾਂ ਤੱਕ, ਔਰ ਜਿਹੜੀ ਸਹਿਕਾਰੀ ਭਾਵਨਾ ਹੈਗੀਆਂ ਉਹਨੇ 6,436 ਉਹਨੀ ਕਰਨੀਆਂ ਸੀ।
ਜੀ। ਤਾਂ ਜਦੋਂ ਅਸੀਂ ਸਾਡੀ ਸਰਕਾਰ ਬਣੀ ਆ, ਸਾਡੇ ਬਹੁਤ ਹੀ ਸਤਿਕਾਰਯੋਗ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜੀ ਔਰ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਆਦੇਸ਼ਾਂ ਤੇ ਜਦੋਂ ਇਹਦੀ ਆਪਾਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਆ ਗਰਾਊਂਡ ਲੈਵਲ ਤੇ, ਤਾਂ ਉਹਦੇ ਵਿੱਚ 11,275 ਮਸ਼ੀਨਾਂ ਜਿਹੜੀਆਂ ਉਹ ਮਿਸਿੰਗ ਆ, ਓਨਲੀ 79,295 ਪਾਈਆਂ ਗਈਆਂ। ਇਸ ਕਰਕੇ ਅਸੀਂ ਇਹਦੀ ਇਨਕੁਆਰੀ ਜਿਹੜੀ ਆ ਉਹ ਵਿਜੀਲੈਂਸ ਨੂੰ ਟ੍ਰਾਂਸਫਰ ਕਰਤੀ ਹੈ ਜੀ ਸਰ। ਕਿਉਂਕਿ ਜੇ ਸਾਰਾ ਅਮਾਉਂਟ ਆਪਾਂ ਨੋਟ ਕਰੀਏ, ਘੱਟੋ ਘੱਟ ਵੀ 125 ਕਰੋੜ ਤੋਂ ਲੈ ਕੇ 1.5 ਕਰੋੜ ਦੀ ਕੀਮਤ ਆ। ਦੂਸਰੀ ਗੱਲ ਰਹੀ, ਭੈਣ ਮੇਰੀ ਦੱਸ ਰਹੀ ਸੀ ਕਾਂਗਰਸ ਵਾਲੇ ਕਿ ਇਹ ਨਾ ਹੋਵੇ ਫਲਾਣੇ ਤੇ ਕਾਰਵਾਈ ਹੋਈ ਤਾਂ ਤੁਸੀਂ ਛੱਡ ਦਿਓ। ਆਮ ਆਦਮੀ ਪਾਰਟੀ ਦੀ ਇੱਕੋ ਹੀ ਥਿਊਰੀ ਹੈ, ਚਾਹੇ ਆਮ ਆਦਮੀ ਪਾਰਟੀ ਦਾ ਕਿਉਂ ਨਾ ਮੰਤਰੀ ਹੋਵੇ, ਕੋਈ ਨਾ ਵਿਧਾਇਕ ਹੋਵੇ, ਚਾਹੇ ਕੋਈ ਚੇਅਰਮੈਨ ਹੋਵੇ, ਜਿਹਨੇ ਵੀ 1 ਰੁਪਈਏ ਦੀ ਕਿਸੇ ਨੇ ਕਰਪਸ਼ਨ ਕੀਤੀ ਆ ਉਹਦੇ ਤੇ ਕਾਰਵਾਈ ਅਟੱਲ ਹੋਏਗੀ। ਇਹ ਮੈਂ ਤੁਹਾਡੇ ਨਾਲ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਤੁਹਾਡੇ ਚੈਨਲ ਤੇ ਕਹਿ ਰਿਹਾ। ਇੱਦਾਂ ਦੀ ਆਮ ਆਦਮੀ ਨਹੀਂ ਥਿਊਰੀ ਕਿ ਆਪਾਂ ਇੱਕ ਬੰਦੇ ਨੂੰ ਟਾਰਚਰ ਕਰਨਾ। ਇਹ ਮੈਂ ਆਪਣੀ ਭੈਣ ਨੂੰ ਵੀ ਦੱਸ ਦਿੰਦਾ, ਟੀਨਾ ਨੂੰ, ਟੀਨਾ ਹੀ ਇੱਦਾਂ ਦੀ ਕੋਈ ਗੱਲ ਨਹੀਂ। ਕਾਰਵਾਈ ਹੋਊਗੀ, ਪਾਰਦਰਸ਼ੀ ਹੋਏਗੀ ਔਰ ਜਦੋਂ ਹੋਏਗੀ ਸਾਰਿਆਂ ਨੂੰ ਦੱਸਿਆ ਜਾਏਗਾ, ਸਾਰਿਆਂ ਦੇ ਸਾਹਮਣੇ। ਜੀ ਕਿਆ ਤੁਹਾਡੀ ਪਾਰਟੀ ਵੱਲੋਂ ਆਰਟੀਆਈ ਵੱਲੋਂ ਡਿਟੇਲ ਦਿੱਤੀ ਜਾਏਗੀ ਕਿ ਉਹ ਜਨਤਕ ਕੀਤੀ ਜਾਊਗੀ? ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਜਨਤਕ ਕਰਾਂਗੇ ਜੀ। ਪਹਿਲਾਂ ਤਾਂ ਤੁਹਾਡੇ ਟੀਵੀ ਮੀਡੀਆ ਤੇ ਕਰਾਂਗੇ। ਇਸ ਕਰਕੇ ਕਰ ਰਹੀ ਹਾਂ ਕਿਉਂਕਿ ਅੱਜ ਤੱਕ ਜਿਹੜੇ ਤੁਹਾਡੇ ਮਿਨਿਸਟਰ ਵਿਜੇਂਦਰ ਸਿੰਗਲਾ ਜੀ ਨੂੰ ਜਿਸ ਵੇਲੇ ਆਮ ਆਦਮੀ ਪਾਰਟੀ ਨੇ ਇੱਕ ਕਰਪਸ਼ਨ ਦਾ ਦਾਗ ਉਹਨਾਂ ਦੇ ਸਿਰ ਤੇ ਲਗਾਇਆ ਸੀ, ਅੱਜ ਤੱਕ ਤੁਸੀਂ ਉਹਨਾਂ ਦੀ ਵੀਡੀਓ ਜਾਂ ਆਡੀਓ ਵਾਇਰਲ ਜਨਤਕ ਨਹੀਂ ਕਰ ਸਕੇ ਕਿਉਂਕਿ ਇਹ ਪਾਰਟੀ ਝੂਠੇ ਦਾਅਵੇ ਕਰਦੀ ਰਹੀ ਹੈ। ਜੋ ਲੁਕਾਉਣਾ, ਜੋ ਕਰਨਾ, ਇਹ ਸਭ ਇਹਨਾਂ ਦੇ ਹੱਥ ਵਿੱਚ ਹੁੰਦਾ। ਸਾਡੀ ਇੱਕੋ ਹੀ ਰਿਕੁਐਸਟ ਹੋਏਗੀ, ਤੁਸੀਂ ਕਾਰਵਾਈ ਕਰਵਾਓ, ਡਟ ਕੇ ਕਰਵਾਓ ਜਿਹਦੇ ਤੇ ਹੋਏ। ਪਰ ਜਿਹੜੇ ਕਾਂਗਰਸੀ ਜਾਂ ਤੁਹਾਡੇ ਕੋਲ ਆ ਗਏ ਨੇ, ਇਹ ਨਾ ਹੋਏ ਕਿ ਬੀਜੇਪੀ ਵਾਲਿਆਂ ਤੇ ਤੁਸੀਂ ਕਾਰਵਾਈ ਨਾ ਕਰੋ ਤੇ ਕਾਂਗਰਸੀਆਂ ਤੇ ਤੁਸੀਂ ਕਾਰਵਾਈ ਕਰੋ। ਸਿਰਫ ਇਹ ਜਨਤਕ ਤੌਰ ਤੇ ਆਰਟੀਆਈ ਦੀ ਇਨਫੋਰਮੇਸ਼ਨ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਰਜਿਸਟਰਡ ਕੋਆਪਰੇਟਿਵ ਐਸੋਸੀਏਸ਼ਨ ਵੀ ਹੈਗੀਆਂ ਨੇ ਜਿਹਦੇ ਵਿੱਚ ਹੋ ਸਕਦਾ ਕਿ ਤੁਹਾਡੇ ਵਿੱਚ ਆਏ ਜਿਹੜੇ ਕਾਂਗਰਸੀ ਵਰਕਰ ਨੇ ਉਹ ਫੁੱਲੀ ਇਹਦੇ ਵਿੱਚ ਇਨਵੋਲਵਡ ਹੋਣ। ਇੱਕ ਗੱਲ ਬੜੀ ਅਹਿਮ ਨਿਕਲ ਕੇ ਆ ਰਹੀ ਹੈ, ਕਾਂਗਰਸ ਦੇ ਆਰੋਪ ਹਮੇਸ਼ਾ ਲੱਗ ਰਹੇ ਆ ਕਿ ਜੀ ਬੀਜੇਪੀ ਦੇ ਨਾਲ ਰਲੀ ਹੋਈ ਆਮ ਆਦਮੀ ਪਾਰਟੀ। ਇੱਕ ਮਿੰਟ ਜੀ ਜਸਬੀਰ ਜੀ, ਜਿਹੜੇ ਪੀਰੀਅਡ ਦੀ ਇਹ ਮਸਲਾ ਆ ਨਾ, ਜਿਹੜੇ ਸਨ ਦਾ, ਉਦੋਂ ਕਾਂਗਰਸ ਦੀ ਸਰਕਾਰ ਸੀ ਜੀ। ਜੇ ਤੋਂ ਅੱਗੇ ਕੋਈ ਜਦੋਂ ਬੀਜੇਪੀ ਅਕਾਲੀ ਦਲ ਦੀ ਸਰਕਾਰ ਸੀ ਉਹਦੇ ਨਾਲ ਕੋਈ ਕਨੈਕਸ਼ਨ ਜੁੜਿਆ ਤਾਂ ਬਖਸ਼ੇ ਉਹ ਵੀ ਨਹੀਂ ਜਾਣਗੇ। ਨਾਲ ਇਹਦੇ ਵਿੱਚ ਜਿੰਨੇ ਵੀ ਅਫਸਰ ਹੋਣਗੇ ਉਹ ਵੀ ਬਖਸ਼ੇ ਨਹੀਂ ਜਾਣਗੇ। ਬਾਕੀ ਇਹ ਤਾਂ ਇੱਕ ਰੋਪ ਹੈ ਬੀਜੇਪੀ ਨਾਲ। ਜੇ ਭਾਈ ਅਸੀਂ ਬੀਜੇਪੀ ਨਾਲ ਰਲਿਓ ਆਏ ਤਾਂ ਦੁਨੀਆ ਜਾਣਦੀ ਆ ਕਿਹੜਾ ਰਲਿਆ ਕਿਹੜਾ ਨਹੀਂ ਰਲਿਆ। ਇਹ ਕਾਂਗਰਸ ਦੇ ਵਿੱਚ ਹੀ ਆ। ਕਾਂਗਰਸ ਨੂੰ ਹੀ ਇਹ ਸੋਭਦਾ, ਪਹਿਲਾਂ ਘਟਾਲੇ ਕਰ ਲਓ, ਜਦੋਂ ਸਾਡੇ ਤੇ ਗਾਜ ਡਿੱਗਣੀ ਕੋਈ ਉਧਰ ਚਲ ਜਾਂਦਾ ਕੋਈ ਉਧਰ ਚਲ ਜਾਂਦਾ। ਇਹ ਇਹਨਾਂ ਦੋਨਾਂ ਪਾਰਟੀਆਂ ਦਾ ਹੀ ਹਮੇਸ਼ਾ ਪਿਛੋਕੜ ਰਿਹਾ ਹੈ ਜੀ। ਸੰਪਲਾ ਜੀ, ਤੁਹਾਡੇ ਤੋਂ ਇੱਕ ਸਵਾਲ ਲੈਣਾ ਚਾਹੂੰਗਾ ਮੈਂ ਕਿ ਗੱਲ ਕਾਂਗਰਸ ਦੇ ਵੇਲੇ ਕਰਪਸ਼ਨ ਹੋਈ, ਆਮ ਆਦਮੀ ਪਾਰਟੀ ਨੇ ਗੱਲ ਕੀਤੀ ਉਹਦੀ, ਤੇ ਵਿੱਚ ਵਿਚਾਲੇ ਬੀਜੇਪੀ ਕਿੱਥੋਂ ਆ ਗਈ? ਬੀਜੇਪੀ ਦੀ ਇਹ ਚਰਚਾ ਕਿਉਂ ਆਉਂਦੀ ਹੈ ਕਿ ਬੀਜੇਪੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੀ ਹੈ ਪੰਜਾਬ ਦੇ ਵਿੱਚ? ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕਹਿ ਰਹੇ ਕਿ ਵਿੱਚ ਵਿਚਾਲੇ ਇਹ ਬੀਜੇਪੀ ਕਿੱਥੇ ਆ ਗਈ। ਮੇਰੇ ਖਿਆਲ ਨਾਲ ਸਾਰਿਆਂ ਨੇ ਇਸ ਮੁੱਦੇ ਦੇ ਉੱਪਰ ਫੈਕਟਸ ਜਿਹੜੇ ਨੇ ਉਹ ਦੱਸੇ ਨੇ ਕਿਉਂਕਿ ਇਹ ਸੈਂਟਰ ਦੀ ਸਬਸਿਡੀ ਜਿਹੜੀ 80% ਤੱਕ ਹੋਣੀ ਸੀ ਔਰ ਬਹੁਤ ਸਾਰੇ ਜਿਹੜੇ ਨੇ ਇਕਵਿਪਮੈਂਟਸ ਨੇ ਉਹ ਗਾਇਬ ਪਾਏ ਗਏ ਨੇ। ਔਰ ਈਵਨ ਜਿਹੜੇ ਮੰਤਰੀ ਨੇ ਮੌਜੂਦਾ ਧਾਰੀਵਾਲ ਸਾਹਿਬ ਐਗਰੀਕਲਚਰ ਮਿਨਿਸਟਰ, ਉਹ ਆਪ ਕਹਿ ਰਹੇ ਨੇ ਕਿ ਇਹ 125 ਤੋਂ 150 ਕਰੋੜ ਦੇ ਤਕਰੀਬਨ ਮਿਸਿੰਗ ਹੈ। ਔਰ ਟੀਨਾ ਜੀ ਵੀ ਕਹਿ ਰਹੇ ਸੀ ਕਿਉਂਕਿ ਉਹ ਵੀ ਆਪਣੇ ਪਾਰਟੀ ਦਾ ਜਿਹੜਾ ਹੈ ਉਹ ਰੱਖ ਰਹੇ ਨੇ ਆਪਣੇ ਵੱਲੋਂ ਗੱਲ। ਉਹ ਵੀ ਕਹਿ ਰਹੇ ਸੀ ਕਿ ਮਿਸਿੰਗ ਹੈ, ਸਕੈਮ ਨਹੀਂ ਹੈ, ਮਤਲਬ ਬੰਦਾ ਗਵਾਚਿਆ ਆ, ਮਤਲਬ ਉਹਨੂੰ ਤੁਸੀਂ FIR ਦਰਜ ਤਾਂ ਹੀ ਕਰਦੇ ਉਹ ਚੀਜ਼ ਜੇ ਮਿਸਿੰਗ ਹੈ ਜਾਂ ਸਕੈਮ ਚੋਰੀ ਉਹਨੂੰ ਤਾਂ ਹੀ ਕਿਹਾ ਜਾਂਦਾ ਜੇ ਉਹ ਮਿਸਿੰਗ ਹੋਵੇ। ਗੜਬੜ ਹੈ। ਔਰ ਆਮ ਆਦਮੀ ਪਾਰਟੀ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਸੀਂ ਕਰ ਰਹੇ ਹਾਂ, ਅਸੀਂ ਵਿਜੀਲੈਂਸ ਨੂੰ ਦੇਤਾ। ਮੈਂ ਸਭ ਤੋਂ ਪਹਿਲੇ ਇੱਕ ਛੋਟੀ ਜਿਹੀ ਗੱਲ ਦੱਸਦਾ। ਸੈਂਟਰ ਗਵਰਨਮੈਂਟ ਨੇ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਫਾਰਮਿੰਗ ਨੂੰ ਪ੍ਰਮੋਟ ਕਰਨ ਲਈ 80% ਸਬਸਿਡੀ ਤੇ ਜਿਹੜੇ ਨੇ ਇਕਵਿਪਮੈਂਟ ਲੈਣ ਨੇ ਜਿਹੜੀ ਸਬਸਿਡੀ ਦਿੱਤੀ, ਸਟੇਟ ਗਵਰਨਮੈਂਟ ਨੇ ਲੈ ਲਈ ਜੀ।
ਹੁਣ ਉਸ ਤੋਂ ਬਾਅਦ ਇਸ ਦੇ ਉੱਪਰ ਬਹੁਤ ਸਾਰੀਆਂ ਕੰਪਲੇਂਟਸ ਜਿਹੜੀਆਂ ਹੈ ਉਹ ਸੈਂਟਰਲ ਏਜੰਸੀਜ਼ ਔਰ ਜਿਹੜੀ ਨੈਸ਼ਨਲ ਜਿਹੜੀ ਸਾਡੀ ਮਿਨਿਸਟਰੀ ਐਗਰੀਕਲਚਰ ਮਿਨਿਸਟਰੀ, ਇਹਨੂੰ ਬਹੁਤ ਸਾਰੀਆਂ ਜਿਹੜੀਆਂ ਹੈ ਉਹ ਕੰਪਲੇਂਟਸ ਮਿਲ ਕਿ ਇਹਦੇ ਵਿੱਚ ਜਿਹੜੀ ਹੈ ਗੜਬੜੀ ਨਜ਼ਰ ਆਈ ਹੈ ਔਰ ਤੁਸੀਂ ਕਿਰਪਾ ਕਰਕੇ ਇਹਦੇ ਤੇ ਇੱਕ ਵਾਰੀ ਜਾਂਚ ਕਰੋ। ਹੁਣ ਜੋ ਪਤਾ ਲੱਗਾ ਹੈ ਕਿ ਈਡੀ ਜਿਹੜਾ ਹੈ ਪੰਜਾਬ ਗਵਰਨਮੈਂਟ ਨੂੰ ਜੋ ਪਤਾ ਲੱਗਾ ਹੈ ਕਿ ਈਡੀ ਕਿਸੇ ਵੀ ਟਾਈਮ ਤੇ ਇਹਦੇ ਤੇ ਆ ਕੇ ਆਪਣੀ ਪ੍ਰੋਬ ਕਰ ਸਕਦੀ ਹੈ, ਇਹਦੇ ਤੇ ਜਾਂਚ ਕਰ ਸਕਦੀ ਹੈ। ਸੋ ਸਾਰਿਆਂ ਦੇ ਕੰਨਾਂ ਤੇ ਕਹਿ ਲਓ ਕਿ ਜੂੰ ਹੁਣ ਸਰਕੀ ਜਾ ਕੇ, ਕਿਉਂਕਿ ਜਦੋਂ ਸੈਂਟਰਲ ਗਵਰਨਮੈਂਟ ਦੀ ਏਜੰਸੀ ਦਾ ਇਹ ਪਤਾ ਲੱਗਾ ਕਿ ਉਹ ਕਿਸੇ ਵੀ ਵੇਲੇ ਤੁਹਾਡਾ ਇਹ ਕੰਮ ਚੈੱਕ ਕਰਨ ਆ ਸਕਦੀ ਹੈ, ਤੇ ਹੁਣ ਉਹਨਾਂ ਸਾਰਿਆਂ ਨੂੰ ਮੰਤਰੀ ਨੇ ਕਿਹਾ, ਮੰਤਰੀ ਸਾਹਿਬ ਕਹਿ ਰਹੇ ਕਿ ਆਪਣੀ ਜਿਹੜੇ ਰਿਕਾਰਡਸ ਨੇ ਉਹ ਸਹੀ ਕਰ ਲਓ। ਉਸ ਤੋਂ ਸਾਰੀਆਂ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ, ਕਿਉਂਕਿ ਬੀਜੇਪੀ ਦਾ ਤੁਸੀਂ ਕਹਿ ਰਹੇ ਕਿ ਵਿੱਚੋਂ ਕੀ, ਬੀਜੇਪੀ ਦੇ ਵਿੱਚ ਕੋਈ ਲੈਣ ਦੇਣ, ਬੀਜੇਪੀ ਦਾ ਸਿਰਫ ਇੱਕੋ ਲੈਣ ਦੇਣਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਾਰਮਰਸ ਲਈ ਔਰ ਪੰਜਾਬ ਦੀ ਬਿਹਤਰੀ ਦੇ ਲਈ ਇਹ ਪੈਸਾ ਸਬਸਿਡੀ ਦੇ ਰੂਪ ਚ ਪੰਜਾਬ ਚ ਭੇਜਿਆ। ਮਗਰ ਔਰ ਉਹ ਚਾਹੇ ਉਹ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਔਰ ਚਾਹੇ ਉਹ ਕਾਂਗਰਸ ਸਰਕਾਰ ਰਹੀ ਹੈ, ਸੋ ਉਹਨਾਂ ਨੇ ਇਸ ਦੀ ਜਿਹੜੀ ਹੈ ਉਹ ਮਿਸਯੂਜ਼ ਕੀਤਾ। ਸੋ ਇਸ ਕਰਕੇ ਸਾਰੇ ਕਹਿ ਰਹੇ ਕਿ ਉਹ ਪਾਰਟੀ ਕੋਈ ਕਾਂਗਰਸ ਇੱਧਰੋਂ ਛੱਡ ਕੇ ਚਲਾ ਗਿਆ ਹੋਵੇ, ਕੋਈ ਆਪ ਚਲਾ ਗਿਆ ਹੋਵੇ, ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ। ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਿਹਾ ਕਿ ਇਹ ਸਾਡੀ ਤਸਵੀਰ ਨਹੀਂ ਹੈ, ਕਾਂਗਰਸ ਦੀ ਤਸਵੀਰ ਹੈ। ਵੈਸੇ ਮੈਂ ਤੁਹਾਨੂੰ ਵੀ ਦੱਸ ਦਵਾਂ, ਤੁਹਾਡੇ 70% ਲੋਕ ਜਿਹੜੇ ਦੂਜੀਆਂ ਪਾਰਟੀਆਂ ਤੋਂ ਹੀ ਆਏ ਹੋਏ ਨੇ, ਤੁਹਾਡੇ ਕੋਲ ਕੈਡਰ ਬੇਸ ਪੰਜਾਬ 'ਚ ਨਹੀਂ ਸੀਗਾ, ਤੁਸੀਂ ਇੱਧਰ ਉੱਧਰੋਂ ਇਕੱਠੇ ਕਰਕੇ ਐਮਐਲਏ ਬਣਾਏ ਹੋਏ ਆ। ਜੇ ਤੁਸੀਂ ਕਹੋ ਤਾਂ ਤੁਹਾਨੂੰ ਲਿਸਟ ਵੀ ਦੇ ਦਾਂਗੇ, ਤੁਹਾਨੂੰ ਆਪ ਨੂੰ ਵੀ ਪਤਾ। ਸੋ ਇਲਜ਼ਾਮ ਜਿਹੜੇ ਇੱਧਰ ਉੱਧਰ ਲਾਉਣ ਦੇ ਵਿੱਚ ਜਿਹੜੀ ਮੁੱਢਲੀ ਗੱਲ ਇਹ ਆ ਉਹ ਇਹ ਹੈ ਕਿ ਜਿਹੜਾ ਪੈਸਾ ਸੈਂਟਰ ਗਵਰਨਮੈਂਟ ਨੇ ਜਿਹਦੇ ਤੇ ਇਲਜ਼ਾਮ ਲਾਉਂਦੀਆਂ ਸਾਰੀਆਂ ਪਾਰਟੀਆਂ ਕਿ ਇਹ ਪਾਰਟੀ ਕਿਸਾਨ ਵਿਰੋਧੀ ਹੈ, ਉਸ ਸੈਂਟਰ ਗਵਰਨਮੈਂਟ ਨੇ ਜਿਹੜਾ ਪੈਸਾ ਪੰਜਾਬ ਦੇ ਕਿਸਾਨਾਂ ਦੀ ਤਰੱਕੀ ਲਈ ਬਿਹਤਰੀ ਲਈ ਭੇਜਿਆ, ਉਹ ਪੈਸਾ ਜਿਹੜਾ ਇਹੀ ਕਾਂਗਰਸ ਨੇ ਔਰ ਇਹੀ ਆਮ ਆਦਮੀ ਪਾਰਟੀ, ਕਿਉਂਕਿ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਆ 5 ਮਹੀਨੇ ਇਹਨਾਂ ਨੂੰ ਹੋ ਗਏ ਇੱਥੇ ਰਾਜ ਕਰਦੇ ਹੋਏ, ਇਹਨਾਂ ਨੇ ਉਹਦੀ ਜਿਹੜੀ ਹੈ ਉਹ ਵਰਤੋਂ ਜਿਹੜੀ ਹੈ ਉਹ ਸਹੀ ਢੰਗ ਨਾਲ ਨਹੀਂ ਕੀਤੀ। ਹੁਣ ਜਦੋਂ ਸੈਂਟਰਲ ਏਜੰਸੀ ਉਹਦੇ ਤੇ ਜਾਂਚ ਕਰਨ ਦੀ ਤਿਆਰੀ ਕਰਨ ਜਾ ਰਹੀ ਹੈ ਤੇ ਹੁਣ ਇਹ ਸਾਰੇ ਘਬਰਾਏ ਹੋਏ ਨੇ ਔਰ ਆਪਣੀਆਂ ਜਿਹੜੇ ਕਾਗਜ਼ੀ ਜਿਹੜੀਆਂ ਕਾਰਵਾਈਆਂ ਜਿਹੜੀਆਂ ਉਹਦੇ ਵਿੱਚ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਤੇ ਇਹਦੇ 'ਚ ਇਹ ਵੀ ਕਹੂੰਗਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਜਿਹੜੀਆਂ ਜਥੇਬੰਦੀਆਂ ਆ ਉਹ ਨਿਕਲ ਕੇ ਬਾਹਰ ਆਉਣ ਔਰ ਉਹ ਮੌਜੂਦਾ ਸਰਕਾਰ ਔਰ ਉਸ ਸਮੇਂ ਦੀ ਸਰਕਾਰ ਤੋਂ ਸਵਾਲ ਕਰਨ ਕਿ ਜੇ ਸਾਡੇ ਲਈ ਸੈਂਟਰ ਸਰਕਾਰ ਨੇ ਪੈਸਾ ਭੇਜਿਆ, ਉਹ ਤੁਸੀਂ ਪੈਸਾ ਕਿੱਥੇ ਖਰਚਿਆ, ਉਹ ਕਿਹਨੇ ਖਾਦਾ, ਉਹਦੀ ਜਿਹੜੀ ਲੋੜਵੰਦ ਲੋਕ ਜਗ੍ਹਾ ਤੇ ਕਿਉਂ ਨਾ ਲਾ ਕੇ ਉਹਦਾ ਮਿਸਯੂਜ਼ ਕਿਉਂ ਹੋਇਆ, ਉਹ ਮਸ਼ੀਨਾਂ ਗਾਇਬ ਕਿਉਂ ਨੇ। ਸੋ ਮੇਰੀ ਇਹ ਵੀ ਬੇਨਤੀ ਹੈ ਤੁਹਾਡੇ ਥਰੂ ਕਿ ਇਸ ਕਿਸਾਨ ਯੂਨੀਅਨ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਮੁੱਦੇ ਤੇ ਉਹ ਵੀ ਹੁਣ ਸਵਾਲ ਸਰਕਾਰ ਚਾਹੇ ਉਹ ਮੌਜੂਦਾ ਹੋਵੇ ਔਰ ਚਾਹੇ ਉਸ ਸਮੇਂ ਦੀ ਹੋਵੇ ਇਹ ਜ਼ਰੂਰ ਪੁੱਛਣ। ਬਿਲਕੁਲ, ਕਿਸਾਨਾਂ ਦੀ ਜਦੋਂ ਗੱਲ ਆਉਂਦੀ ਹੈ, ਕਿਸਾਨ ਹਿੱਤੀ ਹੋਣ ਦੀ ਹਰ ਪਾਰਟੀ ਦਾਅਵਾ ਕਰਦੀ ਹੈ। ਮਠਾਰੂ ਸਾਹਿਬ, ਜਦੋਂ ਇਹ ਸਭ ਕੁਝ ਹੋਇਆ, ਜਦੋਂ ਇਹ ਮਸ਼ੀਨਾਂ ਖਰੀਦੀਆਂ ਗਈਆਂ, ਅਕਾਲੀ ਦਲ ਦੇ ਵਰਕਰ ਵੀ, ਅਕਾਲੀ ਦਲ ਦੇ ਲੀਡਰ ਵੀ ਐਕਟਿਵ ਸੀ ਔਰ ਕਈ ਵਾਰੀ ਅਕਾਲੀ ਦਲ ਤੇ ਵੀ ਆਰੋਪ ਲੱਗੇ ਆ ਇਹੋ ਜਿਹੇ ਕਿ ਜਿਹੜੇ ਸੈਂਟਰ ਤੋਂ ਫੰਡ ਆਏ ਉਹਨਾਂ ਦਾ ਮਿਸਯੂਜ਼ ਕੀਤਾ ਗਿਆ, ਤੇ ਇਹ ਵੀ ਕਲੀਅਰਲੀ ਮਿਸਯੂਜ਼ ਤੇ ਮਿਸਿੰਗ ਦੀ ਗੱਲ ਕਹਿ ਲਈਏ ਜਾਂ ਆਮ ਆਦਮੀ ਪਾਰਟੀ ਵੱਲੋਂ ਸਕੈਮ ਕਿਹਾ ਜਾ ਰਿਹਾ, ਤਾਂ ਇਹ ਵੀ ਉਹੀ ਚੀਜ਼ ਹੈ ਕਿ ਜਿਹੜੇ ਆਰੋਪ ਲੱਗ ਰਹੇ ਆ ਹੁਣ ਕਾਂਗਰਸ ਤੇ ਲੱਗ ਰਹੇ ਆ, ਪਹਿਲਾਂ ਅਕਾਲੀ ਦਲ ਤੇ ਵੀ ਲੱਗੇ ਆ। ਅਕਾਲੀ ਦਲ ਨੇ ਆਵਾਜ਼ ਕਿਉਂ ਨਹੀਂ ਚੱਕੀ ਉਸ ਸਮੇਂ ਵੀ ਕਾਂਗਰਸ ਦੇ ਖਿਲਾਫ? ਆਮ ਆਦਮੀ ਪਾਰਟੀ ਨੇ ਤਾਂ ਹੁਣ ਕਹਿਤਾ ਕਿ ਜੀ ਅਸੀਂ ਕਾਰਵਾਈ ਕਰਾਂਗੇ, ਜਦੋਂ ਕਾਂਗਰਸ ਕਰ ਰਹੀ ਸੀ ਤਾਂ ਉਦੋਂ ਵੀ ਇਹਨੂੰ ਰੋਕਿਆ ਜਾ ਸਕਦਾ ਸੀ। ਨਹੀਂ ਅਮਨਦੀਪ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਔਰ ਸਾਰੇ ਬੁਲਾਰਿਆਂ ਨੂੰ, ਜੀ ਅਕਾਲੀ ਦਲ ਤੇ ਕਿਹੜੇ ਆਰੋਪ ਲੱਗੇ ਆ? ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ। ਅਕਾਲੀ ਦਲ ਦੀ ਸਰਕਾਰ ਵੀ ਜਦੋਂ ਰਹੀ ਹੈ ਉਦੋਂ ਵੀ ਇਹੋ ਜਿਹੇ ਆਰੋਪ ਲੱਗਦੇ ਰਹੇ ਕਿ ਫੰਡਸ ਜਿਹੜੇ ਆਉਂਦੇ ਆ ਪ੍ਰੋਪਰ ਸੈਂਟਰ ਤੋਂ ਉਹਨਾਂ ਨੂੰ ਮਿਸਯੂਜ਼ ਕੀਤਾ ਜਾਂਦਾ। ਫੰਡਸ ਜੇ ਖੇਤੀਬਾੜੀ ਵਾਸਤੇ ਆਉਂਦੇ ਆ ਉਹਨਾਂ ਨੂੰ ਸੈਲਰੀਜ਼ ਲਈ ਵਰਤਿਆ ਜਾਂਦਾ ਹੈ, ਜਾਂ ਜਿਹੜੇ ਸੈਲਰੀਜ਼ ਲਈ ਆਉਂਦੇ ਆ ਫੰਡ ਉਹਨਾਂ ਨੂੰ ਕਿਤੇ ਹੋਰ ਵਰਤਿਆ ਜਾਂਦਾ। ਇਹ ਹੁੰਦਾ ਰਿਹਾ। ਨਹੀਂ, ਇਹ ਪਤਾ ਕੀ ਆ ਮਨਦੀਪ ਜੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਜਿਹੜੀ ਕਿਸਾਨ ਹਿਤੈਸ਼ੀ ਔਰ ਕਿਸਾਨਾਂ ਦੀ ਪਾਰਟੀ ਔਰ ਪੰਥਕ ਪਾਰਟੀ ਮੰਨੀ ਗਈ ਹੈ ਜੀ। ਔਰ ਕਿਸਾਨ ਹੈ ਜਿਹੜਾ ਜੋ ਕਿਸਾਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਚਾਹੇ ਉਹ ਟਰੈਕਟਰ ਨੂੰ ਗੱਡੇ ਦੇ ਰੂਪ ਦੇ ਵਿੱਚ ਟੈਕਸ ਫ੍ਰੀ ਕਰਨਾ ਹੋਵੇ, ਚਾਹੇ ਟਿਊਬਲਾਂ ਦੇ ਕਨੈਕਸ਼ਨ ਹੋਣ, ਨਹਿਰਾਂ ਹੋਣ, ਖਾਲੇ ਹੋਣ, ਜਿੰਨਾ ਵੀ, ਚਾਹੇ ਮੋਟਰਾਂ ਦੇ ਬਿੱਲ ਮਾਫ ਕਰਨ ਦੀ ਗੱਲ ਹੋਵੇ, ਜਿੰਨਾ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ, ਚਾਹੇ ਮੰਡੀਕਰਨ ਬੋਰਡ ਜਿਹੜਾ ਮੰਡੀ ਬੋਰਡ ਸਥਾਪਿਤ ਕਰਨਾ, ਮੰਡੀਆਂ ਬਣਾਉਣੀਆਂ, ਹਰ 5 ਕਿਲੋਮੀਟਰ ਤੇ ਇੱਕ ਅਨਾਜ ਮੰਡੀ ਬਣਾਉਣੀ ਹੈ ਪਿੰਡਾਂ ਦੇ ਵਿੱਚ, ਔਰ ਮੰਡੀਆਂ ਨੂੰ ਰੋਡ ਸੜਕਾਂ ਦੇ ਨਾਲ ਮੰਡੀਕਰਨ ਬੋਰਡ ਦੇ ਫੰਡਸ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਜੋੜਨਾ। ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਤੁਹਾਡੇ ਤੇ ਆਰੋਪ,
ਸ਼੍ਰੋਮਣੀ ਅਕਾਲੀ ਦਲ ਤੇ ਇਹਨਾਂ ਨੇ ਇੱਕੋ ਭੰਡੀ ਪ੍ਰਚਾਰ, ਉਹ ਆਰੋਪ ਨਹੀਂ ਸੀ, ਭੰਡੀ ਪ੍ਰਚਾਰ, ਇੱਕੋ ਭੰਡੀ ਪ੍ਰਚਾਰ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੈਂਟਰ ਦੇ ਵਿੱਚੋਂ 3000 ਕਰੋੜ ਰੁਪਇਆ ਮੰਡੀਕਰਨ ਬੋਰਡ ਔਰ ਮੰਡੀਆਂ ਦੀ ਰਿਪੇਅਰ ਵਾਸਤੇ ਆਇਆ ਸੀ, ਤਾਂ ਇਹਨਾਂ ਨੇ ਇਲਜ਼ਾਮ ਲਾਇਆ ਸੀ ਕਾਂਗਰਸ ਔਰ ਆਮ ਪਾਰਟੀ ਨੇ ਕਿ ਉਹ ਪੈਸੇ ਆ ਜਿਹੜੇ ਜਦੋਂ ਫਸਲ ਦਾ ਖਰਾਬਾ ਹੋਇਆ ਸੀ, ਸ਼੍ਰੋਮਣੀ ਅਕਾਲੀ ਦਲ ਨੇ ਜਦ 2000 ਰੁਪਇਆ ਮਜ਼ਦੂਰਾਂ ਨੂੰ ਔਰ 8000 ਰੁਪਇਆ ਕਿਸਾਨਾਂ ਨੂੰ ਦਿੱਤਾ ਸੀ, ਇਹ ਕਹਿੰਦੇ ਉਹ ਪੈਸਾ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਵੰਡਤਾ, ਕਿਸਾਨਾਂ ਨੂੰ ਵੰਡਤਾ, ਖਰਾਬਿਆ। ਔਰ ਉਸ ਦੀ ਅੱਜ ਤੱਕ ਨਾ ਹੀ ਤਾਂ ਕਿਸੇ ਨੇ ਇਨਕੁਆਇਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੂੰ ਸਾਬਿਤ ਕੀਤਾ ਕਿ ਇਹ ਜਿਹੜਾ ਹੈਗਾ ਸਾਡੇ ਤੇ ਦੋਸ਼ ਪੱਤਰ ਦਾਇਰ ਕੀਤਾ ਹੋਵੇ, ਕੋਈ ਇਹੋ ਜਿਹੀ ਗੱਲ ਨਹੀਂ, ਸਿਰਫ ਭੰਡੀ ਪ੍ਰਚਾਰ ਸੀ। ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਸਾਨਾਂ ਵਾਸਤੇ ਕੀਤਾ ਬਹੁਤ ਕੀਤਾ ਔਰ ਕੋਈ ਘਪਲਾ ਨਹੀਂ ਹੋਇਆ। ਹੁਣ ਗੱਲ ਕਰ ਲਈਏ ਇਹਨਾਂ ਦੀ, ਇਹ ਜਿਹੜਾ ਇੰਸਟਰੂਮੈਂਟਸ ਆਏ ਸੀਗੇ ਪਰਾਲੀ ਨੂੰ ਗੱਠਾ ਬਣਾਉਣ ਵਾਸਤੇ, ਜਿਹੜੀਆਂ ਮਸ਼ੀਨਾਂ ਆਈਆਂ ਸੀ, ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਉੱਪਰ ਕਲੀਅਰ ਕਹਿਣੀ ਚਾਹੁੰਦਾ, ਸਾਨੂੰ ਕੋਈ ਓਬਜੈਕਸ਼ਨ ਨਹੀਂ, ਕੋਈ ਇਤਰਾਜ਼ ਨਹੀਂ, ਨਾ ਹੀ ਕਿਸੇ ਹੋਰ ਪਾਰਟੀ ਨੂੰ ਹੋਣਾ ਚਾਹੀਦਾ। ਅਗਰ ਕੋਈ ਵੀ ਬੰਦਾ ਕਿਸਾਨਾਂ ਦੇ ਹੱਕ ਨੂੰ ਮਾਰੂਗਾ, ਕਿਸਾਨਾਂ ਦੇ ਹੱਕ ਨੂੰ ਮਾਰੂਗਾ ਔਰ ਵਾਤਾਵਰਨ ਨੂੰ ਖਰਾਬ ਹੋਣ 'ਚ ਯੋਗਦਾਨ ਪਾਊਗਾ ਕਿ ਉਹਨਾਂ ਨੇ ਕੋਈ ਘਪਲਾ ਕੀਤਾ ਹੈ, ਪਹਿਲੀ ਗੱਲ ਇਹਨਾਂ ਦੇ ਮਿਨਿਸਟਰ ਨੂੰ ਇਹ ਨਹੀਂ ਕਹਿਣਾ ਚਾਹੀਦਾ 150 ਕਰੋੜ ਦਾ ਘਪਲਾ, ਫਿਰ ਤਾਂ ਪਤਾ ਹੀ ਆ ਉਹਨਾਂ ਨੂੰ ਪਰਚਾ ਦਰਜ ਕਰਨ। ਪਹਿਲਾਂ ਇਹ ਮਸ਼ਹੂਰੀਆਂ ਜ਼ਿਆਦਾ ਕਰ ਜਾਂਦੇ ਆ, ਇਹਨਾਂ ਨੂੰ ਚਾਹੀਦਾ ਉੱਥੇ ਇਨਕੁਆਇਰੀ ਕਰਾਉਣ, ਇਨਕੁਆਇਰੀ ਕਰਾ ਕੇ ਕੋਈ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਰਿਕਾਰਡ ਲਿਆ ਕੇ ਉਹ ਲੋਕਾਂ ਦੇ ਅੱਗੇ ਪੇਸ਼ ਕਰ ਦੇਣ, ਆਹ ਬੰਦੇ ਦੋਸ਼ੀ ਆ, ਫੜ ਕੇ ਅੰਦਰ ਦੇਣ, ਕੌਣ ਰੋਕਦਾ ਇਹਨਾਂ ਨੂੰ। ਪਰ ਮੇਰੀ ਇੱਕ ਬੇਨਤੀ ਆ ਆਮ ਆਦਮੀ ਪਾਰਟੀ ਨੂੰ ਵੀ ਕਿ ਕਿਰਪਾ ਕਰਕੇ ਇਹ ਗੱਲ ਨਾ ਕਰਨ ਜਿਵੇਂ ਇਹਨਾਂ ਨੇ ਦਿੱਲੀ ਵਾਲਾ ਇਹ ਕਹਿੰਦੇ ਨਾ, ਬੜਾ ਇਹ ਇੱਕ ਇਹਨਾਂ ਨੇ ਬੜਾ ਤੀਸ ਮਾਰ ਖਾਨ ਵਾਲਾ ਕੰਮ ਕਰਕੇ ਉਸੇ ਨੂੰ ਕਹਿਣਗੇ ਅਸੀਂ ਆਹ ਕਰਤਾ, ਮੰਤਰੀ ਫੜ ਲਿਆ। ਮੈਂ ਸਾਡੇ ਗਿੱਲ ਸਾਹਿਬ ਬੜੇ ਆਪਣੇ ਸਤਿਕਾਰਯੋਗ ਨੇ, ਮੈਂ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹਾਂਗਾ, ਦਿੱਲੀ ਤੁਸੀਂ ਆਪਣਾ ਇੱਕ ਮੰਤਰੀ ਫੜਿਆ, ਉਹਨੂੰ ਅੱਜ ਕਲੀਨ ਚਿੱਟ ਦੇ ਕੇ ਹੱਜ ਬੋਰਡ ਦਾ ਚੇਅਰਮੈਨ ਲਾਇਆ। ਮਾਨਸਾ ਵਾਲਾ ਸਾਡਾ ਇੱਕ ਮੰਤਰੀ ਫੜਿਆ, ਉਸ ਮੰਤਰੀ ਨੂੰ ਅੱਜ ਤੱਕ ਕੋਈ ਸਬੂਤ ਤੁਸੀਂ ਪੇਸ਼ ਨਹੀਂ ਕਰ ਸਕੇ, ਅਦਾਲਤ ਦੇ ਵਿੱਚ ਪੇਸ਼ ਨਹੀਂ ਕਰ ਸਕੇ, ਲੋਕਾਂ ਦੇ ਵਿੱਚ ਨਹੀਂ ਪੇਸ਼ ਕਰ ਸਕੇ। ਔਰ ਜਿਸ ਦਿਨ ਆਪਣੀ 15 ਅਗਸਤ ਵਾਲੇ ਦਿਨ ਉਹ ਸਨਮਾਨ ਚਿੰਨ੍ਹ ਵੰਡ ਰਿਹਾ ਸੀ, ਤੁਹਾਡੀ ਜਿਹੜੀ ਮੰਤਰੀ ਹੈਗੀ ਆ ਬਲਜੀਤ ਕੌਰ ਦੇ ਨਾਲ ਸਭ ਤੋਂ ਅੱਗੇ ਖੜਾ ਹੋਇਆ ਸੀ। ਫਿਰ ਕੀ ਗੱਲ ਭਾਈ, ਜੇ ਉਹ ਚੋਰ ਸੀ, ਤੁਹਾਡੀ ਸਾਰੀ ਪਾਰਟੀ ਨੇ ਡਟ ਕੇ ਕਿਹਾ, ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਇਹ ਚੋਰ ਹੈ, ਚੋਰ ਹੈ, ਇਹ ਕਰਪਟ ਹੈ, ਇਹਨੂੰ ਅਸੀਂ ਫੜ ਲਿਆ, ਇਹਨੂੰ ਫਿਰ ਪਾਰਟੀ ਚੋਂ ਹੀ ਕੱਢ ਦਿਓ। ਇੱਕ ਪਾਸੇ ਤਾਂ ਤੁਸੀਂ ਸਨਮਾਨ ਚਿੰਨ੍ਹ ਦਵਾਈ ਜਾਂਦੇ ਹੋ ਲੋਕਾਂ ਨੂੰ ਉਸ ਤੋਂ, ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਅਸੀਂ ਮੰਤਰੀ ਆਪਣਾ ਹੀ ਅੰਦਰ ਕਰਤਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਨੂੰ ਸਭ ਪਤਾ ਹੈ, ਇਹ ਠੱਗੀਆਂ ਨਹੀਂ ਚੱਲਣੀਆਂ। ਤੁਸੀਂ ਜਿਹੜੀ ਕੋਈ ਕਾਰਵਾਈ ਕਰਨੀ ਹੈ, ਮਸ਼ਹੂਰੀਆਂ ਨਾ ਕਰੋ ਜੀ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਰਪਸ਼ਨ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਇਹ ਵੀ ਹੋਣੀ ਚਾਹੀਦੀ ਹੈ। ਜਿਹੜੇ ਮਹੱਲਾ ਕਲੀਨਿਕਾਂ ਤੇ 20-20 ਲੱਖ ਰੁਪਇਆ ਕਿਵੇਂ ਲੱਗਿਆ, ਉਹਦਾ ਲੋਕਾਂ ਨੂੰ ਦੱਸੋ ਕਿ ਉਹ 20-20 ਲੱਖ ਰੁਪਇਆ ਤੁਸੀਂ ਕਿੱਥੇ ਲਾਇਆ, ਉਹਦੀ ਇਨਕੁਆਇਰੀ ਕਰੋ। ਜਿਹੜੇ ਬਾਹਰ ਤੁਸੀਂ ਪੋਸਟਰ ਜਾਰੀ ਕਰਦੇ ਹੋ, ਇਸ਼ਤਿਹਾਰ ਜਾਰੀ ਕਰਦੇ ਹੋ, ਮਸ਼ਹੂਰੀਆਂ ਦਿੰਦੇ ਹੋ ਗੁਜਰਾਤ 'ਚ, ਹਿਮਾਚਲ ਪ੍ਰਦੇਸ਼ 'ਚ ਔਰ ਹਰਿਆਣਾ ਦੇ ਵਿੱਚ, ਉਹ ਜਿਹੜਾ ਪੰਜਾਬ ਦਾ ਪੈਸਾ ਲਿਜਾ ਕੇ ਉੱਥੇ ਖਰਚ ਕਰਦੇ ਹੋ, ਉਹਦੀ ਇਨਕੁਆਇਰੀ ਵੀ ਕਰੋ ਕਿ ਉਹ ਪੈਸਾ ਜਿਹੜਾ ਹੈਗਾ ਕਿਹਦਾ, ਲੋਕਾਂ ਦਾ ਕਿੱਥੇ ਲੱਗ ਰਿਹਾ। ਔਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਜੈਟ ਹਰਿਆਣੇ ਦਾ ਡਿਪਟੀ ਸੀਐਮ ਯੂਜ਼ ਕਰ ਰਿਹਾ, ਉਹ ਵੀ ਕਰਪਸ਼ਨ 'ਚ ਆਉਂਦਾ ਹੈ ਗਿੱਲ ਸਾਹਿਬ, ਉਹਦੀ ਵੀ ਇਨਕੁਆਇਰੀ ਕਰੋ ਕਿ ਉਹ ਜੈਟ ਕਿਵੇਂ, ਇਹ ਤੁਹਾਡੀ ਜਿਹੜੀ ਭਾਈਵਾਲ ਸਾਂਝ ਹੈਗੀ ਹੈ, ਇੱਥੇ ਵੀ ਜਗ ਜਾਹਰ, ਜਿਵੇਂ ਟੀਨਾ ਜੀ ਨੇ ਕਿਹਾ, ਚੌਧਰੀ ਨੇ, ਕਿ ਇਹ ਜਿਹੜੀ ਤੁਹਾਡੀ ਸਾਂਝ ਹੈ, ਇੱਥੇ ਵੀ ਤੁਸੀਂ ਮਾੜਾ ਦੱਸਿਓ ਕਿ ਜਿਹੜਾ ਪੰਜਾਬ ਦਾ ਹੈਲੀਕਾਪਟਰ ਹੈ, ਉਹ ਸੀਐਮ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਲਈ ਫਿਰਦਾ, ਉਹ ਖਰਚਾ ਜਿਹੜਾ ਪੰਜਾਬ ਦਾ ਹੋ ਰਿਹਾ, ਉਹਦੇ ਬਾਰੇ ਵੀ ਤੁਸੀਂ ਇਨਕੁਆਇਰੀ ਕਰਕੇ ਉਹਦਾ ਵੀ ਕੋਈ ਪਰਚਾ ਦਰਜ ਕਰੋ, ਇਨਕੁਆਇਰੀ ਕਰਕੇ ਉਹ ਵੀ ਕਰਪਸ਼ਨ ਫੜੋ। ਸਾਰਿਆਂ ਦੇ ਵਾਸਤੇ ਹੈ ਇਹ ਗੱਲ, ਜੇ ਕੋਈ ਸਾਡੀ ਪਾਰਟੀ ਦਾ ਉਹਦੇ ਤੇ ਵੀ ਕਰੋ, ਅਸੀਂ ਇਸ ਗੱਲ ਨੂੰ ਮਨਾ ਨਹੀਂ ਕਰਦੇ, ਸਾਰਿਆਂ ਤੇ ਕਰੋ ਜੀ। ਬਿਲਕੁਲ ਜਸਵੀਰ ਜੀ, ਆਰੋਪ ਲਗਾਤਾਰ ਲੱਗ ਰਹੇ ਆ ਕਿ ਆਮ ਆਦਮੀ ਪਾਰਟੀ ਗੱਲਾਂ ਜ਼ਿਆਦਾ ਕਰਦੀ ਹੈ, ਕੰਮ ਘੱਟ ਕਰਦੀ ਹੈ। ਦੇਖੋ ਜੀ ਭਾਈ ਸਾਹਿਬ ਬੜੇ ਸਤਿਕਾਰਯੋਗ ਨੇ, ਅਕਾਲੀ ਦਲ ਨੇ ਕੀ ਕੀਤਾ ਸਾਰੀ ਦੁਨੀਆ ਨੂੰ ਪਤਾ। ਮੇਰੇ ਕੋਈ ਇੱਥੇ ਦੱਸਣਾ, ਅਕਾਲੀ ਦਲ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਸੀ, ਹਾਰ ਗਏ, ਤੁਸੀਂ ਦੱਸੋ ਕੀ ਕਰ ਰਹੇ ਹੋ? ਇੱਕ ਮਿੰਟ ਭਾਜੀ, ਮੈਂ ਬੋਲਿਆ ਨਹੀਂ ਤੁਹਾਡੀ ਗੱਲ 'ਚ, ਪਲੀਜ਼ ਤੁਹਾਡੀ ਗੱਲ ਆਰਾਮ ਨਾਲ ਸੁਣੋ। ਹੁਣ ਤੁਸੀਂ ਸੁਣ ਲਓ, ਤੁਸੀਂ ਆਪਣਾ ਪੱਖ ਰੱਖੋ। ਅਗਰ ਤਾਂ ਹਰਾਤਾ ਲੋਕਾਂ ਨੇ, ਜੇ ਨਹੀਂ ਕੁਝ ਕੀਤਾ ਉਹਨਾਂ ਨੇ, ਤੁਸੀਂ ਆਪਣੀ ਗੱਲ ਕਰੋ ਕੀ ਕਰ ਰਹੇ ਹੋ। ਮੇਰੀ ਰਿਕੁਐਸਟ ਹੈ, ਜਦੋਂ ਤੁਸੀਂ ਬੋਲਦੇ ਨਾ ਫਿਰ ਮੈਂ ਵੀ ਵਿੱਚ ਬੋਲੂੰਗਾ, ਫਿਰ ਆਪਣਾ ਵਧੇਗਾ ਥੋੜਾ ਜਿਹਾ, ਠੀਕ ਹੈ ਨਾ। ਤੁਸੀਂ ਮੇਰੀ 'ਚ ਗੱਲ 'ਚ ਨਹੀਂ, ਮੈਂ ਤੁਹਾਡੀ 'ਚ ਨਹੀਂ ਬੋਲਿਆ, ਪਿਆਰ ਨਾਲ ਮੈਂ ਗੱਲ ਸੁਣੀ, ਠੀਕ ਹੈ ਜੀ। ਅਮਨਦੀਪ ਜੀ ਇੱਕ ਕਰਕੇ ਗੱਲ ਸੁਣਾਂਗੇ, ਇੱਕ ਗੱਲ ਕਰਕੇ ਆਪਾਂ ਗੱਲ ਕਰਨ ਦਾ ਮੌਕਾ ਮਿਲੂਗਾ ਜੀ, ਠੀਕ ਹੈ। ਜੋ ਇਹਨੇ ਕੀਤਾ ਲੋਕਾਂ ਨੇ ਇਹਨਾਂ ਨੂੰ ਫਾਇਦਾ ਦਿੱਤਾ। ਇਹ ਜਿਹੜੀ ਗੱਲ ਹੈ ਨਾ, ਬਾਰ-ਬਾਰ ਆਮ ਆਦਮੀ ਪਾਰਟੀ ਨੇ ਕੀ ਕੀਤਾ, ਉਹ ਦੁਨੀਆ ਜਾਣ ਰਹੀ ਹੈ ਕੀ ਕੀਤਾ। ਦੁਨੀਆ ਨੂੰ ਪਤਾ ਆ 2016 ਤੋਂ ਤੁਹਾਡੇ ਵੇਲੇ ਦੇ ਵੀ
ਆ ਜਿਹੜਾ ਅਸੀਂ ਦਿੰਦੇ ਨਾ ਆਟਾ ਦਾਲ ਸਕੀਮ, ਉਹਦਾ ਕੋਈ ਪੈਸਾ ਨਹੀਂ ਦਿੱਤਾ ਗਵਰਨਮੈਂਟ ਨੇ। ਔਰ ਜਿਹੜਾ 2016 ਤੋਂ ਪੇ ਕਮਿਸ਼ਨ ਸੀ ਉਹ ਕਾਂਗਰਸ ਨੇ 2021 ਚ 10ਵੇਂ ਮਹੀਨੇ ਤੋਂ ਬਾਅਦ ਦਿੱਤਾ। ਪਹਿਲਾ ਸਾਡਾ ਹੀ ਖੜਾ ਆ, ਲੋਕਾਂ ਨੂੰ ਸ਼ੈਤਾਨੀਆਂ ਤੁਹਾਡੀਆਂ ਸਾਰੀਆਂ ਪਤਾ, ਤੁਸੀਂ ਉਹ ਤੋਂ ਭੱਜ ਨਹੀਂ ਸਕਦੇ। ਵਾਈਟ ਪੇਪਰ ਦੇ ਵਿੱਚ ਅਸੀਂ ਤਦੇ ਵਾਈਟ ਪੇਪਰ ਲਿਆਂਦਾ ਕਿ ਸਾਨੂੰ ਵੀ ਨਹੀਂ ਪਤਾ ਸੀਗਾ, ਸਾਨੂੰ ਵੀ ਵਾਈਟ ਪੇਪਰ ਆਉਣ ਤੇ ਪਤਾ ਲੱਗਾ ਕੀ ਕੀ ਤੁਸੀਂ ਕੀਤਾ। ਅੱਜ ਜਿਹੜਾ ਵੀ ਕੋਈ ਡਿਪਾਰਟਮੈਂਟ ਆ ਕਿਤੇ ਫਾਈਲ ਪੱਟ ਲਓ, ਦਲ-ਦਲ ਕਰਤੀ ਹੈ। ਨਹੀਂ, ਅਸੀਂ ਉਸ ਪੰਜਾਬ ਨੂੰ, ਸਾਡਾ ਲੋਕਾਂ ਨਾਲ ਵਾਅਦਾ ਆ, ਅਸੀਂ ਲੋਕਾਂ ਨਾਲ ਪ੍ਰੋਮਿਸ ਕੀਤਾ ਆ, ਪੰਜਾਬ ਨੂੰ ਮੰਦੇ ਹਾਲ ਚੋਂ ਕੱਢ ਕੇ ਚੰਗੇ 'ਚ ਲਿਆਵਾਂਗੇ। ਉਹ ਤੁਹਾਨੂੰ ਦਿਖ ਵੀ ਰਿਹਾ, ਦਿਖ ਵੀ ਰਿਹਾ। ਲੋਕ ਮੰਨਦੇ ਆ ਇਸ ਗੱਲ ਨੂੰ ਵੀ ਕਰਪਸ਼ਨ ਦਾ ਜਿਹੜਾ ਵੋਲੀਅਮ ਸੀ ਉਹ ਘਟਿਆ ਥੋੜਾ। ਜੀ ਅਸੀਂ ਇਹ ਨਹੀਂ ਕਹਿੰਦੇ ਕਿ 100% ਬੰਦ ਹੋ ਗਏ। ਖਾਲਿਦ ਸਾਹਿਬ, ਤੁਹਾਡੇ ਤੋਂ ਇੱਕ ਸਵਾਲ ਲਊਂਗਾ ਮੈਂ, ਤੁਹਾਡੇ ਤੱਕ ਫਿਰ ਆਉਣੇ ਆ ਜਸਵੀਰ ਜੀ, ਤੁਹਾਨੂੰ ਪੂਰਾ ਮੌਕਾ ਮਿਲੂਗਾ ਗੱਲ ਕਰਨ ਦਾ। ਖਾਲਿਦ ਸਾਹਿਬ, ਜਿਹੜਾ ਸਾਰੀਆਂ ਪਾਰਟੀਆਂ ਆਪਣੀ ਆਪਣੀ ਪਾਰਟੀ ਨੂੰ, ਚਲੋ ਸਭ ਬੁਲਾਰਿਆਂ ਦਾ ਇਹ ਫਰਜ਼ ਵੀ ਹੁੰਦਾ ਹੈ ਕਿ ਆਪਣੀ ਪਾਰਟੀ ਦਾ ਬਚਾਅ ਕਰਨਾ ਤੇ ਆਪਣਾ ਪੱਖ ਰੱਖਣਾ, ਪਰ ਜਿਹੜੀ ਕਰਪਸ਼ਨ ਹੋ ਰਹੀ ਹੈ ਜਿਹੜੇ ਲੈਵਲ ਤੇ, ਉਹ ਕਦੋਂ ਜੜ੍ਹਾਂ 'ਚ ਕਦੋਂ ਬੈਠੀ ਹੈ ਕਰਪਸ਼ਨ, ਕਦੋਂ ਤੋਂ ਸ਼ੁਰੂ ਹੋ ਗਈ ਹੈ ਤੇ ਉਹ ਨੁਕਸਾਨ ਕਿਹੜੇ ਕਿਹੜੇ ਹੋ ਰਹੇ ਆ ਵੱਡੇ? ਦੇਖੋ ਇਦਾਂ ਹੈਗਾ ਕਿ ਪਹਿਲੀ ਤਾਂ ਚੀਜ਼ ਇਹ ਹੈ ਕਿ ਅਗਰ ਜਿਸ ਇਸ਼ੂ ਦੇ ਉੱਪਰ ਆਪਾਂ ਡਿਸਕਸ਼ਨ ਕਰ ਰਹੇ ਹਾਂ, 2-3 ਇਸ਼ੂਜ਼ ਹੈਗੇ ਆ ਕਰਪਸ਼ਨ ਨਾਲ ਰਿਲੇਟਡ, ਕਿਹਾ ਜਾਂਦਾ ਵੀ ਇਸ਼ੂਜ਼ ਹੈਗੇ ਆ, ਇਹਦੀ ਮੀਡੀਆ ਟ੍ਰਾਇਲ ਆਪਾਂ ਨੇ ਨਹੀਂ ਕਰਨੀ, ਆਪਾਂ ਨੇ ਆਪਣਾ ਵਿਊ ਪੁਆਇੰਟ ਦੇਣਾ ਹੈ। ਆਮ ਤੌਰ ਪਰ ਮੀਡੀਆ 'ਚ ਹੋ ਕੀ ਰਿਹਾ ਹੈ ਕਿ ਬਜਾਏ ਇਸ ਦੇ ਕਿ ਤੁਸੀਂ ਤਹਿ ਤੱਕ ਪਹੁੰਚੇ, ਉਹਦੀ ਮੀਡੀਆ ਟ੍ਰਾਇਲ ਸ਼ੁਰੂ ਹੋ ਜਾਂਦੀ ਹੈ। ਟੀਵੀ ਦੇ ਉੱਪਰ ਹੀ ਤੁਸੀਂ ਬੈਠ ਕੇ ਇੱਕ ਦੂਸਰੇ ਪਰ ਉਹ ਕਰਕੇ ਇਲਜ਼ਾਮ ਤਰਾਜ਼ੀ, ਉੱਥੇ ਹੀ ਤੁਸੀਂ ਐਕਿਊਜ਼ੇਸ਼ਨ ਸ਼ੁਰੂ ਕਰ ਦਿੰਦੇ ਹੋ, ਜਦ ਕਿ ਤੁਹਾਨੂੰ ਹਜੇ ਪਤਾ ਨਹੀਂ ਹੁੰਦਾ ਵੀ ਗਰਾਊਂਡ ਦੇ ਉੱਪਰ ਵਜ੍ਹਾ ਕੀ ਹੈ। ਐਗਜ਼ੈਕਟਲੀ, ਆਪਾਂ ਇਹ ਨਹੀਂ ਕਹਿ ਸਕਦੇ ਕਿ ਕਰਪਸ਼ਨ ਹੋਈ ਹੈ ਜਾਂ ਨਹੀਂ ਹੋਈ ਜਦ ਤੱਕ ਕਿ ਤੱਥ ਸਾਡੇ ਸਾਹਮਣੇ ਨਹੀਂ ਆ ਜਾਂਦੇ, ਪਹਿਲੀ ਚੀਜ਼। ਦੂਸਰੀ ਚੀਜ਼ ਇਹ ਹੈਗੀ ਹੈ, ਜਿਹੜੀ ਕਰਪਸ਼ਨ ਦੀ ਗੱਲ ਹੈ, ਕਰਪਸ਼ਨ ਸਾਡੇ ਸਮਾਜ ਦੇ ਵਿੱਚ, ਸਰਕਾਰੀ ਤੰਤਰ ਦੇ ਵਿੱਚ ਲੋਐਸਟ ਲੈਵਲ ਤੋਂ ਲੈ ਕੇ ਉੱਪਰ ਤੱਕ ਇੰਨੀ ਡੀਪ ਰੂਟਡ ਹੋ ਚੁੱਕੀ ਹੈ। ਉਹਦੇ ਵਾਸਤੇ ਸਰਕਾਰੀ ਤੰਤਰ ਵੀ ਜ਼ਿੰਮੇਵਾਰ ਹੈ, ਉਹਦੇ ਵਿੱਚ ਲੋਕ ਵੀ ਜ਼ਿੰਮੇਵਾਰ ਹੈ, ਜਿਹੜੇ ਕਿ ਚੰਗੀ ਭਲੀ ਚੀਜ਼ ਦੇ ਉੱਪਰ ਵੀ ਆਫੀਸ਼ੀਅਲਸ ਨੂੰ ਕਰਪਟ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਕਰਦੇ ਆ, ਆਫਰ ਕਰਦੇ ਆ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਦੋਂ ਸ਼ੁਰੂ ਹੋਈ, ਇਹ ਸਲੋਲੀ ਐਂਡ ਗ੍ਰੈਜੂਅਲੀ ਉੱਪਰ ਆਈ ਹੈ ਔਰ ਇੰਨੀ ਉੱਪਰ ਆ ਚੁੱਕੀ ਹੈ ਕਿ ਉਹ ਤੋਂ ਉਹਨੂੰ ਬਾਹਰ ਕੱਢਣਾ ਵੀ ਇੰਨਾ ਆਸਾਨ ਨਹੀਂ ਹੈ। ਤੁਸੀਂ ਕਰਪਸ਼ਨ ਕਈ ਤਰ੍ਹਾਂ ਦੀ ਹੈ। ਕਰਪਸ਼ਨ ਸਿਰਫ ਇਹੀ ਨਹੀਂ ਹੁੰਦੀ ਕਿ ਤੁਸੀਂ ਇੱਕ ਸਰਕਾਰੀ EMPLOYE ਪੈਸਾ ਲੈਂਦਾ ਹੈ ਕਿਸੇ ਕੰਮ ਦਾ। ਕਰਪਸ਼ਨ ਇਹ ਵੀ ਹੈ ਕਿ ਜਿਹੜਾ EMPLOYE ਜਾਂ ਜਿਹੜਾ ਵੀ ਵਿਅਕਤੀ ਆਪਣੀ ਜਿਹੜੀ ਉਹਦੀ ਦਿੱਤੀ ਗਈ ਭੂਮਿਕਾ ਹੈ, ਜਿਹਦਾ ਉਹ ਪੈਸਾ ਲੈ ਰਿਹਾ ਹੈ, ਤਨਖਾਹ ਲੈ ਰਿਹਾ ਹੈ, ਉਹ ਨਹੀਂ ਕਰਦਾ। ਅਗਰ ਮੈਂ ਇੱਕ ਟੀਚਰ ਹਾਂ ਔਰ ਮੈਂ ਅਗਰ ਆਪਣੀ ਕਲਾਸ ਸਹੀ ਢੰਗ ਦੇ ਨਾਲ ਨਹੀਂ ਪੜਾਉਂਦਾ, ਉਹ ਵੀ ਕਰਪਸ਼ਨ ਹੈ ਜੀ। ਇਸ ਕਰਕੇ ਕਰਪਸ਼ਨ ਦਾ ਕੇਵਲ ਇੱਕ ਮੀਨਿੰਗ ਨਹੀਂ ਹੈ। ਅਗਰ ਕੋਈ ਡਾਕਟਰ ਆਪਣੀ ਡਿਊਟੀ ਤੇ ਨਹੀਂ ਜਾਂਦਾ, ਉੱਥੇ ਦਵਾਈਆਂ ਵਿਕਦੀਆਂ ਨੇ, ਉਹ ਵੀ ਕਰਪਸ਼ਨ ਹੈ। ਤੇ ਇਸ ਕਰਕੇ ਆਪਾਂ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਕਦੋਂ ਸ਼ੁਰੂ ਹੋਈ, ਸਲੋਲੀ ਐਂਡ ਗ੍ਰੈਜੂਅਲੀ ਪਿਕਅਪ ਹੋਈ ਹੈ। ਕਿਸੇ ਵੇਲੇ ਐਸਾ ਸੀਗਾ ਕਿ ਅਗਰ ਕੋਈ ਵਿਅਕਤੀ ਥੋੜਾ ਜਿਹਾ ਕਰਪਟ ਹੁੰਦਾ ਸੀਗਾ, ਪਤਾ ਲੱਗ ਜਾਂਦਾ ਤਾਂ ਉਹ ਮੂੰਹ ਲੁਕਾਉਂਦਾ ਫਿਰਦਾ ਸੀਗਾ। ਅੱਜ ਬਿਲਕੁਲ ਉਲਟ ਹੈ। ਅੱਜ ਉਹ ਕਹਿੰਦੇ ਕਿ ਤੂੰ ਕਿਤੇ ਦਾ ਗੰਦ ਹੀ ਆ ਗਿਆ, ਇਹ ਤੇ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਹੋਣਾ। ਉਹ ਜਿਹੜਾ ਕਲਚਰ ਹੈ, ਉਸ ਕਲਚਰ ਨੂੰ ਸਮਾਪਤ ਕਰਨ ਦੀ ਲੋੜ ਹੈ। ਬੜੀ ਅੱਛੀ ਗੱਲ ਹੈ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਜਾਂ ਅੱਜ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ, ਉਹ ਇਸ ਚੀਜ਼ ਦੇ ਉੱਪਰ ਲੱਗੀ ਹੋਈ ਹੈ ਔਰ ਦੇਖਦੇ ਹਾਂ ਕਿੱਥੇ ਤੱਕ ਕਾਮਯਾਬ ਹੁੰਦੀ ਹੈ। ਲੇਕਿਨ ਇਹ ਆਪਾਂ ਨੂੰ ਮੰਨ ਕੇ ਚੱਲਣਾ ਪਏਗਾ ਕਿ ਕਰਪਸ਼ਨ ਸਾਡਾ ਵੇ ਆਫ ਲਾਈਫ ਬਣ ਚੁੱਕਿਆ ਜੀ। ਹਰ ਇੱਕ ਵਿਅਕਤੀ, ਤੁਸੀਂ ਸਰਵੇ ਕਰ ਲਓ, ਕਿੰਨੇ % ਲੋਕਾਂ ਨੇ ਆਪਣੇ ਕੰਮ ਕਰਾਉਣ ਵਾਸਤੇ ਪੈਸੇ ਦਿੱਤੇ ਹੈ ਜਾਂ ਪੈਸਿਆਂ ਦੀ ਆਫਰ ਕੀਤੀ ਹੈ ਜਾਂ ਉਹਨਾਂ ਤੋਂ ਜ਼ਬਰਦਸਤੀ ਪੈਸੇ ਲੈਤੇ ਗਏ ਆ। ਤੁਹਾਨੂੰ ਪਤਾ ਲੱਗ ਜਾਏਗਾ ਕਿ ਫੀਡਬੈਕ, ਤੁਸੀਂ ਐਨੋਨਿਮਸ ਫੀਡਬੈਕ ਲੈ ਲਓ ਲੋਕਾਂ ਤੋਂ, ਪਤਾ ਲੱਗ ਜਾਏਗਾ ਕਿਤੇ ਤੱਕ। ਵੈਸੇ ਵੀ ਬੜੇ ਸਰਵੇ ਇਸ ਦੇ ਉੱਪਰ ਹੋਏ ਆ ਨੈਸ਼ਨਲ ਲੈਵਲ ਤੇ ਵੀ। ਤਾਂ ਵੀ ਹੈਵ ਬਿਕਮ ਕਰਪਟ ਸੋਸਾਇਟੀਜ਼, ਇਹਦੇ 'ਚ ਕੋਈ ਦੋ ਰਾਏ ਨਹੀਂ ਹਨ ਜੀ। ਸਾਡੇ ਵਿੱਚ ਐਸੇ ਲੋਕ ਵੀ ਹੈ ਜਿਨ੍ਹਾਂ ਨੇ ਇਸ ਸਿਸਟਮ ਨੂੰ ਸੰਭਾਲਿਆ ਹੋਇਆ ਜੀ, ਜਿਹੜੇ ਬਹੁਤ ਹੀ ਇਮਾਨਦਾਰੀ ਨਾਲ ਅੱਜ ਵੀ ਕੰਮ ਕਰ ਰਹੇ ਆ। ਤਾਂ ਇਹਦੇ ਪਰ ਤਾਂ ਆਪਾਂ ਸਾਰਿਆਂ ਨੂੰ, ਸਾਰੇ ਪੋਲੀਟੀਕਲ ਪਾਰਟੀਜ਼ ਦੇ ਨੁਮਾਇੰਦੇ ਬੈਠੇ ਆ ਔਰ ਅਸੀਂ ਖੁਦ ਵੀ ਉਹਦਾ ਪਾਰਟ ਆ, ਤਾਂ ਡੈਫੀਨੇਟਲੀ ਇਹਦੇ ਉੱਪਰ ਤਾਂ ਠੱਲ ਪੈਣੀ ਚਾਹੀਦੀ ਹੈ। ਇਹਦਾ ਪ੍ਰਭਾਵ ਕੀ ਪੈਂਦਾ? ਇਹਦਾ ਪ੍ਰਭਾਵ ਸਭ ਤੋਂ ਵੱਡਾ ਇਹ ਹੈਗਾ ਕਿ ਲੋਕਾਂ ਦਾ ਸਰਕਾਰੀ ਤੰਤਰ ਦੇ ਵਿੱਚ ਟਰਸਟ ਡੈਫਿਸਿਟ ਹੋ ਜਾਂਦਾ ਹੈ। ਲੋਕ ਟਰਸਟ ਨਹੀਂ ਕਰਦੇ। ਲੋਕ ਸੋਚਦੇ ਆ ਕੰਮ ਤਾਂ ਹੀ ਹੋਊਗਾ ਜੇ ਮੈਂ ਪੈਸੇ ਦਊਂਗਾ।
ਇਹ ਜਿਹੜੀ ਹੈਗੀ ਹੈ ਇੱਕ ਮੰਦਭਾਗੀ ਗੱਲ ਹੈ। ਇਸ ਚੀਜ਼ ਨੂੰ ਖਤਮ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਕਿ ਲੋਕਾਂ ਦਾ ਵਿਸ਼ਵਾਸ ਸਰਕਾਰ ਦੇ ਉੱਪਰ, ਔਰ ਸਰਕਾਰ ਜਿਹੜੀ ਹੈਗੀ ਹੈ, ਸਰਕਾਰੀ ਜਿਹੜੇ ਆਫੀਸਰਸ ਹੈ, ਉਹ ਇਹ ਨਾ ਸਮਝਣ ਕਿ ਅਸੀਂ ਕੋਈ ਬੌਸ ਬਣਾ ਕੇ ਬੈਠੇ ਹੋਏ ਹਾਂ, ਉਹ ਇਹ ਸਮਝਣ ਕਿ ਹਾਂ ਵਾਕਈ ਅਸੀਂ ਲੋਕਾਂ ਵਾਸਤੇ ਹਾਂ ਔਰ ਲੋਕਾਂ ਦੇ ਕੰਮ ਕਰਨੇ ਹੈ। ਅਗਰ ਇਹ ਇੱਕ ਕੋਆਰਡੀਨੇਸ਼ਨ ਬਣ ਜਾਂਦਾ ਹੈ, ਕਾਫੀ ਹੱਦ ਤੱਕ ਖਤਮ ਹੋ ਸਕਦੀ ਹੈ ਕਰਪਸ਼ਨ। ਇਹ ਨਹੀਂ ਹੈ ਵੀ ਖਤਮ ਨਹੀਂ ਹੋ ਸਕਦੀ। ਬਿਲਕੁਲ ਸਰ ਗੱਲਬਾਤ ਇਹ ਹੈ ਕਿ ਹੁਣ ਸਾਨੂੰ ਮਸਲੇ ਦਾ ਪਤਾ ਲੱਗ ਗਿਆ। ਮਸਲਾ ਇਹ ਨਹੀਂ ਹੈ ਕਿ ਕਰਪਸ਼ਨ ਹੋਈ ਹੈ, ਵੀ ਇੱਕ ਮਾਮਲੇ 'ਚ ਕਰਪਸ਼ਨ ਹੋਈ ਹੈ, ਕਈ ਮਾਮਲਿਆਂ 'ਚ ਕਰਪਸ਼ਨ ਹੁੰਦੀ ਹੈ, ਚਾਹੇ ਉਹ ਖੇਤੀਬਾੜੀ ਦੇ ਸੰਦਾਂ ਦੀ ਗੱਲ ਹੋਵੇ, ਚਾਹੇ ਉਹ ਡਾਕਟਰਸ ਦਾ, ਹਸਪੀਟਲਸ ਦਾ ਮਾਮਲਾ ਹੈ, ਜਾਂ ਕਈ ਹੋਰ ਮਾਮਲੇ ਐਜੂਕੇਸ਼ਨ ਦੇ ਵਿੱਚ ਵੀ ਹੁੰਦਾ ਹੈ। ਤੇ ਪਰ ਇਹਦੀ ਜੜ ਸਾਰੀ ਕਰਪਸ਼ਨ ਹੈ। ਹੁਣ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਸਾਰੀਆਂ ਪਾਰਟੀਆਂ, ਚਾਹੇ ਉਹ ਪਾਵਰ ਦੇ ਵਿੱਚ ਹੋਣ ਜਾਂ ਨਾ ਹੋਣ, ਸਾਰੇ ਯੋਗਦਾਨ ਆਪਣਾ ਪਾ ਸਕਦੇ ਆ, ਆਪਣੇ ਆਪਣੇ ਤਰੀਕੇ ਨਾਲ ਪਾ ਸਕਦੇ ਆ। ਹੁਣ ਮੈਂ ਇੱਕ ਇੱਕ ਕਰਕੇ ਇਹ ਸਵਾਲ ਲਊਂਗਾ ਕਿ ਤੁਹਾਡੀ ਪਾਰਟੀ ਕੀ ਕੀ ਕੰਮ ਕਰ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚੋਂ ਕਰਪਸ਼ਨ ਖਤਮ ਕੀਤੀ ਜਾ ਸਕੇ। ਜੀ ਜਸਬੀਰ ਜੀ, ਕਿਉਂਕਿ ਤੁਹਾਡੀ ਸਰਕਾਰ ਹੈ, ਤੁਹਾਡੀ ਸਰਕਾਰ ਦਾਅਵਾ ਵੀ ਕਰ ਰਹੀ ਹੈ, ਪਰ ਤੁਹਾਡੇ ਤੇ ਨਾਲ ਨਾਲ ਆਰੋਪ ਇਹ ਲੱਗਦੇ ਆ ਵੀ ਤੁਸੀਂ ਸਿਰਫ ਪ੍ਰਚਾਰ ਕਰਦੇ ਹੋ, ਅਸਲ ਦੇ ਵਿੱਚ ਤੁਸੀਂ ਆਪਣੇ ਲੋਕਾਂ ਤੇ ਕਰਪਸ਼ਨ ਜਿਹੜੇ ਕਰ ਰਹੇ ਆ ਉਹਨਾਂ ਤੇ ਕਾਰਵਾਈ ਨਹੀਂ ਕਰਦੇ। ਦੇਖੋ ਜੀ, ਸਾਡੀ ਕਿਤੇ ਵੀ ਸਪੀਚ ਸੁਣ ਲਓ, ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿਸੇ ਸਿਸਟਮ ਨੂੰ ਜਦੋਂ ਖਤਮ। ਸਰ ਗੱਲ ਇਹੀ ਹੋ ਰਹੀ ਹੈ, ਸਵਾਲ ਇਹੀ ਉੱਠ ਰਹੇ ਆ ਕਿ ਤੁਹਾਡੀਆਂ ਆਵਾਜ਼ ਆ ਰਹੀ ਜੀ? ਨਹੀਂ ਮੇਰੀ ਬੇਨਤੀ ਸੁਣੋ ਜੀ, ਕਿ ਅਸੀਂ ਲੋਕਾਂ ਦੇ ਸਾਥ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ ਜੀ। ਕਰਪਸ਼ਨ ਕਿਹਨੇ ਦੱਸਣਾ ਹੋ ਰਹੀ ਹੈ? ਲੋਕਾਂ ਨੇ ਜੀ। ਜਿੰਨਾ ਚਿੱਕਰ ਜਿੱਥੇ ਜਿੱਥੇ ਸਾਨੂੰ ਪਤਾ ਲੱਗਦਾ ਆ, ਠੀਕ ਹੈ ਜੀ, ਮੈਂ ਆਪਣੇ ਡਿਸਟ੍ਰਿਕਟ 'ਚ ਦੱਸ ਦਿਨਾਂ 2-3 ਅਸੀਂ SHO ਸਸਪੈਂਡ ਕੀਤੇ। ਜਿੱਥੇ ਜਿੱਥੇ ਸਾਨੂੰ ਪਤਾ ਲੱਗਦਾ ਆ ਕਿਤੇ ਵੀ ਅਸੀਂ ਉਹ ਤੇ ਐਕਸ਼ਨ ਕਰਦੇ ਆ। ਇਹ ਲੋਕਾਂ 'ਚ ਇੱਕ ਤਾਂ ਵਿਸ਼ਵਾਸ ਹੈ ਕਿ ਜੇ ਆਮ ਆਦਮੀ ਪਾਰਟੀ ਨੂੰ ਕਿਸੇ ਦੀ ਕਰਪਸ਼ਨ ਦਾ ਪਤਾ ਲੱਗਦਾ ਤਾਂ ਕਾਰਵਾਈ ਹੁੰਦੀ ਆ। ਲੋਕਾਂ 'ਚ ਇਹ ਵਿਸ਼ਵਾਸ ਆ, ਹੋ ਵੀ ਰਹੀ ਆ। ਔਰ ਕਈ ਪਾਲਿਸੀਆਂ ਜਿਹੜੀਆਂ ਆ ਸਾਨੂੰ ਉਹਨਾਂ ਦੇ ਵਿੱਚ ਮੈਨੇਜਮੈਂਟ ਕਰਨੀ ਪੈ ਰਹੀ, ਚੇਂਜ ਉਹਨੂੰ ਕਰ ਰਿਹਾ, ਕਿਉਂਕਿ ਉਹ ਪਾਲਿਸੀਆਂ ਦੇ ਵਿੱਚ ਬਹੁਤ ਕੁੰਡੀਆਂ ਨੇ। ਆਮ ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਈਦਾ ਸੱਤਾ ਦੇ ਵਿੱਚ, ਲੋਕਾਂ ਦੀ ਆਮ ਗੱਲ ਹੈ ਜੀ ਪਾਲਿਸੀਆਂ ਇਸ ਤਰ੍ਹਾਂ ਦੀਆਂ ਬਣਾਈਆਂ, ਅਫਸਰਾਂ ਦੇ ਹੱਥ ਦਿੱਤੀਆਂ ਹੋਈਆਂ, ਜੇ ਐ ਨੂੰ ਲਿਖ ਦੇਣ ਉਹੀ ਠੀਕ ਹੈ, ਤਾਂ ਐ ਨੂੰ ਲਿਖ ਦੇਣ ਉਹੀ ਗਲਤ ਆ। ਕਿਤੇ ਨਾ ਕਿਤੇ ਪਾਲਿਸੀਆਂ ਦੇ ਵਿੱਚ ਵੀ ਕਮੀ ਰਹੀ ਆ। ਅਸੀਂ ਉਹ ਪਾਲਿਸੀਆਂ ਨੂੰ ਵੀ ਸੁਧਾਰ ਰਹੇ ਹਾਂ। ਕਰਪਸ਼ਨ ਜਿੱਥੇ ਹੋ ਰਹੀ ਲੀਕੇਜ ਉਹਨੂੰ ਵੀ ਬੰਦ ਕਰਨ ਦੇ ਪੂਰੇ ਯਤਨ ਕਰ ਰਹੇ ਹਾਂ। ਪਰ ਇਹ ਕੱਲਾ ਜਿੰਨੇ ਵੀ ਮੇਰੇ ਭੈਣ ਭਰਾ ਇੱਥੇ ਸਾਡੇ ਅਕਾਲੀ ਦਲ ਤੋਂ, ਕਾਂਗਰਸ ਤੋਂ, BJP ਤੋਂ, ਸਗੋਂ ਤੇ ਇਹਨਾਂ ਨੂੰ ਇਸ ਗੱਲ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਸਾਨੂੰ ਹਿੰਮਤ ਦੇਣੀ ਚਾਹੀਦੀ ਵੀ ਡਟ ਕੇ ਕਰੋ, ਅਸੀਂ ਤੁਹਾਡੇ ਨਾਲ ਆ। ਕਿੰਤੂ ਪਰੰਤੂ ਕਿਤੇ ਗੱਲ ਨਹੀਂ ਬਣਨੀ, ਕਿਉਂਕਿ ਇਹ ਦੇਖੋ ਇੱਕ ਕੈਂਸਰ ਦੀ ਤਰ੍ਹਾਂ ਪੰਜਾਬ ਦੇ ਵਿੱਚ, ਜਿੱਦਾਂ ਅਕਾਲੀ ਸਾਹਿਬ ਨੇ ਕਿਹਾ, ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਆ। ਇਹ ਤਾਂ ਯਕੀਨ ਕਰਿਓ, ਅਸੀਂ ਕਹਿੰਦੇ ਰਹੀਦਾ ਵੀ 1 ਰੁਪਈਆ ਨਹੀਂ ਦੇਣਾ। ਸਰਪੰਚਾਂ ਨੂੰ ਕਹਿੰਦੇ ਪਿੰਡਾਂ 'ਚ ਜਾ ਕੇ, ਭਾਈ 1 ਰੁਪਈਆ ਨਾ ਦਿਓ ਕਿਸੇ ਨੂੰ, ਹਰੇਕ ਨੂੰ ਕਹਿੰਦੇ ਆ। ਪਰ ਕਈ ਹੱਲੇ ਵੀ ਕਈਆਂ ਦੇ ਮਨ ਦੇ ਵਿੱਚ ਇਹ ਵਹਿਮ ਪੈ ਗਿਆ ਵੀ ਪੈਸੇ ਦਿੱਤੇ ਤੋਂ ਬਿਨਾਂ ਕੰਮ ਨਹੀਂ ਹੋਣਾ, ਕਿਉਂਕਿ ਇਹ ਕੈਂਸਰ ਦੀ ਤਰ੍ਹਾਂ ਸਾਡੇ ਫੈਲ ਚੁੱਕਾ ਆ ਬਿਲਕੁਲ ਸੋਸਾਇਟੀ ਦੇ ਵਿੱਚ। ਇਸ ਕਰਕੇ ਇਹਨੂੰ ਕੱਢਣ ਲਈ ਟਾਈਮ ਲੱਗੇਗਾ। ਪੈਰ ਜਿੱਥੋਂ ਜਿੱਥੋਂ ਸਾਨੂੰ ਪਤਾ ਲੱਗ ਰਿਹਾ, ਅਸੀਂ ਉੱਥੇ ਪਾਲਿਸੀ ਵੀ ਚੇਂਜ ਕਰ ਰਹੇ ਹਾਂ। ਕਿਤੇ ਕਾਨੂੰਨ ਜਿੱਥੇ ਥੋੜਾ ਟੇਢਾ ਮੇਢਾ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਭਗਵੰਤ ਮਾਨ ਜੀ ਹਰ ਵੇਲੇ ਇਹ ਚਿੰਤਕ ਆ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ, ਕਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਗੈਂਗਸਟਰ ਖਤਮ ਕੀਤਾ ਜਾਵੇ, ਕਿਸ ਤਰ੍ਹਾਂ ਕਰਪਸ਼ਨ ਜਿਹੜੀ ਆ ਉਹ ਖਤਮ ਕੀਤੀ ਜਾਵੇ, ਔਰ ਲੋਕਾਂ ਦੇ ਕੰਮਾਂ ਨੂੰ ਕਿਸ ਤਰ੍ਹਾਂ ਅਸੀਂ ਸਹੀ ਕਰੀਏ। ਇਹ ਸਾਡਾ ਲੋਕਾਂ ਦਾ ਸਾਡੇ ਤੇ ਵਿਸ਼ਵਾਸ ਵੀ ਆ। ਅਸੀਂ ਉਸ ਮਾਲਕ ਦੇ, ਪ੍ਰਭੂ ਦੇ ਅੱਗੇ ਵੀ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਅਸੀਂ ਜਿਸ ਮਕਸਦ ਨਾਲ ਆਏ ਆ ਉਸ ਮਕਸਦ ਦੇ ਵਿੱਚ ਕਾਮਯਾਬ। ਬਿਲਕੁਲ। ਟੀਨਾ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਇਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਸਵਾਲ ਵੀ ਲੈ ਲੈਣਾ। ਇਹਨਾਂ ਨੇ ਜਸਬੀਰ ਜੀ ਦੀ ਗੱਲ ਦੇ ਵਿੱਚ ਸਿੱਧਾ ਇੱਕ ਆਰੋਪ ਹੈ ਕਿ ਸਿਸਟਮ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਇਹੋ ਜਿਹਾ ਬਣਾਤਾ ਕਿ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਬਿਨਾਂ ਪੈਸਾ ਦਏ ਵੀ ਕੰਮ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣਾ ਚਾਹਾਂਗੀ। ਇਹਨਾਂ ਦੀ ਸਰਕਾਰ ਆਏ ਨੂੰ 5 ਮਹੀਨੇ ਹੋਏ ਨੇ। ਇਹਨਾਂ ਦੇ ਪੰਚਾਇਤੀ ਜਿਹੜੇ ਮਿਨਿਸਟਰ ਨੇ ਢਾਲੀਵਾਲ ਸਾਹਿਬ, ਉਹਨਾਂ ਨੇ ਜਿਸ ਤਰ੍ਹਾਂ ਨਾਲ ਮਾਨ ਸਾਹਿਬ ਨੂੰ ਆਪਣੇ ਆਫਿਸ ਤੋਂ ਬੁਲਾ ਕੇ ਸਪੈਸ਼ਲੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਰਖਾਈ, ਸਿਰਫ ਇਹ ਗੱਲ ਦੱਸਣ ਲਈ ਕਿ 100 ਏਕੜ ਜ਼ਮੀਨ ਨੂੰ ਅਸੀਂ ਛੁਡਵਾਉਣ ਲਈ ਤਿਆਰ ਬੈਠੇ ਹਾਂ। ਇੱਥੇ ਅਸੀਂ ਛੁਡਵਾਈ ਜਾਂ ਪੋਜੈਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ, ਜਿਹਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਉਹਦੇ ਵਿੱਚ।
ਮੈਂ ਇਹਨਾਂ ਨੂੰ ਇੱਕ ਸਵਾਲ ਇੱਕ ਹੋਰ ਹੈਗਾ, ਤੁਸੀਂ ਆਪਣੇ ਬਾਇਸਡ ਜਿਹੜੇ ਡਿਸੀਜਨ ਹੈਗੇ ਜਾਂ ਬਾਇਸਡ ਜਿਹੜੀਆਂ ਇਨਵੈਸਟੀਗੇਸ਼ਨ ਹੈਗੀਆਂ ਉਹ ਕਰਨੀਆਂ ਕਦੋਂ ਬੰਦ ਕਰੋਗੇ? ਤੁਹਾਡੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਜੀ, ਜਿਹੜੇ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜਿਹੜੇ ਓਨਰ ਨੇ, ਉਹਨਾਂ ਨੇ ਫਗਵਾੜਾ ਦੇ ਵਿੱਚ 150 ਏਕੜ ਤੋਂ ਜ਼ਿਆਦਾ ਜ਼ਮੀਨ ਤੇ ਕਬਜ਼ਾ ਕੀਤਾ ਪਿਆ। ਉਹਨਾਂ ਤੇ ਤੁਹਾਡੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਧਾਲੀਵਾਲ ਜੀ ਤੋਂ? ਤੁਸੀਂ ਕਹਿ ਰਹੇ ਹੋ ਕਿ ਕਰਪਸ਼ਨ ਖਤਮ ਕਰਨੀ ਹੈ। ਕਰਪਸ਼ਨ ਖਤਮ ਤੇ ਉਦੋਂ ਹੋਏਗੀ ਜਦੋਂ ਤੁਸੀਂ ਵੀ ਆਪਣੇ ਵਰਕਰਾਂ ਦੇ ਉੱਤੇ ਸ਼ਿਕੰਜੇ ਕੱਸਣੇ ਸ਼ੁਰੂ ਕਰੋਗੇ। ਹਜੇ ਤੇ ਸ਼ੁਰੂਆਤ ਹੈ। ਤੁਸੀਂ ਆਉਂਦੇ ਸਮੇਂ 'ਚ ਦੇਖਿਓ 6 ਮਹੀਨੇ ਤੱਕ ਜਿਨ੍ਹਾਂ ਪਾਰਟੀਆਂ ਨੂੰ, ਜਦੋਂ ਤੁਸੀਂ ਕਹਿ ਰਹੇ ਹੋ ਕਿ ਪਾਰਟੀਆਂ ਤੇ ਬਦਲੀਆਂ ਨਹੀਂ ਹੈਗੀਆਂ, ਤੁਹਾਡੇ ਵਿੱਚ ਕੋਈ ਨਹੀਂ, ਬਸ ਇੱਕ ਟੈਗ ਬਦਲਿਆ ਗਿਆ, ਕਿਉਂਕਿ 70% ਤੁਸੀਂ ਬਾਕੀ ਸਾਰੀਆਂ ਪਾਰਟੀਆਂ ਤੋਂ ਲਿਆ ਕੇ ਆਪਣੇ ਕੋਲ ਰੱਖੇ ਨੇ, ਕਿਉਂਕਿ ਉਹ ਲੋਕ ਨੇ ਜਿਹੜੀਆਂ ਸਾਡੀਆਂ ਪਾਰਟੀਆਂ ਨੇ ਨਕਾਰੇ ਹੋਏ ਚਿਹਰੇ ਅੱਗੇ ਰੱਖੇ, ਉਹ ਨਕਾਰੇ ਚਿਹਰੇ ਤੁਸੀਂ ਆਪਣੀ ਪਾਰਟੀ 'ਚ ਲੈ ਗਏ। ਪਰ ਕੋਈ ਨਾ ਕੋਈ ਖਾਮੀ ਤਾਂ ਹੋਏਗੀ ਉਹਨਾਂ ਦੇ ਵਿੱਚ ਵੀ। ਏਦਾਂ ਤੇ ਹੋਏਗਾ ਨਹੀਂ ਕਿ ਉਹ ਵੀ ਬੜੇ ਦੁੱਧ ਦੇ ਧੁਲੇ ਹੋ ਗਏ ਕਿਉਂਕਿ ਐਸੀ ਰੋਡ ਕ੍ਰਾਸ ਕਰ ਗਏ, ਇੱਥੇ ਸੀਗੇ ਤੇ ਕਰਪਟਡ ਨੇ, ਇੱਧਰ ਰੋਡ ਕ੍ਰਾਸ ਕਰ ਗਏ ਤੇ ਨਾਨ ਕਰਪਟਡ ਹੋ ਗਏ, ਉਹ ਬੇਧੁਲੇ ਬੰਦੇ ਹੋ ਗਏ। ਤੁਸੀਂ ਆਪਣੀ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਤੇ ਪਹਿਲੇ ਕਾਰਵਾਈ ਕਰਵਾ ਕੇ ਉਹ ਜ਼ਮੀਨ ਛੁਡਵਾਓ, ਫਿਰ ਬਾਕੀ ਗੱਲਾਂ ਅਸੀਂ ਬਾਅਦ ਚ ਕਰਾਂਗੇ, ਫਿਰ ਬਾਕੀਆਂ ਦੇ ਝੂਠੇ ਇਲਜ਼ਾਮ ਲਗਾਉਣੇ ਬੰਦ ਕਰਾਂਗੇ। ਰਹੀ ਗੱਲ ਪੈਸੇ ਲੈ ਕੇ ਕੰਮ ਕਰਨ ਦੀ, ਇਹ ਪੈਸੇ ਲੈ ਕੇ ਕੰਮ ਕਰਨਾ ਸਾਡੀ ਕਾਂਗਰਸ ਸਰਕਾਰ ਨੇ ਤਾਂ ਸਿਖਾਇਆ ਨਹੀਂ ਕਿਸੇ ਨੂੰ। ਜਦੋਂ ਜਦੋਂ ਸਾਡੀ ਕਾਂਗਰਸ ਸਰਕਾਰ ਨੂੰ ਕੁਝ ਇੱਦਾਂ ਦੇ ਕੇਸਿਸ ਲੱਭੇ ਨੇ, ਹਮੇਸ਼ਾ ਇਨੀਸ਼ੀਏਟਿਵ ਲੈ ਕੇ ਅੱਗੇ ਹੋ ਕੇ ਕੰਮ ਕਰਨ ਲਈ ਤਿਆਰ ਬੈਠੇ ਨੇ। ਔਰ ਜੇ ਗੱਲ ਕਰੀਏ ਤੁਹਾਡੀ ਸਰਕਾਰ ਦੀ, ਅੱਜ ਵੀ ਕੋਈ ਐਸਾ ਡਿਪਾਰਟਮੈਂਟ ਨਹੀਂ ਹੈਗਾ ਜਿੱਥੇ ਵੀ ਪੈਸੇ ਲਏ ਬਿਨਾਂ ਹਜੇ ਕੰਮ ਨਹੀਂ ਹੋ ਰਿਹਾ। ਚਾਹੇ ਕੋਈ ਵੀ ਕੰਮ ਹੋਏ, ਹਰ ਬੰਦਾ ਪੈਸੇ ਲੈ ਕੇ ਕੰਮ ਕਰ ਰਿਹਾ, ਹਰ ਬੰਦੇ ਤੇ ਕੋਈ ਨਕੇਲ ਨਹੀਂ ਕੱਸੀ ਜਾ ਰਹੀ। ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਕੋ ਨਹੀਂ ਸੰਭਾਲੀ ਜਾ ਰਹੀ। ਬਾਰ-ਬਾਰ ਤੁਸੀਂ ਐਸਐਸਪੀ, ਐਸਪੀ, ਡੀਐਸਪੀ ਵਰਗੇ ਰੈਂਕ ਨੂੰ ਬਾਰ-ਬਾਰ ਬਦਲੀਆਂ ਤੇ ਬਦਲੀਆਂ ਕਰ ਰਹੇ ਹੋ, ਏਜੀਜ਼ ਦੀਆਂ ਬਦਲੀਆਂ ਕਰ ਰਹੇ ਹੋ, ਤੁਹਾਡੇ ਕੋਲ ਐਡਮਿਨਿਸਟ੍ਰੇਸ਼ਨ ਹੀ ਨਹੀਂ ਸੰਭਾਲੀ ਜਾ ਰਹੀ, ਤੇ ਬੜੀ ਦੂਰ ਦੀ ਗੱਲ ਹੈ, ਬਹੁਤ ਦੂਰ ਦੀ ਗੱਲ। ਔਰ ਵੈਸੇ ਵੀ ਸ਼ਾਇਦ ਸਾਨੂੰ 5 ਸਾਲਾਂ ਬਾਅਦ ਇਹ ਸਭ ਰਿਜ਼ਲਟ ਦੇਖਣ ਨੂੰ ਮਿਲਿਆ। ਔਰ ਅੱਜ ਸਾਡੀ ਪਾਰਟੀ ਜਿੱਥੇ ਖੜੀ ਹੈ, 78 ਤੋਂ 18 ਜਿੱਥੇ ਰਹਿ ਕੇ ਖੜੇ ਨੇ, ਪੰਜਾਬ ਨੇ ਤੁਹਾਨੂੰ ਵੱਡਾ ਫਤਵਾ ਦਿੱਤਾ, ਕੋਈ ਗੱਲ ਨਹੀਂ, ਬਟ ਉਹ ਟਾਈਮ ਵੀ ਦੂਰ ਨਹੀਂ ਜਿਹਦੇ ਵਿੱਚ ਵਾਕਈ ਤੁਹਾਡੇ ਜਿਹੜੇ ਝੂਠੇ ਦਾਅਵੇ ਪਾਰਟੀ ਨੇ ਜੋ ਕੀਤੇ ਨੇ ਉਹ ਬਹੁਤ ਜਲਦ ਸਾਹਮਣੇ ਆਉਣਗੇ। ਚਾਹੇ ਮੁਹੱਲਾ ਕਲੀਨਿਕ ਹੋਣ ਜਾਂ ਕੋਈ ਵੀ ਹੋਣ, ਕੋਈ ਵੀ ਜਿਹੜੇ ਤੁਸੀਂ ਦਾਅਵੇ ਕੀਤੇ ਨੇ ਸਭ ਝੂਠੇ ਨਜ਼ਰ ਆਉਣਗੇ। ਕਲੀਨਿਕਸ ਤੁਸੀਂ ਸ਼ੁਰੂ ਕਰ ਲਏ, ਫੈਸਿਲਿਟੀਜ਼ ਉੱਥੇ ਹੈ ਨਹੀਂ। ਨਿਊਜ਼ਪੇਪਰ ਦੀ ਗੱਲ ਕਰੀਏ, ਡੇਲੀ ਆ ਰਿਹਾ ਨਿਊਜ਼ਪੇਪਰ ਦੇ ਉੱਤੇ ਇੱਕ ਬੇਸਿਕ ਫੈਸਿਲਿਟੀ ਦੀਆਂ ਜਿਹੜੀਆਂ ਟੈਸਟ ਦੀਆਂ ਚੈੱਕਅਪ ਕਰਨ ਵਾਸਤੇ ਤੁਹਾਡੀਆਂ ਮਸ਼ੀਨਸ ਅਵੇਲੇਬਲ ਨਹੀਂ ਹੈਗੀਆਂ, ਔਰ ਤੁਸੀਂ ਵੱਡੀਆਂ ਵੱਡੀਆਂ ਹੈਡਲਾਈਨਸ ਦੇ ਰਹੇ ਹੋ। ਹੁਣ ਮਹਿੰਗੇ ਖਰਚੇ, ਮਹਿੰਗੇ ਜਿਹੜੇ ਹੋਣਗੇ ਜਿਨ੍ਹਾਂ ਦਾ ਇਲਾਜ, ਉਹ ਹੋਣਗੇ ਹੁਣ ਬੰਦ, ਕਿਉਂਕਿ ਉੱਥੇ ਤੁਸੀਂ ਸਾਰੀਆਂ ਫੈਸਿਲਿਟੀਆਂ ਦੇ ਦਿੱਤੀਆਂ। ਐਨਸਥੈਟਿਕ ਤੁਹਾਡੇ ਕੋਲ ਨਹੀਂ ਹੈਗਾ ਉੱਥੇ। ਤੇ ਜੇ ਗੱਲ ਕਰੀਏ ਅਸੀਂ ਪ੍ਰੋਪਰ ਮੈਨੇਜਮੈਂਟ ਦੀ, ਰੀਸੈਂਟਲੀ ਮੈਨੂੰ ਪਿਛਲੀ ਡਿਬੇਟ ਦੇ ਵਿੱਚ ਵੀ ਪਤਾ ਲੱਗਿਆ ਸੀਗਾ ਕਿ ਜਲੰਧਰ ਦੇ ਵਿੱਚ ਇੱਕ ਡੈਥ ਕੇਸ ਵੀ ਸੁਣਨ ਨੂੰ ਦੇਖਣ ਨੂੰ ਮਿਲ ਗਿਆ, ਤੁਹਾਡਾ ਸਟਾਫ ਹੀ ਭੱਜ ਗਿਆ ਉੱਥੋਂ ਦੀ। ਕੀ ਗੱਲਾਂ ਕਰ ਰਹੇ ਹੋ? ਹਜੇ ਤਾਂ ਕੁਝ ਕੀਤਾ ਹੀ ਨਹੀਂ ਤੁਸੀਂ, ਦਾਅਵੇ ਤਾਂ ਬੜੀ ਦੂਰ ਦੀ ਗੱਲ ਹੈ। ਔਰ ਰਹੀ ਗੱਲ ਪੰਜਾਬ ਸਰਕਾਰ ਨੂੰ ਸੰਭਾਲਣ ਦੀ, ਕੋਈ ਵੀ ਐਸਾ ਕੰਮ ਨਹੀਂ ਹੈ ਜਿਹੜਾ ਤੁਸੀਂ ਸਿਰੇ ਚਾੜਿਆ ਹੋਏ। ਇੰਪਲੀਮੈਂਟ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ, ਰਿਜ਼ਲਟ ਉਹ ਚੋਂ ਕੋਈ ਨਹੀਂ ਨਿਕਲਿਆ। ਚਾਹੇ ਉਹ ਮਾਈਨਿੰਗ ਦੀ ਗੱਲ ਕਰੀਏ ਜਾਂ ਲੈਂਡ ਮਾਫੀਆ ਦੀ ਗੱਲ ਕਰੀਏ, ਅੱਜ ਵੀ ਤੁਹਾਡੇ ਮਿਨਿਸਟਰ ਜਿਹੜੇ ਨੇ ਕੰਮ ਕਰਦੇ ਕੋਈ ਨਜ਼ਰ ਆ ਨਹੀਂ ਰਹੇ। ਮਾਫੀਆ ਤੁਹਾਡੇ ਤੇ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ ਤੇ ਮਾਫੀਆ ਤੁਹਾਡੇ ਨਾਲ ਰਲ ਕੇ ਕੰਮ ਕਰ ਰਿਹਾ ਹੈ। ਚਾਹੇ ਕੋਈ ਵੀ ਜ਼ਿਲ੍ਹਾ ਲੈ ਲਓ, ਪਾਲਿਸੀਜ਼ ਅੱਜ ਵੀ ਤੁਸੀਂ ਕਾਂਗਰਸ ਦੀ ਅਡਾਪਟ ਕਰਕੇ ਚੱਲ ਰਹੇ ਹੋ, ਜ਼ਬਰਦਸਤੀ ਤੁਸੀਂ ਹੁਣ ਬੰਦ ਕਰਾਣੀ ਪਈ ਕਿਉਂਕਿ ਤੁਹਾਨੂੰ ਸ਼ੋ ਕਾਜ਼ ਨੋਟਿਸ ਮਿਲ ਗਿਆ। ਸੋ ਇਹਦੇ ਚ ਤੁਹਾਡੇ ਚ ਤੇ ਬਾਕੀ ਸਰਕਾਰਾਂ ਦੇ ਵਿੱਚ ਕੋਈ ਵੱਖਰਾ ਤੁਸੀਂ ਹਜੇ ਤੱਕ ਕੁਛ ਨਹੀਂ ਕਰਕੇ ਦੱਸਿਆ। ਫਿਰ ਤੋਂ ਤੁਹਾਨੂੰ ਟਾਈਮ ਦੇ ਰਹੇ ਆ, ਦਿਆਂਗੇ ਵੀ, ਓਪੋਜੀਸ਼ਨ ਵਾਲੇ ਵੀ ਬੈਠੇ ਆ ਕਿ 5 ਮਹੀਨਿਆਂ ਵਿੱਚ ਜੋ ਤੁਸੀਂ ਦਾਅਵੇ ਕੀਤੇ ਸਾਡੀਆਂ ਸਰਕਾਰਾਂ ਨਾਲ ਜਾਂ ਬਾਕੀਆਂ ਸਰਕਾਰਾਂ ਨਾਲ 10 ਸਾਲ 5 ਸਾਲ ਬਾਅਦ ਕੁਛ ਏਦਾਂ ਦੇ ਕਾਜ਼ਸ ਦੇਖਣ ਨੂੰ ਮਿਲੇ ਹੋਣਗੇ। ਤੁਹਾਡੀ ਪਾਰਟੀ ਨੂੰ ਤਾਂ 3 ਮਹੀਨਿਆਂ 'ਚ ਹੀ ਰਿਜ਼ਲਟ ਦੇ ਦਿੱਤਾ। ਜਿੱਥੇ ਤੁਹਾਡੀ ਪਾਰਟੀ ਇੱਕ ਉਜਾਗਰ ਹੋਈ ਸੀ ਸੰਗਰੂਰ ਹਲਕੇ ਦੇ ਵਿੱਚ, ਤੁਹਾਡੇ ਸੀਐਮ ਦੇ ਹਲਕੇ ਦੇ ਵਿੱਚ ਤੁਹਾਡੀ ਪੰਜਾਬ ਨੇ ਇੱਕ ਵੱਡੇ ਫਤਵੇ ਦੇ ਨਾਲ ਇੱਕ ਆਮ ਬੰਦੇ ਨੂੰ ਜਿਤਾ ਕੇ ਅੱਗੇ ਲੈ ਕੇ ਆਂਦਾ। ਜੇ ਤੁਸੀਂ ਤਾਂ ਦਾਅਵੇ ਕਰਦੇ ਰਹੇ ਕਿ ਸਾਡੀ ਪਾਰਟੀ ਦੀ ਜਿਹੜੀ ਜੜ ਹੈਗੀ ਹੈ ਸੰਗਰੂਰ ਦੇ ਵਿੱਚ ਹੈਗੀ ਹੈ, ਇਹ ਪਾਰਟੀ ਹਰ ਕਿਤੋਂ ਹਾਰ ਸਕਦੀ ਹੈ ਪਰ ਸੰਗਰੂਰ ਹਲਕੇ 'ਚੋਂ ਕਦੀ ਨਹੀਂ ਹਾਰ ਸਕਦੀ। ਇਹ ਦਾਅਵੇ ਨੇ, ਲੋਕੀ ਦੇਖ ਰਹੇ ਤੁਹਾਨੂੰ, ਤੁਸੀਂ ਕਹਿ ਰਹੇ ਹੋ ਲੋਕੀ ਦੇਖ ਰਹੇ ਨੇ, ਸਭ ਕੁਝ ਦੇਖ ਰਹੇ ਹਾਂ, ਅਸੀਂ ਵੀ ਦੇਖ ਰਹੇ ਹਾਂ। ਤੁਸੀਂ ਜਿਸ ਤਰ੍ਹਾਂ ਪਾਰਟੀਆਂ ਦੇ ਵਰਕਰਾਂ ਦੇ ਨਾਲ ਸਟਾਰਟਿੰਗ 'ਚ ਧੱਕਾ ਕਰਦੇ ਆਏ ਹੋ, ਅੱਜ ਤੁਸੀਂ ਪੰਜਾਬ ਦੇ ਲੋਕਾਂ ਨਾਲ ਵੀ ਧੱਕਾ ਕਰੋ। ਰਹੀ ਗੱਲ ਛੋਟੇ-ਮੋਟੇ ਚੀਜ਼ਾਂ ਅੱਗੇ ਲੈ ਕੇ ਆਂਦੀ, ਪ੍ਰੂਫ ਕਰੋ। ਅਸੀਂ ਕਹਿੰਦੇ ਅਸੀਂ ਤੁਹਾਡਾ ਸਾਥ ਦਿਆਂਗੇ, ਪ੍ਰੂਫ ਕਰੋ, ਗੱਲਾਂ ਨਾ ਕਰੋ, ਐਡਵਰਟਾਈਜ਼ਮੈਂਟਾਂ ਨਾ ਛਾਪੋ, ਕੰਮ ਕਰਕੇ ਦਿਖਾਓ ਲੋਕਾਂ ਨੂੰ। ਲੋਕਾਂ ਦਾ ਪੈਸਾ ਇਸ ਜਗ੍ਹਾ ਤੇ ਨਾ ਖਰਾਬ ਕਰੋ ਤਾਂ ਕਿ ਹਵਾਈ ਝੂਟੇ ਲੈ ਕੇ, ਪਹਿਲੇ ਤੁਸੀਂ ਚੰਨੀ ਸਾਹਿਬ ਹਵਾਈ ਝੂਟੇ ਲੈਂਦੇ ਨੇ, ਹੁਣ ਤੁਹਾਡੇ ਹੀ ਸੀਐਮ ਕਹਿੰਦੇ ਨੇ ਕਿ ਮੈਂ ਝੂਟਾ ਲੈ ਰਿਹਾ ਤਾਂ ਮੈਨੂੰ ਝੂਟਾ ਲੈਣ ਤੋਂ ਮਨਾ ਕਿਉਂ ਕਰ ਰਹੇ ਹੋ? ਮੈਂ ਤੇ ਲਵਾਂਗਾ ਝੂਟਾ, ਔਰ ਝੂਟੇ ਦੇ ਮੈਂ ਕੋਈ ਇਹ ਨਹੀਂ ਦੱਸਦਾ ਮੈਂ ਝੂਟੇ ਲੈ ਕੇ ਕਿੱਧਰ ਜਾ ਰਿਹਾ।
ਔਰ ਇਹ ਗੱਲ ਬੜੀਆਂ ਅਜੀਬ ਲੱਗਦੀਆਂ ਨੇ ਜਦੋਂ ਆਪਣੇ ਤੇ ਹੁਣ ਤੁਹਾਡੇ ਤੇ ਪਈ ਹੈ, ਤੁਹਾਡੇ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਅਸੀਂ ਤੇ ਕਹਿ ਰਹੇ ਹਾਂ ਜਿਹੜੇ ਐਕਸ ਰਿਸਪੌਂਸਿਬਲ ਬੰਦੇ ਸੀਗੇ, ਅੱਜ ਦੀ ਜਿਹੜੀ ਡਿਬੇਟ ਹੈ ਉਹਦੇ ਤੇ ਤੁਸੀਂ ਕਾਰਵਾਈ ਕਰੋ, ਕਾਰਵਾਈ ਕਰਕੇ ਆਰਟੀਆਈ ਦੀ ਰਿਪੋਰਟ ਵਿੱਚ ਲੈ ਕੇ ਸਾਬਿਤ ਜਨਤਕ ਕਰਿਓ, ਜਿਹਦੇ ਵਿੱਚ ਤੁਹਾਡੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਕਿੰਨੇ ਜਿਹੜੇ ਕਾਂਗਰਸੀ ਆਏ ਨੇ, ਉਹਨਾਂ ਨੂੰ ਵੀ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਨਾ ਹੋਏ ਕਿ ਬੀਜੇਪੀ ਦੇ ਬੰਦੇ ਤੇ ਕਾਰਵਾਈ ਨਾ ਹੋਏ, ਤੁਹਾਡੇ ਰਾਜ ਸਭਾ ਮੈਂਬਰ ਤੇ ਕੋਈ ਕਾਰਵਾਈ ਨਾ ਹੋਏ। ਪਹਿਲੇ ਉਹ 150 ਏਕੜ ਦੀ ਜ਼ਮੀਨ ਛਡਾਓ, ਫਿਰ ਵਾਕਈ ਲੱਗੇ ਤੁਹਾਡੀ ਸਰਕਾਰ ਨੇ ਕੁਝ ਕੀਤਾ ਹੈ। ਜੀ ਜਸਵੀਰ ਜੀ, ਇੱਕ ਹੁਣ ਬਰੀਫ ਦੇ ਵਿੱਚ ਦਾ ਜਵਾਬ ਦੇ ਦਿਓ, ਫਿਰ ਆਪਾਂ ਇੱਕ ਇੱਕ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤੋਂ ਵੀ ਲਵਾਂਗੇ। ਮੇਰੀ ਭੈਣ ਟੀਨਾ ਨੇ ਬੜੇ ਗੱਲਾਂ ਕੀਤੀਆਂ। ਜੇ ਤੁਸੀਂ ਇੰਨੇ ਹੀ ਸਾਫ਼ ਸੁਥਰੇ ਸੀ, ਅੱਜ ਤੱਕ ਚੰਨੀ ਸਾਹਿਬ ਪੰਜਾਬ ਨਹੀਂ ਵੜ ਰਹੇ, ਠੀਕ ਆ। ਇਹ ਪਹਿਲਾਂ ਤੁਸੀਂ ਆਪਣੇ ਅੰਦਰ ਜਾਤੀ ਮਾਰੋ, ਜੋ ਤੁਸੀਂ ਕੀਤਾ। ਜੇ ਤੁਹਾਡੇ ਮੰਤਰੀ ਫੜ ਹੋਏ ਆ ਘੁਟਾਲਿਆਂ ਦੇ, ਤੁਹਾਡੀ ਤਾਂ ਸਰਕਾਰ ਹੀ ਘੁਟਾਲਿਆਂ ਦੀ ਬਣ ਗਈ ਸੀ। ਸਾਡੀ ਸਰਕਾਰ, ਸਾਡੀ ਪਾਰਟੀ ਆਪਣੇ ਮੰਤਰੀਆਂ ਦੀ ਹਮਾਇਤ ਨਹੀਂ ਕਰਦੀ। ਤੁਸੀਂ ਤਾਂ ਚੋਰਾਂ ਦੇ ਪਿੱਛੇ ਖੜ ਜਾਂਦੇ ਧਰਨਾ ਲਾਉਣ। ਤੁਸੀਂ ਤਾਂ, ਤੁਹਾਡੀ ਪਾਰਟੀ ਦਾ ਰਿਕਾਰਡ ਹੈ ਜਿਹਨੇ ਇੰਨਾ ਘੁਟਾਲਾ ਕੀਤਾ, ਜਦੋਂ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਤੁਸੀਂ ਉਹਨਾਂ ਦੀ ਹਮਾਇਤਾਂ 'ਚ ਆ ਕੇ ਬਹਿੰਦੇ ਹੋ। ਤੁਸੀਂ ਪਹਿਲਾਂ ਆਪਣੇ ਆਪ ਨੂੰ ਸਹੀ ਕਰੋ, ਫਿਰ ਸਾਨੂੰ ਕਹੋ। ਅਸੀਂ ਜੋ ਕਰ ਰਹੇ ਆ ਲੋਕ ਦੇਖ ਰਹੇ ਆ। ਜੇ ਅਸੀਂ ਮਾੜਾ ਕਰਾਂਗੇ ਲੋਕ ਭਾਈ ਮਾੜਾ ਨਤੀਜਾ ਦੇਣਗੇ, ਜੇ ਚੰਗਾ ਕਰ ਜਾਵਾਂਗੇ ਚੰਗਾ। ਪਰ ਅੱਜ ਤੱਕ ਜੋ ਅਸੀਂ ਕੀਤਾ, ਸਭ ਤੋਂ ਜ਼ਿਆਦਾ ਰਾਜ ਭਾਗ ਤੁਸੀਂ ਭੋਗਿਆ। ਸਭ ਤੋਂ ਜ਼ਿਆਦਾ ਅਕਾਲੀ ਦਲ ਬੀਜੇਪੀ ਤਾਂ ਤੁਹਾਡੀ ਸਰਕਾਰ ਰਹੀ ਆ। ਔਰ ਅਸੀਂ ਡਿਬੇਟ ਦੇਖਦੇ ਰਹੇ ਆ। ਤੁਸੀਂ ਇੱਕ ਦੂਜੇ ਤੇ ਐਲੀਗੇਸ਼ਨ, ਕਦੀ ਉਹ ਖਾ ਗਿਆ ਕਦੀ ਉਹ ਖਾ ਗਿਆ, ਠੀਕ ਹੈ ਨਾ। ਜਿੰਨਾ ਕਿ ਤੁਸੀਂ ਕਾਂਗਰਸ ਨੇ ਔਰ ਦੋਨੇ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਇਹਨਾਂ ਤਾਂ ਕਿਸੇ ਨੇ ਕੀਤਾ ਨਹੀਂ। ਅੱਜ ਲੋਕ ਕਹਿੰਦੇ ਹੁੰਦੇ ਸੀ ਇਹਦੇ ਨਾਲੋਂ ਗੋਰਿਆਂ ਦੀ ਸਰਕਾਰ ਚੰਗੀ ਸੀ। ਕਿਉਂ? ਤੁਸੀਂ ਬੇੜਾ ਗਰਕ ਕਰਨੇ ਤੇ ਪੰਜਾਬ ਦਾ ਕੋਈ ਕਸਰ ਨਹੀਂ ਛੱਡੀ। ਔਰ ਤੁਸੀਂ ਵਜ਼ੀਫੇ, ਗਰੀਬ ਲੋਕਾਂ ਦੇ ਵਜ਼ੀਫੇ ਖਾ ਗਏ। ਤੁਹਾਡੇ 'ਚ ਤਾਂ ਇਹ ਹਿੰਮਤ ਨਹੀਂ ਅਸੀਂ ਗਲਤ ਨੂੰ ਗਲਤ ਕਹਿ ਦਈਏ। ਦੇਖੋ ਹੁਣ ਸਵਾਲ ਅਕਾਲੀ ਦਲ ਔਰ ਬੀਜੇਪੀ ਦੀ ਭਾਈਵਾਲ ਸਰਕਾਰ ਤੇ ਵੀ ਉੱਠੇ ਆ, ਜੋ ਜਸਵੀਰ ਜੀ ਨੇ ਆਰੋਪ ਲਾਏ ਆ ਕਿ ਉਹਨਾਂ ਨੇ ਵੀ ਆਪਣੇ ਜਿਹੜੇ ਵੀ ਕਰਪਸ਼ਨ ਦੇ ਵਿੱਚ ਲੋਕ ਸ਼ਾਮਿਲ ਰਹੇ ਆ, ਉਹਨਾਂ ਤੇ ਆਪਦੇ ਲੋਕਾਂ ਤੇ ਕਾਰਵਾਈ ਨਹੀਂ ਕੀਤੀ। ਅਮਨਦੀਪ ਜੀ, ਮੈਂ ਇੱਕ ਗੱਲ ਦੱਸਣ ਲੱਗਾ ਜੀ। ਮੈਂ ਵਿਧਾਨ ਸਭਾ ਦੀ ਕਮੇਟੀ ਦਾ ਮੈਂਬਰ ਆ। ਸਾਡੇ ਕੋਲ 2016 ਦੀਆਂ 2019 ਦੀਆਂ ਫਾਈਲਾਂ ਆ ਰਹੀਆਂ ਅੱਜ। ਅਸੀਂ ਉਹਨਾਂ ਨੂੰ ਪੁੱਛਿਆ ਕਾਰਨ ਕੀ, ਕਹਿੰਦੇ ਜੀ ਉਹ ਤਾਂ ਆਉਂਦੇ ਸੀ ਇੱਥੋਂ ਚਾਹ ਪੀ ਕੇ ਤੁਰ ਜਾਂਦਾ ਸੀ, ਫਾਈਲਾਂ ਵੱਲ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਇਹਨੇ ਲੋਕਾਂ ਦਾ ਭਲਾ ਕੀ ਕਰਨਾ ਸੀ? ਇਹਨੀ ਸੇਵਾ ਕੀਤੀ ਸਿਰਫ ਆਪਣੇ ਘਰ ਲਈ, ਆਪਣੇ ਘਰ ਨੂੰ ਬੜਾਵਾ ਦਿੱਤੇ। ਬਾਕੀ ਅਫਸਰਾਂ ਦੀ ਗੱਲ ਰਹੀ ਆ, ਅਸੀਂ ਭੈਣ ਭਰਾਵਾਂ ਨੂੰ ਜੋਬਾਂ ਤੇ ਨਹੀਂ ਲਾਇਆ। ਪੰਜਾਬ ਦੇ ਵਿੱਚ 90% ਲੋਕ SSP IPS ਲਾਏ ਆ। ਤੁਹਾਡੇ ਵਾਂਗੂ ਅਸੀਂ ਰਿਸ਼ਤੇਦਾਰੀਆਂ ਨਹੀਂ ਪਾਲੀਆਂ ਜਾਂ ਭੈਣ ਭਰਾਵਾਂ ਨੂੰ ਨਹੀਂ ਜੋਬਾਂ ਦਿੱਤੀਆਂ। ਜਸਵੀਰ ਜੀ, ਉਹ ਗਰੀਬ ਲੋਕਾਂ ਨੂੰ ਅੱਗੇ ਲਿਆਵਾਂਗੇ। ਔਰ ਤੁਹਾਨੂੰ ਜਸਵੀਰ ਜੀ, ਤੁਹਾਡੇ ਸਵਾਲਾਂ ਦੇ ਜਵਾਬ ਲੈ ਲੈਣੇ ਆ ਆਪਾਂ, ਤੁਹਾਡੇ ਸਵਾਲਾਂ ਦੇ ਜਵਾਬ ਲੈ ਲੈਣੇ ਆ। ਸ਼੍ਰੋਮਣੀ ਅਕਾਲੀ ਦਲ ਤੋਂ ਮਠਾਰੂ ਸਾਹਿਬ, ਤੁਸੀਂ ਮੈਨੂੰ ਦੱਸੋ ਕਿ ਜੋ ਆਰੋਪ ਇਹ ਲਾ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦਾ ਕੰਮ ਹੀ ਨਹੀਂ ਹੋਇਆ, ਕਿ ਉਹਨਾਂ ਨੇ ਫਾਈਲਾਂ ਹੀ ਨਹੀਂ ਦੇਖੀਆਂ, ਚਾਹ ਪੀ ਕੇ ਤੁਰ ਗਏ। ਰਿਕਾਰਡ ਹੈ ਜੀ, ਇਹੋ ਮੈਂ ਕੋਈ ਕਹਿ ਨਹੀਂ ਰਿਹਾ। 2016 ਦੀਆਂ ਸਾਤੋਂ ਫਾਈਲਾਂ ਆ ਰਹੀਆਂ, 2019 ਦੀਆਂ। ਸੁਣ ਲਓ। ਮੈਂ ਅੱਜ ਆਪਣਾ ਇਸ਼ੂ ਕੀ ਹੈ? ਕਰਪਸ਼ਨ। ਭੈਣ ਜੀ ਇੱਕ ਮਿੰਟ, ਅੱਜ ਆਪਣਾ ਇਸ਼ੂ ਕੀ ਹੈ? ਕਰਪਸ਼ਨ ਦੀ ਗੱਲ ਕਰ ਰਹੇ ਆ 5 ਮਹੀਨਿਆਂ ਬਾਅਦ ਜੀ। ਔਰ ਅੱਜ ਤੋਂ 2-3 ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹਿਮਾਚਲ ਦੇ ਵਿੱਚ ਕਿਹਾ, भगवंत मान ने 10 दिन में को खत्म कर दिया जड़ से पंजाब में से। फिर हरियाणा च जाके भगवंत ने 15 दिन में करप्शन खत्म कर दिया। ते फिर भाई अज आपां करप्शन ते ये टॉपिक ते गल्लां क्यों करी जाने आ? अज वो लुट के इन्हां नूं ना, मैं एक गल दी बड़ी हैरानी हुंदी है, इन्हां नूं ऐ लगदा अज रजिस्ट्रियां वेले तहसीलदार पैसे नहीं ले रहे। सुन लो, ले रहे हैं। आ जाओ भाजी, चलो जसवीर जी सुन लेने। एक मिनट जी, मैं तुहाडा चैनल ते बैठ के करदा डिबेट। एक बंदा भी करप्शन दे विच फड़ा दो और कार्रवाई ना हुई तो मुड़ के डिबेट ते नहीं आऊंगा जी। इस्तीफा दूंगा आम आदमी पार्टी तो। प्रूफ दिओ, गल्लां ना करो। अब भैन मेरी भी आ, प्रूफ दिओ। जे तुसीं प्रूफ दिओ, गल्लां ना करो। जे करप्शन हुंदी दसो, ना कार्रवाई हुई तो कहो। ਤੁਹਾਡੇ ਤਾਂ ਅਸੀਂ ਦੱਸਦੇ ਰਹੇ। ਚਲੋ ਜਸਵੀਰ ਜੀ, ਆਪਾਂ ਸੁਣ ਲਈਏ। ਪਹਿਲਾਂ ਕਹਿਣਾ ਨਹੀਂ ਚਾਹ ਰਹੇ, ਹੋ ਸਕਦਾ ਉਹਨਾਂ ਕੋਲ ਸਬੂਤ ਹੋਵੇ, ਕੋਈ ਹੋ ਸਕਦਾ ਉਹਨਾਂ ਕੋਲ ਸਬੂਤ ਹੋਵੇ, ਆਪਾਂ ਸੁਣ ਲੈਂਦੇ ਪਹਿਲਾਂ। ਤੁਸੀਂ ਮੇਰੇ ਕੋਲੇ ਮਾਨਸਾ ਆਇਓ, ਕਿਹੜੇ ਡਿਪਾਰਟਮੈਂਟ ਨੂੰ ਪੈਸੇ ਦੇਣੇ ਹੋਏ ਤੁਸੀਂ ਨਾਲ ਚਲੇ ਜਾਇਓ, ਮੈਂ ਦਵਾ ਦਿੰਦਾ।
ਕਿਉਂ ਐਵੇਂ ਕਿਉਂ ਆਪਾਂ ਇੱਥੇ ਸ਼ੇਖੀਆਂ ਮਾਰੀਆਂ ਨੇ ਕਿਉਂ ਸ਼ੇਖੀਆਂ ਉਹਨਾਂ ਨੂੰ ਮਾਰੀਆਂ ਪਤਾ ਤੁਸੀਂ ਦਿੰਦੇ ਰਹੇ ਹੋ ਰਸਤਿਆਂ ਦਾ, ਤੁਹਾਨੂੰ ਪਤਾ। ਅਸੀਂ ਤਾਂ ਕਹਿੰਦੇ ਫੜਾਓ ਪੈਸੇ, ਅਸੀਂ ਦਿੰਨੇ, ਸਾਡੇ ਤੋਂ ਲੈ ਕੇ ਦਿਓ, ਹਿੰਮਤ ਕਰੋ। ਚਲੋ ਤੁਸੀਂ ਇਸ ਅਸਤੀਫਾ ਦੇਣ ਵਾਲੀ ਗੱਲ ਨਾ ਕਰੋ ਐਵੇਂ, ਤੁਸੀਂ ਇਹਨਾਂ ਗੱਲਾਂ ਤੁਹਾਨੂੰ ਪਤਾ। ਮੈਂ ਦੇਖੋ ਜ਼ਿੰਮੇਵਾਰੀ ਨਾਲ ਪਾਰਟੀ ਵੱਲੋਂ ਕਹਿ ਰਿਹਾ, ਅਗਰ ਤੁਸੀਂ ਕੋਈ ਬੰਦਾ ਫੜਾਓ, ਹਿੰਮਤ ਕਰੋ। ਚੋਰੀਆਂ ਤਾਂ ਤੁਸੀਂ ਕਰਾ ਰਹੇ ਹੋ, ਅੱਗੇ ਪੈਸੇ ਦੇ ਰਹੇ, ਜੇ ਤੁਹਾਨੂੰ ਪਤਾ ਤੁਸੀਂ ਜਾਣੇ ਤਾਂ ਕਿਉਂ ਨਹੀਂ ਕਰ ਰਹੇ? ਆਪਾਂ ਪਹਿਲਾਂ ਗੱਲ ਪੂਰੀ ਹੋ ਗਈ, ਸਮਾਂ ਆਪਣੇ ਕੋਲ ਘੱਟ ਹੈ, ਸਮਾਂ ਘੱਟ ਹੈ ਆਪਣੇ ਕੋਲ, ਆਪਾਂ ਸਾਰਿਆਂ ਤੋਂ ਇੱਕ ਇੱਕ ਸਵਾਲ ਲੈ ਲੈਂਦੇ ਹਾਂ। ਅਗਲੇ ਦੀ ਵੀ ਸੁਣਨੀ ਹੁੰਦੀ ਆ, ਅਸਤੀਫੇ ਦੇਣ ਵਾਲੀਆਂ ਗੱਲਾਂ, ਮਾਫੀਆਂ ਮੰਗਣ ਵਾਲੀਆਂ ਗੱਲਾਂ, ਇਹ ਤਾਂ ਤੁਹਾਡੀਆਂ ਆਮ ਹੈ। ਇਹਨਾਂ ਗੱਲਾਂ ਨੂੰ ਰਹਿਣ ਤੋਂ ਬਾਅਦ ਤੁਸੀਂ ਮਾਫੀ ਮੰਗ ਲੈਣੀ, ਕਿਉਂਕਿ 10 ਬੰਦੇ ਦਾ ਮੰਤਰੀ ਤੁਹਾਡੇ ਅਰਵਿੰਦ ਕੇਜਰੀਵਾਲ ਤੋਂ ਲੱਗੇ, ਹਰੇਕ ਬੰਦਾ ਮਾਫੀ ਮੰਗ ਲੈਂਦਾ। ਇਹਨਾਂ ਗੱਲਾਂ ਨੂੰ ਰਹਿਣ ਦੋ। ਕੱਲ ਅੰਗੁਰਾਲ ਠਾਕਰ ਹੈ ਜਿਹੜਾ ਉਹ ਮਾਫੀ ਮੰਗਿਆ ਏਡੀਸੀ ਸਾਹਿਬ ਤੋਂ। ਇਹ ਗੱਲਾਂ ਤੇ ਕੋਈ ਤੰਤ ਨਹੀਂ ਹੈ ਬਈ ਮੈਂ ਅਹੁਦਾ ਛੱਡ ਦੂੰ। ਅਸਤੀਫਾ ਤਾਂ ਭਗਵੰਤ ਮਾਨ ਨੇ ਵੀ ਦਿੱਤਾ ਸੀ, ਜਦੋਂ ਅਰਵਿੰਦ ਕੇਜਰੀਵਾਲ ਨੇ ਕਹਿੰਦਾ ਮੈਂ ਹੁਣ ਠੋਕਰ ਮਾਰਦਾ ਅਸਤੀਫਾ, ਉਹ ਮਹੀਨੇ ਬਾਅਦ ਦੁਬਾਰਾ ਪ੍ਰਧਾਨ ਬਣ ਗਿਆ। ਇਹ ਗੱਲਾਂ ਨੂੰ ਰਹਿਣ ਦਿਓ, ਤੁਸੀਂ ਆਹ ਸ਼ੇਖੀਆਂ ਨਾ ਮਾਰਿਆ ਕਰੋ। ਜਿਹੜੀ ਗੱਲ ਆਪਾਂ ਕਰਦੇ ਹਾਂ, ਚਲੋ ਆਪਾਂ ਕਰਪਸ਼ਨ ਤੇ ਗੱਲ ਕਰਦੇ ਹਾਂ ਜੀ। ਕਰਪਸ਼ਨ ਤੇ ਗੱਲ ਕਰਦੇ ਹਾਂ, ਜਿਹੜਾ ਮਾਮਲਾ ਹੈ ਅਸਲਾ। ਅਮਨਦੀਪ ਜੀ, ਮੈਂ ਤਾਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸਾਨੂੰ ਦੱਸੋ। ਲੁੱਟ ਕੇ ਖਾ ਗਏ, ਸੁਣ ਲਓ ਇਹ ਦੋ ਗੱਲਾਂ ਮੇਰੀਆਂ। ਲੁੱਟ ਕੇ ਖਾ ਗਏ, 70 ਸਾਲਾਂ ਚ ਲੁੱਟ ਕੇ ਖਾ ਗਏ। ਤੁਸੀਂ ਤਾਂ ਤੁਹਾਡੇ ਚੈਲੰਜ ਤੇ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ, ਕਿਉਂਕਿ ਮਾਫੀ ਮੰਗਣ ਵੱਲ ਮਿੰਟ ਲਾਉਣੇ ਹੋ। ਮੈਂ ਦਾਅਵਾ ਕਰਦਾ ਅਗਰ ਕਿਸੇ ਸ਼੍ਰੋਮਣੀ ਅਕਾਲੀ ਦਲ, ਤੁਸੀਂ ਕਹਿੰਦੇ ਲੁੱਟ ਕੇ ਖਾ ਗਏ, ਕਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਹੈ ਜਿਹੜਾ ਲੁੱਟਣ ਦੇ ਦੋਸ਼ ਦੇ ਵਿੱਚ ਕਾਂਗਰਸ ਨੇ ਅੰਦਰ ਕੀਤਾ, ਔਰ ਕਿਹੜਾ ਤੁਸੀਂ ਕੀਤਾ 5 ਮਹੀਨਿਆਂ ਦੇ ਵਿੱਚ? ਤੇ ਤੁਹਾਨੂੰ ਤਾਂ ਪਤਾ ਹੀ ਆ ਵੀ ਕੌਣ ਲੁੱਟ ਕੇ ਖਾ ਗਿਆ। ਅੰਦਰ ਕਿਉਂ ਨਹੀਂ ਕਰਦੇ ਫੜ ਕੇ? ਐਵੇਂ ਝੂਠੀਆਂ ਗੱਲਾਂ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਹੋ। ਲੁੱਟ ਕੇ ਖਾ ਕੇ ਤਾਂ ਅੰਦਰ ਕਰੋ। ਅਸੀਂ ਕਦੋਂ ਕਿਹਾ ਵੀ ਕਰਪਟ ਬੰਦੇ ਨੂੰ ਛੱਡੋ? ਜਿਹੜੇ ਬੰਦੇ ਨੇ ਕਰਪਸ਼ਨ ਕੀਤੀ ਹੈ, ਚਾਹੇ ਅਕਾਲੀ ਦਲ ਦਾ, ਬੀਜੇਪੀ ਦਾ, ਕਾਂਗਰਸ ਦਾ, ਤੁਸੀਂ ਕਹੀ ਜਾਓ ਸਾਡੇ ਕੋਲ ਫਾਈਲਾਂ ਨੇ, ਤੇ ਫਿਰ ਤੁਹਾਡੀਆਂ ਫਾਈਲਾਂ ਕਰਦੀਆਂ ਕੀ ਨੇ? ਤੁਸੀਂ ਉੱਥੇ ਜਿਹੜੀ ਆਪਣੀ ਇਨਵੈਸਟੀਗੇਸ਼ਨ ਟੀਮ ਹੈ ਭੇਜ ਕੇ ਬੰਦੇ ਨੂੰ ਅਰੈਸਟ ਕਰੋ, ਅੰਦਰ ਕਰੋ। ਇੱਥੇ ਐਵੇਂ ਚੈਨਲਾਂ ਤੇ ਬਹਿ ਕੇ ਸਾਡੇ ਕੋਲੇ ਫਾਈਲਾਂ ਨੇ। ਉਧਰੋਂ ਤੁਹਾਡਾ ਮੰਤਰੀ ਉਹ ਜਿਹੜਾ ਧਾਲੀਵਾਲ ਹੈ, 1200 ਕਿੱਲਾ ਕਹਿੰਦਾ ਮੁੱਖ ਮੰਤਰੀ ਸਾਹਿਬ ਨੇ ਜ਼ਮੀਨ ਦਾ ਛਡਾ ਲਿਆ। ਅਗਲੇ ਦਿਨ ਹਾਈ ਕੋਰਟ ਨੇ ਸਟੇ ਕਰਤਾ, ਫਿਰ ਇੱਕ 450 ਕਿੱਲਾ ਛਡਾ ਲਿਆ। ਅਗਲੇ ਦਿਨ ਉਹ ਹਾਈ ਕੋਰਟ ਨੇ ਫਿਰ ਸਟੇ ਕਰਕੇ ਕਹਿੰਦੇ ਉਹੀ ਕਬਜ਼ਾ ਬਹਾਲ ਕਰੋ। ਐਵੇਂ ਝੂਠੀਆਂ ਫੁਕਰੀਆਂ ਮਾਰਨ ਵਾਸਤੇ ਤੁਰੇ ਫਿਰਦੇ ਆ। ਜੇ ਕੋਈ ਲੀਗਲ ਹੈਗੀ ਗੱਲ ਤਾਂ ਗੱਲ ਕਰਿਆ ਕਰੋ। ਤੁਹਾਡੇ ਕੋਲੇ ਕੀ ਰਾਈਟ ਹੈ ਮੁੱਖ ਮੰਤਰੀ ਲਵੇ, ਤੇ ਕੀ ਰਾਈਟ ਹੈ ਮੰਤਰੀ ਲਵੇ ਉੱਥੇ ਪੋਜੈਸ਼ਨ ਲੈਣ ਦਾ, ਕਿਤੇ ਕਬਜ਼ਾ ਲੈਣ ਦਾ? ਇੱਕ ਗੁੰਡਾ ਰਾਜ ਥੋੜੋ ਆ। ਤੁਸੀਂ ਆਪਣਾ ਪ੍ਰਸ਼ਾਸਨ ਭੇਜੋ, ਥਰੂ ਪ੍ਰੋਸੈਸ, ਥਰੂ ਲਾਅ ਐਂਡ ਆਰਡਰ ਵੀ ਕੋਈ ਸਥਿਤੀ ਹੈ, ਲਾ ਦੇ ਮੁਤਾਬਕ ਜਿਵੇਂ ਤੁਹਾਡਾ ਕਬਜ਼ਾ ਤੁਸੀਂ ਲੈਣਾ ਹੈ, ਕੋਰਟ ਤੋਂ ਆਰਡਰ ਲਓ। ਅਗਰ ਇਲੀਗਲ ਹੈ, ਕੋਰਟ ਨੇ ਕਬਜ਼ਾ ਦਵਾ ਦੇਣਾ। ਦੂਜੇ ਦਿਨ ਤੁਹਾਡਾ ਕਬਜ਼ਾ ਜਿਹੜਾ ਹਾਈ ਕੋਰਟ ਬਹਾਲ ਕਰਾਈ ਜਾਂਦੀ ਹੈ। ਕਿਹੜੀਆਂ ਜ਼ਮੀਨਾਂ ਛੜਾਈਆਂ? ਫਿਰ ਕਰਪਸ਼ਨ ਦੀ ਗੱਲ ਕਰਦੇ ਹੋ। ਤੁਸੀਂ ਕਹਿੰਦੇ ਹੋ ਅਸੀਂ 10,000 ਕਿੱਲਾ ਜ਼ਮੀਨ ਦਾ ਛੜਾ ਲਿਆ, ਤੇ ਉਹਦਾ ਕੀ ਕੀਤਾ? ਕਿਸ ਨੂੰ ਦਿੱਤਾ ਠੇਕੇ ਤੇ? ਉਹ ਕੀ ਵਰਤੋਂ ਦੇ ਵਿੱਚ ਆਇਆ? ਉਹਦਾ ਹੁਣ ਠੇਕਾ ਕੌਣ ਲੈ ਰਿਹਾ? ਉਹਨੂੰ ਬੀਜ ਕੌਣ ਰਿਹਾ? ਉਹਦੇ ਤੇ ਕਾਸਟ ਕੌਣ ਕਰ ਰਿਹਾ? ਹੈਗੀ ਕੋਈ ਤੁਹਾਡੇ ਕੋਲ ਹੈਗਾ ਰਿਕਾਰਡ? ਅੱਜ ਉਹਦਾ ਕਿਹਦਾ ਉਹਦੇ ਤੇ ਕਬਜ਼ਾ ਹੈ? ਇਹ ਵੀ ਜਵਾਬ ਲਵਾਂਗੇ ਸਰ, ਇਹ ਵੀ ਜਵਾਬ ਲਵਾਂਗੇ ਜਸਵੀਰ ਜੀ, ਤੁਹਾਡੇ ਤੱਕ ਆਉਨੇ ਆ, ਇਹ ਜਵਾਬ ਵੀ ਲਵਾਂਗੇ। ਆਪਾਂ ਝੂਠ ਬੋਲੀ ਜਾਂਦੇ, ਕੋਈ ਫਾਇਦਾ ਗਿੱਲ ਸਾਹਿਬ? ਐਵੇਂ ਸਾਡੇ ਸਤਿਕਾਰਯੋਗ, ਅਸੀਂ ਰਿਸਪੈਕਟ ਕਰਦੇ। ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜੋ ਬੋਲੀਓ ਅਸੀਂ ਸੁਣੀ ਜਾਵਾਂਗੇ। ਬਿਲਕੁਲ, ਇਹਦਾ ਜਵਾਬ ਵੀ ਲਵਾਂਗੇ ਆਪਾਂ। ਸਾਹਿਲ ਜੀ, ਮਟਾਰੂ ਜੀ, ਇੱਕ ਜਸਵੀਰ ਜੀ ਤੁਹਾਡੇ ਤੱਕ ਆਉਨੇ ਆ ਆਪਾਂ। ਅਮਨਦੀਪ ਜੀ ਇੱਕ ਮਿੰਟ ਜੀ। ਮਟਾਰੂ ਜੀ, ਮੈਂ ਤੁਹਾਨੂੰ ਟੀਵੀ ਤੇ ਇਹ ਗੱਲ ਕਹਿ ਰਿਹਾ, ਚੈਨਲ ਤੁਸੀਂ ਲੈ ਕੇ ਆਉਣੇ ਆ, ਮੀਡੀਆ ਤੁਸੀਂ ਲੈ ਆਇਓ, ਆ ਜਾਓ, ਜੀ ਆਇਆਂ ਨੂੰ ਮੇਰੇ ਜ਼ਿਲ੍ਹੇ 'ਚ ਆ ਜਾਓ। ਮੈਂ ਤੁਹਾਨੂੰ ਦਿਖਾਉਣਾ ਕਿੰਨੀਆਂ ਪੈਲੀਆਂ ਛਡਾਈਆਂ ਤੇ ਕਿਹਨਾਂ ਤੋਂ ਠੇਕੇ ਤੇ ਕਿੰਨੇ ਨੂੰ ਦਿੱਤੀਆਂ। ਐਵੇਂ ਝੂਠ ਨਾ ਬੋਲੀ ਚਲੋ ਉਦਾਂ ਹੀ। ਚਲੋ ਇਹ ਝੂਠ ਸੱਚ ਦਾ ਨਿਤਾਰਾ ਆਪਾਂ ਅੱਜ ਟੀਵੀ ਤੇ ਨਹੀਂ ਕਰਨਾ। ਦੇਖੋ ਅੱਜ ਦਾ ਤੁਹਾਨੂੰ ਸੇਕ ਲੱਗ ਰਿਹਾ ਉਸ ਗੱਲ ਦਾ, ਤੁਸੀਂ ਸਗੋਂ ਤੇ ਸ਼ਾਬਾਸ਼ ਦਿਓ। ਜਿਹੜੀਆਂ ਤੁਸੀਂ ਇੰਨੇ ਚਿਰ ਦੀਆਂ 90 ਲੋਕਾਂ ਨੇ ਪੈਲੀਆਂ, ਝੂਠ ਸੱਚ ਦਾ ਤੇ ਸੱਚ ਦਾ ਜਿਹੜਾ ਨਿਤਾਰਾ ਹੈ ਉਹ ਟੀਵੀ ਡਿਬੇਟ ਤੁਹਾਡੇ ਕੋਲੋਂ ਕਢਾ ਰਹੇ ਅਸੀਂ। ਜਸਵੀਰ ਜੀ ਇੱਕ ਮਿੰਟ, ਜਿਹੜਾ ਵੀ ਜਸਵੀਰ ਜੀ ਝੂਠ ਤੇ ਸੱਚ ਦਾ ਨਿਤਾਰਾ ਜਿਹੜਾ ਉਹ ਟੀਵੀ ਡਿਬੇਟ ਤੇ ਨਹੀਂ ਹੁੰਦਾ। ਅਸੀਂ ਅੱਜ ਚਰਚਾ ਕਰ ਰਹੇ ਹਾਂ, ਇਸ ਲਈ ਕਿ ਉਹਨਾਂ ਪ੍ਰੋਬਲਮਸ ਦਾ ਹੱਲ ਕੱਢਿਆ ਜਾ ਸਕੇ। ਅਸੀਂ ਇਸ ਲਈ ਗੱਲ ਕਰ ਰਹੇ ਹਾਂ। ਅਸੀਂ ਆਹ ਜ਼ਮੀਨ ਛਡਾ ਕੇ ਇੱਧਰ ਦਿੱਤੀ, ਇੰਨਾ ਮਾਲੀਆ ਉਹ ਅਸੀਂ ਖਜ਼ਾਨੇ 'ਚ ਜਮ੍ਹਾਂ ਕਰਤਾ, ਫਿਰ 10,000 ਕਰੋੜ ਕਰਜ਼ਾ ਕਿ ਤੁਸੀਂ ਆ ਜਾਓ ਟੀਵੀ ਦਾ, ਮੀਡੀਆ ਦੇ ਥਰੂ ਆਓ। ਮੈਂ ਤੁਹਾਨੂੰ ਦੱਸਦਾ, ਮੀਡੀਆ ਦੇ ਥਰੂ ਆਓ। ਮੈਂ ਤੁਹਾਨੂੰ ਟੀਵੀ ਤੋਂ ਇਹ ਚੈਨਲ ਕਰ ਰਿਹਾ। ਤੁਸੀਂ ਰਿਕਾਰਡ ਲੈ ਕੇ ਬੈਠਿਆ ਕਰੋ ਨਾ, ਆਪਣਾ ਸਰਕਾਰੀ ਰਿਕਾਰਡ ਲੈ ਕੇ ਬੈਠਿਆ ਕਰੋ, ਦਿਖਾ ਦਿਆ ਕਰੋ ਇੱਥੇ। ਅਸੀਂ ਛਡਾਈ, ਅਸੀਂ ਪਿੰਡਾਂ ਦੇ ਵਿੱਚੋਂ ਛਡਾਈਆਂ, ਮਾਮਲੇ ਤੇ ਦਿੱਤੀਆਂ, ਬੋਲੀ ਤੇ ਦਿੱਤੀ, ਬੋਲੀ ਕੀਤੀ ਉਹਨਾਂ ਦੀ। ਤੁਹਾਡੇ ਵਾਂਗੂ ਚੇਤੇ ਨੂੰ ਨਹੀਂ ਦਿੱਤੀਆਂ, ਬੋਲੀ ਤੇ ਕਰਕੇ ਦਿੱਤੀ। ਜਸਬੀਰ ਜੀ ਮੈਂ ਮੰਨ ਗਿਆ ਤੁਸੀਂ ਗੱਲ ਕੀਤੀ। ਮੈਂ ਤਾਂ ਕਹਿੰਦਾ ਲੋਕਾਂ ਨੂੰ ਦਿਖਾ ਦਿਓ ਵੀ ਇੰਨੇ ਪੈਸੇ ਆ ਗਏ, ਖਜ਼ਾਨਾ ਇੰਨਾ ਭਰ ਗਿਆ, ਆ ਅਸੀਂ ਦਿੱਤਾ। ਤੁਸੀਂ ਕਹਿੰਦੇ ਨਾ
ਜ਼ੀਰੋ ਟੋਲਰੈਂਸ ਹੈ, ਸਾਡੀ ਪਾਰਦਰਸ਼ੀ ਸਰਕਾਰ ਆ, ਉਹ ਦਿਖਾ ਦਿਓ ਨਾ ਲੋਕਾਂ ਨੂੰ। ਦੂਜੀਆਂ ਤਾਂ ਚੋਰ ਨੇ ਸਾਰੀਆਂ ਪਾਰਟੀਆਂ, ਤੁਸੀਂ ਸਾਧ ਹੋ, ਤੁਸੀਂ ਤਾਂ ਦਿਖਾ ਦਿਓ। ਜਸਬੀਰ ਜੀ ਤੁਹਾਡੇ ਤੋਂ ਜਵਾਬ ਲਵਾਂਗੇ ਇਸ ਚੀਜ਼ ਦਾ, ਤੁਹਾਨੂੰ ਬੋਲਣ ਦਾ ਮੌਕਾ ਮਿਲੂਗਾ। ਆਪਾਂ ਇੱਕ ਸਵਾਲ ਲੈ ਲੈਂਦੇ ਆ ਬੀਜੇਪੀ ਤੋਂ। ਸਾਹਿਲ ਜੀ, ਇਹਨਾਂ ਨੇ ਦਾਅਵਾ ਕੀਤਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਕਰਪਸ਼ਨ ਨੂੰ ਵਧਾਇਆ, ਕਰਪਸ਼ਨ ਨੂੰ ਵਧਾਵਾ ਦਿੱਤਾ ਤੇ ਪਿਛਲੀ ਸਰਕਾਰ ਦੇ ਨਾਲ ਤੁਸੀਂ ਵੀ ਜੁੜੇ ਸੀਗੇ। ਜਿਹੜੀ ਕਾਂਗਰਸ ਤੋਂ ਪਹਿਲਾਂ ਸਰਕਾਰ ਸੀ ਉਹਦੇ ਵਿੱਚ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਤੇ ਉਸ ਦੌਰਾਨ ਵੀ ਇਹਨਾਂ ਨੇ ਦਾਅਵਾ ਕੀਤਾ ਕਿ ਸਿਸਟਮ ਹੀ ਇਹੋ ਜਿਹਾ ਬਣਾਇਆ ਗਿਆ ਕਿ ਸਿਸਟਮ ਦੇ ਜੜ੍ਹਾਂ ਵਿੱਚ ਕਰਪਸ਼ਨ ਬੈਠ ਗਈ, ਉਹ ਅਸੀਂ ਬਾਹਰ ਕੱਢਣ 'ਚ ਲੱਗੇ ਹੋਏ ਹਾਂ। ਇਹ ਇਹਨਾਂ ਦਾ ਦਾਅਵਾ ਹੈ ਤੇ ਟੀਵੀ ਤੇ ਅਸੀਂ ਇਹ ਨਿਤਾਰਾ ਨਹੀਂ ਕਰਦੇ ਕਿ ਕੌਣ ਝੂਠ ਬੋਲ ਰਿਹਾ ਤੇ ਕੌਣ ਸੱਚ ਬੋਲ ਰਿਹਾ। ਇੱਥੇ ਅਸੀਂ ਗੱਲ ਰੱਖਣ ਦਾ ਮੌਕਾ ਦਿੰਦੇ ਹਾਂ ਤਾਂ ਕਿ ਅਸੀਂ ਆਪਣੇ ਲੋਕਾਂ ਨਾਲ ਸੱਚੇ ਹੋ ਸਕੀਏ, ਆਪਣੇ ਲੋਕਾਂ ਦੇ ਲਈ ਅਸੀਂ ਕੁਝ ਕਰ ਸਕੀਏ ਤਾਂ ਕਿ ਲੋਕ ਅਵੇਅਰ ਹੋਣ ਕਿ ਕੀ ਸੱਚ ਹੈ ਕੀ ਝੂਠ ਹੈ। ਇਹ ਤਾਂ ਲੋਕ ਡਿਸਾਈਡ ਕਰਨਗੇ ਤੇ ਜਦੋਂ ਧਰਾਤਲ ਤੇ ਗੱਲਾਂ ਹੋਣਗੀਆਂ, ਜਦੋਂ ਨਤੀਜੇ ਆਉਣਗੇ, ਉਦੋਂ ਇਹ ਡਿਸਾਈਡ ਹੋਊਗਾ। ਸਾਹਿਲ ਜੀ, ਤੁਹਾਡੇ ਤੋਂ ਸਵਾਲ ਹੈ ਵੀ ਕੀ ਤੁਹਾਡੀ ਸਰਕਾਰ ਵੀ ਇਨਵੋਲਵ ਰਹੀ ਐਵੇਂ? ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ ਸਾਹਿਲ ਜੀ ਤੁਹਾਡੀ, ਸੁਣ ਪਾ ਰਹੇ ਹੋ? ਆਵਾਜ਼ ਆ ਰਹੀ ਜੀ ਮੇਰੀ? ਹਾਂਜੀ ਹੁਣ ਆ ਰਹੀ ਹੈ ਜੀ। ਮੈਂ ਕਹਿ ਰਿਹਾ ਸੀ ਜੀ ਕਿ ਮੈਂ ਮੇਰੇ ਖਿਆਲ ਨਾਲ ਉਮਰ 'ਚ ਤਾਂ ਛੋਟਾ ਅਕਾਲੀ ਦਲ ਦੇ ਆਪਣੇ ਪ੍ਰਵਕਤਾ ਜਾਂ ਹੋਰ ਵੀ ਕਾਂਗਰਸ, ਮੈਂ ਹੋਰ ਵੀ ਕਈ ਡਿਬੇਟ ਜਾਣਾ। ਇੱਕ ਚੀਜ਼ ਤੇ ਮੈਨੂੰ ਦੁੱਖ ਵੀ ਹੁੰਦਾ, ਮੈਂ ਗੱਲ ਜਵਾਬ ਦੇਣ ਤੋਂ ਪਹਿਲਾਂ ਛੋਟਾ, ਅਸੀਂ ਸਾਰੇ ਹੀ ਬੜੇ ਜ਼ਿੰਮੇਦਾਰ ਲੋਕ ਹੈ, ਬਟ ਮੈਨੂੰ ਇੱਕ ਬੜਾ ਦੁੱਖ ਹੁੰਦਾ ਜਦੋਂ ਡਿਬੇਟ ਤੇ ਅਸੀਂ ਇੱਕ ਦੂਸਰੇ ਨਾਲ ਬਹਿਸਦੇ ਆ ਨਾ, ਮੈਂ ਸੱਚੀ ਦੱਸਾਂ ਮੇਰਾ ਦਿਲ ਕਰਦਾ ਡਿਬੇਟ ਛੱਡ ਕੇ ਚਲਾ ਜਾਂਦਾ। ਮੈਨੂੰ ਲੱਗਦਾ ਅਸੀਂ ਸਾਰੇ ਜ਼ਿੰਮੇਵਾਰ ਲੋਕ ਹੈ, ਆਪਣੀ ਆਪਣੀ ਪਾਰਟੀ ਦਾ ਪੱਖ ਰੱਖਣ ਆਉਂਦੇ ਆ, ਅਸੀਂ ਬੜੇ ਸਲੀਕੇ ਨਾਲ ਜੇ ਆਪਣੀ ਗੱਲ ਰੱਖੀਏ, ਇੱਕ ਦੂਸਰੇ ਦੇ ਵਿੱਚ ਨਾ ਬੋਲੀਏ, ਔਰ ਸਿਰਫ ਆਪਣੇ ਹੀ ਸਮੇਂ ਤੇ ਆਪਣੀ ਗੱਲ ਰੱਖੀਏ, ਤੇ ਮੈਨੂੰ ਲੱਗਦਾ ਉਹ ਬਹੁਤ ਅੱਛੀ ਗੱਲ ਹੋਊਗੀ। ਆਮ ਆਦਮੀ ਦੇ ਪ੍ਰਵਕਤਾ ਜੀ ਸੀ, ਜਦੋਂ ਬੋਲ ਰਹੇ ਸੀ ਟੀਨਾ ਜੀ ਵਿੱਚ ਬੋਲੇ ਤੇ ਉਹਨਾਂ ਨੇ ਇਹੀ ਗੱਲ ਦੱਸੀ, ਪਰ ਮੈਨੂੰ ਹੈਰਾਨੀ ਹੋਈ ਜਦੋਂ ਸ਼੍ਰੋਮਣੀ ਦਲ ਦੇ ਪ੍ਰਵਕਤਾ ਬੋਲੇ ਤੇ ਉਹ ਆਪ ਵਿੱਚ ਉਹੀ ਬੋਲਣਾ ਸ਼ੁਰੂ ਕਰ ਗਿਆ। ਮੈਨੂੰ ਮੇਰੀ ਇੱਕ ਬੇਨਤੀ ਹੈ, ਹੱਥ ਜੋੜ ਕੇ, ਮੈਂ ਕੋਈ ਇਹ ਟੀਚਰ ਜਾਂ ਟਾਂਚ ਨਹੀਂ ਕਰ ਰਿਹਾ, ਮੈਂ ਕੋਸ਼ਿਸ਼ ਕਰਦਾ ਕਿ ਜਦੋਂ ਵੀ ਡਿਬੇਟ 'ਚ ਜਾਓ, ਮੈਨੂੰ ਲੱਗਦਾ ਕਿ ਆਪਾਂ ਥੋੜੀ ਸਲੀਕੇ ਨਾਲ ਇੱਕ ਦੂਸਰੇ ਨਾਲ ਗੱਲ ਕਰੀਏ, ਪਬਲਿਕ ਦੇਖਦੀ ਹੈ। ਜੇ ਅਸੀਂ ਆਪ ਏਦਾਂ ਸਲੀਕਾ ਕਰਾਂਗੇ ਤੇ ਸਾਡੀ ਪਾਰਟੀ ਦਾ ਜਿਹੜਾ ਆ ਉਹ ਸਹੀ ਜਿਹੜਾ ਆ ਉਹ ਅਕਸ਼ ਨਹੀਂ ਜਾਂਦਾ। ਦੂਸਰੀ ਗੱਲ ਤੁਸੀਂ ਕੀਤੀ ਕਰਪਸ਼ਨ ਦੀ ਜਾਂ ਹੋਰ ਵੀ, ਅਸੀਂ ਮੈਂ ਇੱਕ ਇਸ ਗੱਲ ਦੇ ਉੱਪਰ ਬੜੇ ਧਿਆਨ ਨਾਲ ਲਿਆਵਾਂ ਕਿ ਅੱਜ ਦਾ ਜਿਹੜਾ ਮੁੱਦਾ ਸੀ, ਮੈਂ ਫੇਰ ਉੱਤੇ ਇੱਕ ਵਾਰੀ ਖਿੱਚ ਕੇ ਲਿਆਵਾਂ ਕਿ ਆਪਸੀ ਬਹਿਸਬਾਜ਼ੀ ਦੇ ਵਿੱਚ ਬਹੁਤ ਜਿਹੜਾ ਆ ਅਹਿਮ ਮੁੱਦਾ ਜਿਹੜਾ ਆ 150 ਕਰੋੜ ਦੀ ਜਿਹੜੀ ਮਸ਼ੀਨਰੀ ਦਾ ਮਿਸਿੰਗ ਦਾ ਸੀ, ਔਰ ਈਡੀ ਜਾਂ ਸੈਂਟਰਲ ਏਜੰਸੀਜ਼ ਦੀਆਂ ਜਿਹੜੀ ਆ ਹੁਣ ਜਿਹੜੀ ਆ ਉਹ ਜੋ ਸਭ ਨੂੰ ਲੱਗ ਰਿਹਾ ਕਿ ਇਹ ਕਿਸੇ ਵੀ ਟਾਈਮ ਜਿਹੜੀ ਹੈ ਇਹ ਇਨਕੁਆਇਰੀ ਹੋ ਸਕਦੀ ਆ। ਉਹ ਤੋਂ ਬਾਅਦ ਐਗਰੀਕਲਚਰ ਮਿਨਿਸਟਰ ਜਿਹੜੇ ਉਹ ਕਹਿੰਦੇ ਨੇ ਕਿ ਹਾਂ 125 ਤੋਂ 150 ਕਰੋੜ ਦੇ ਤਕਰੀਬਨ ਅੰਦਾਜ਼ਾ ਹੈ। ਮੇਰਾ ਮੰਨਣਾ ਕਿ ਆਮ ਆਦਮੀ ਪਾਰਟੀ ਵਿੱਚ ਵੀ ਜਿੰਨੀ ਜੇ ਕਾਂਗਰਸ ਭਾਗੀਦਾਰ ਹੈ, ਆਮ ਆਦਮੀ ਪਾਰਟੀ ਉਸ ਤੋਂ ਵੱਧ ਭਾਗੀਦਾਰ ਬਣ ਰਹੀ ਹੈ। ਉਹ ਕਿਸ ਤਰੀਕੇ ਨਾਲ ਬਣ ਰਹੀ ਹੈ? ਕਿਉਂਕਿ ਹਜੇ ਤੱਕ ਕਿਆ ਤੁਸੀਂ ਕੋਈ FIR ਜਾਂ ਮਿਸਿੰਗ ਰਿਪੋਰਟ ਲਿਖਾਈ ਹੈ ਉਹਨਾਂ ਮਸ਼ੀਨਰੀ ਦੀ? ਨਹੀਂ ਲਿਖਾਈ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਆਪਣੇ ਅਫਸਰਾਂ ਨਾਲ ਰਲ ਕੇ, ਮੇਰੀ ਗੱਲ ਫੇਰ ਹੋਏਗੀ ਤੇ ਮੈਨੂੰ ਬੋਲਣ ਦਿਓ, ਤੁਸੀਂ ਉਹਨੂੰ ਦੱਬਣ ਦੀ ਗੱਲ ਕਰ ਰਹੇ ਹੋ। ਔਰ ਇਸ ਚੀਜ਼ ਦੇ ਉੱਪਰ ਤੁਸੀਂ ਹੁਣ ਥੋੜੇ ਦਿਨ ਪਹਿਲਾਂ ਹੀ ਦੇਖੋ ਤੇ ਫਗਵਾੜੇ ਦੇ ਵਿੱਚ ਬਹੁਤ ਵੱਡਾ ਜਾਮ ਲੱਗਾ। ਕੀ ਹੋਇਆ? ਉਹ ਸ਼ੂਗਰ ਮਿਲ ਦੇ ਮਾਲਕ ਉਹਨਾਂ ਦੇ ਔਰ ਕਿਸਾਨਾਂ ਦੇ ਵਿੱਚ ਉਹ ਜਿਹੜੀ ਉਹ ਰਕਮ ਦੀ ਅਦਾਇਗੀ ਦੇ ਉੱਪਰ ਇੱਕ ਡਿਸਪਿਊਟ ਚੱਲ ਰਿਹਾ। ਕਿਆ ਸਰਕਾਰ ਨੇ ਉਹਦੇ ਵਿੱਚ ਕੀ ਕੀਤਾ? ਸਰਕਾਰ ਜੇ ਚਾਹੁੰਦੀ ਤੇ ਉਹ ਕਿਸਾਨਾਂ ਦੀ ਹਿਤੈਸ਼ੀ ਜੇ ਆਪਣੇ ਨੂੰ ਆਮ ਆਦਮੀ ਪਾਰਟੀ ਕਹਿ ਕੇ ਆਉਂਦੀ ਹੈ ਤੇ ਉਹ ਕਿਉਂ ਨਹੀਂ ਉਸ ਵੇਲੇ ਮੌਕੇ ਤੇ ਉਹਨਾਂ ਦੇ ਪੈਸੇ ਸੈਟਲਮੈਂਟ ਕਰਕੇ ਬਾਅਦ ਚ ਉਸ ਸ਼ੂਗਰ ਮਿਲ ਨਾਲ ਆਪਣੀ ਕੰਪਨੀ ਨਾਲ ਜਿਹੜੀ ਹੈ ਉਹਨਾਂ ਬਾਅਦ ਚ ਨਿਬੜੇ। ਲੋਕ ਉੱਥੇ ਕਿਸਾਨ ਵੀ ਪਰੇਸ਼ਾਨ ਹੋ ਰਹੇ ਨੇ, ਲੋਕ ਰਾਹਗੀਰ ਪਰੇਸ਼ਾਨ ਹੋ ਰਹੇ ਨੇ, ਸ਼ਹਿਰ ਵਾਸੀ ਪਰੇਸ਼ਾਨ ਹੋ ਰਹੇ ਨੇ। ਪਰ ਕਿਉਂ ਹੁਣ ਤੁਸੀਂ ਇਹ ਗੱਲਾਂ ਕਹਿ ਰਹੇ ਕਿ ਇਹ ਰਿਪੋਰਟਸ ਨਿਕਲ ਕੇ ਆਈਆਂ, ਇਹਨਾਂ ਦੇ ਮੰਤਰੀ 5 ਮਹੀਨੇ ਤੋਂ ਬਣੇ, ਇਹਨਾਂ ਨੂੰ ਕੁਝ ਨਹੀਂ ਪਤਾ। ਇਹ ਆਪ ਹੀ ਕਹਿ ਰਹੇ ਨੇ ਜੀ 16 ਦੀ ਫਾਈਲ ਨਿਕਲੀ ਕਿ 19 ਦੀ। ਤੁਸੀਂ ਕੀ ਕਰਦੇ ਪਏ ਮਹਾਰਾਜ? ਤੁਹਾਡੇ ਆਪਣੇ ਮੰਤਰੀ, ਉਹਨਾਂ ਕੋਲ ਟਾਈਮ ਹੀ ਹੈ ਨਹੀਂ। ਅਨਮੋਲ ਗਗਨ ਮਾਨ ਜੀ ਤੁਹਾਡੇ ਐਡੀ ਲੰਬੀ ਲਿਸਟ ਦੇਤੀ ਸਰਕਾਰ ਨੂੰ, ਮੇਰਾ ਬੈੱਡ ਨਹੀਂ ਠੀਕ, ਨੀਂਦ ਨਹੀਂ ਆਉਂਦੀ ਨਾ ਉੱਤੇ ਰਾਤ ਨੂੰ, ਮੇਰਾ ਸੋਫਾ ਨਹੀਂ ਠੀਕ, ਮੈਨੂੰ 60 ਇੰਚ ਦਾ ਟੀਵੀ ਚਾਹੀਦਾ ਆ, ਮੈਨੂੰ ਆਹ ਚਾਹੀਦਾ। ਇਹ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਆ ਉਹਨਾਂ ਦੇ ਹਾਲਾਤ ਆ। ਗਮਲਾ ਕਿਹੜਾ ਚਾਹੀਦਾ ਉਹਨਾਂ ਨੂੰ, ਸੋਫਾ ਕਿਹੜਾ ਚਾਹੀਦਾ, ਕੁਰਸੀ ਕਿਹੜੀ ਚਾਹੀਦੀ ਆ? ਇਹ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਹਜੇ 5 ਮਹੀਨਿਆਂ 'ਚ ਇਹ ਨਹੀਂ ਉਹਨਾਂ ਨੂੰ ਪਸੰਦ ਆਇਆ ਘਰ ਆਪਣਾ। ਤੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਵਕਤਾ ਨੂੰ ਕਿ ਤੁਸੀਂ ਮੀਡੀਆ ਲੈ ਕੇ ਆਓ, ਫਲਾਨਾ ਲੈ ਕੇ ਆਓ, ਮੇਰੇ ਜ਼ਿਲ੍ਹੇ 'ਚ ਆਇਓ, ਮੈਂ ਦਿਖਾਉਣਾ ਕਿੰਨੀ ਰਿਕਵਰੀ ਹੋਈ ਜ਼ਮੀਨ ਦੀ। ਕੀ ਮੇਰੀ ਵੀ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਮਹਾਰਾਜ, ਜੇ ਤੁਸੀਂ ਕਹੋਗੇ ਤਾਂ ਮੇਰੀ ਲਿਖਤ ਐਪਲੀਕੇਸ਼ਨ ਵੀ ਦੇ ਦੂੰਗਾ। ਇੱਕ ਫਗਵਾੜੇ ਦੇ ਵਿੱਚ ਮੁੱਦਾ ਚੱਲਦਾ ਪਿਆ ਤੁਹਾਡੇ
ਰਾਜ ਸਭਾ ਸੰਸਦ ਮੈਂਬਰ ਜਿਹੜੇ ਨੇ, ਲਵਲੀ ਯੂਨੀਵਰਸਿਟੀ ਦੇ ਮਾਲਕ, ਕਰੋੜਾਂ ਅਰਬਾਪਤੀ ਜਿਨ੍ਹਾਂ ਨੂੰ ਤੁਸੀਂ ਬਣਾਇਆ ਆਪਣੀ ਪਾਰਟੀ ਦਾ, ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ, ਉਹਨਾਂ ਨੇ ਵੀ ਜ਼ਮੀਨ ਦੱਬੀ ਆ। ਮੈਨੂੰ ਤੁਸੀਂ ਦੱਸਣ ਦੀ ਕੋਸ਼ਿਸ਼ ਕਰੋਗੇ ਤੁਸੀਂ ਮੀਡੀਆ ਔਰ ਆਪਣਾ ਤੰਤਰ ਲੈ ਕੇ ਕਿੱਦਣ ਆਉਂਗੇ ਇਸ ਜ਼ਿਲ੍ਹੇ 'ਚ? ਹੁਸ਼ਿਆਰਪੁਰ ਦੇ ਲਾਗੇ ਕਪੂਰਥਲਾ ਡਿਸਟ੍ਰਿਕਟ ਪੈਂਦੀ, ਜਿਹੜੀ ਵਿੱਚ ਗੱਭੇ ਫਗਵਾੜਾ ਪੈਂਦਾ। ਮੇਰੀ ਬਹੁਤ ਹੱਥ ਜੋੜ ਕੇ ਬੇਨਤੀ, ਆਓ ਜੀ ਕਿਸੇ ਦਿਨ ਆਪਣਾ ਆਮ ਆਦਮੀ ਪਾਰਟੀ ਦਾ ਮੀਡੀਆ ਔਰ ਸੋਸ਼ਲ ਮੀਡੀਆ ਲੈ ਕੇ ਕਰੋ ਤਾਂ ਕਾਰਵਾਈ। ਤੁਹਾਡੇ ਮਹਿਕਮੇ ਸਰਕਾਰ ਨੇ ਚਿੱਠੀਆਂ ਕੱਢੀਆਂ ਹੋਈਆਂ, ਉੱਤੇ ਤੁਹਾਡੇ ਕਿਸੇ ਮੰਤਰੀ ਦੀ ਕਿਸੇ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਕਿਸੇ ਤੋਂ। ਟਰਸਟ ਡੈਫਿਸਿਟ ਦੀ ਕੀ ਗੱਲ? ਟਰਸਟ ਡੈਫਿਸਿਟ ਦੀ ਗੱਲ ਤਾਂ ਉਦੋਂ ਹੈ ਨਹੀਂ। ਪੰਜਾਬ ਏਜੀ ਸਾਹਿਬ ਜਿਹੜੇ ਡਾਕਟਰ ਅਨਮੋਲ ਰਤਨ ਸਿੱਧੂ ਸਾਹਿਬ ਸੀ, ਬੜੇ ਸੀਨੀਅਰ ਸੀ, ਅਸੀਂ ਵੀ ਜਾਣਦੇ, ਮੈਂ ਵੀ ਵਕੀਲ ਹਾਂ, ਬੜੇ ਇੱਜ਼ਤ ਮਾਣ ਖੱਟਿਆ। ਉਹਨੇ 8 ਵਾਰ ਹਾਈ ਕੋਰਟ ਦੇ ਪ੍ਰਧਾਨ ਰਹੇ, ਬਾਰ ਕੌਂਸਲ ਦੇ ਚੇਅਰਮੈਨ ਰਹੇ। ਕਿਉਂ ਛੱਡ ਕੇ ਗਏ ਉਹ ਏਜੀ ਦੀ ਪੋਸਟ? ਕਿਉਂ ਛੱਡ ਕੇ ਗਏ? ਮੈਂ ਦੱਸ ਦਿੰਦਾ ਤੁਹਾਨੂੰ। ਹਾਈ ਕੋਰਟ 'ਚ ਕੱਲਾ ਵਕੀਲ ਜਾਂਦਾ, 170 ਅਫਸਰ ਲੱਗਣੇ ਸੀ, ਜਿਸ ਤੋਂ 125 ਅਫਸਰਾਂ ਦੀ ਲਿਸਟ ਰਾਘਵ ਚੱਡਾ ਦਿੱਲੀ ਤੋਂ ਲੈ ਕੇ ਆਇਆ ਸੀ। ਔਰ ਰਾਘਵ ਚੱਡਾ ਨੇ ਇਹ ਨਹੀਂ ਕਿਹਾ ਕਿ ਡਿਸਕਸ ਕਰਦੇ ਆ, ਉਹਨੇ ਕਿਹਾ ਸਾਈਨ ਕਰ ਦਿਓ। ਔਰ ਇਹਨਾਂ ਗੱਲਾਂ ਦੇ ਉੱਪਰ ਡਿਸਪਿਊਟ ਹੋਇਆ, ਔਰ ਉਹਨੇ ਕਿਹਾ ਕਿ ਮੈਂ ਇੱਥੇ ਪੰਜਾਬ 'ਚ ਹੀ ਰਹਿਣਾ, ਮੈਂ ਇਸ ਹਾਈ ਕੋਰਟ 'ਚ ਹੀ ਰਹਿਣਾ, ਮੈਂ ਧੋਖਾ ਨਹੀਂ ਕਰ ਸਕਦਾ ਪੰਜਾਬ ਨਾਲ। 125 ਵਕੀਲ ਜਿਹੜਾ ਮੈਂ ਇੰਪੋਰਟ ਕਰਕੇ ਦਿੱਲੀ ਤੋਂ ਤੁਹਾਨੂੰ ਪੰਜਾਬ ਦੇ ਏਜੀ ਆਫਿਸ ਲਾ ਦੇਵਾਂ। ਔਰ ਭਗਵੰਤ ਮਾਨ ਜੀ ਦੀ ਔਰ ਰਾਘਵ ਚੱਡਾ ਜੀ ਦੀ ਇਹਨਾਂ ਗੱਲਾਂ ਤੋਂ ਲੜਾਈ ਹੋਈ, ਸ਼ਾਇਦ ਤੁਹਾਨੂੰ ਹਜੇ ਆਪ ਨਹੀਂ ਪਤਾ ਹੋਣਾ। ਇਸੇ ਕਰਕੇ ਏਜੀ ਸਾਹਿਬ ਅਸਤੀਫਾ ਦੇਣਾ ਉਹਨੇ ਬਿਹਤਰ ਸਮਝਿਆ। ਤੁਸੀਂ ਕਿਹੜੇ ਲਾਅ ਐਂਡ ਆਰਡਰ ਦੀ ਮੇਨਟੇਨ ਕਰਨ ਦੀ ਗੱਲ ਕਰਦੇ ਹੋ? ਤੁਸੀਂ ਤੇ ਕਿਸੇ ਸਕੈਮ 'ਚ, ਤੁਸੀਂ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਹੋ। ਮੈਂ ਤੁਹਾਨੂੰ ਠੋਕ ਕੇ ਕਹਿੰਦਾ, ਤੁਸੀਂ ਦੱਸੋ ਕਿਹੜਾ ਮੀਡੀਆ ਕੀ ਕਹਿੰਦਾ? ਉਹ ਜਿਹੜਾ ਸਟੇਨਲੈਸ ਸਟੀਲ ਦਾ ਟੇਬਲ ਤੇ ਅਲਮਾਰੀ 10,000 ਦੀ ਆਉਂਦੀ, ਤੁਸੀਂ 18 20 ਹਜ਼ਾਰ ਦੀਆਂ ਲਈਆਂ ਦਿੱਲੀ ਤੋਂ। ਕੰਪਨੀ ਦਾ ਮੈਂ ਮਾਲਕ ਦਾ ਨਾਮ ਨਹੀਂ ਲੈਣਾ ਚਾਹੂੰਗਾ, ਮਨੀਸ਼ ਸਿਸੋਦੀਆ ਦਾ ਬੱਚਾ ਬਣਿਆ ਅੱਜ ਕੱਲ। ਥੋੜੇ ਦਿਨਾਂ 'ਚ RTI ਪਾਈ ਆ ਕੰਪਨੀ ਦੀ ਵੀ, ਤਾਂ ਤੁਹਾਡੀ ਡਿਟੇਲ ਵੀ ਦੱਸੂਗਾ ਮੈਂ। ਤੁਸੀਂ ਆਪਣਾ ਮੀਡੀਆ ਲੈ ਕੇ ਆਇਓ, ਤੁਸੀਂ ਆਮ ਮੁਹੱਲਾ ਕਲੀਨਿਕ 'ਚ। ਔਰ ਮੈਂ ਉਹਨਾਂ ਜਿਹੜੇ ਰੇਟ ਕੰਟਰੈਕਟ ਦੇ ਠੇਕੇਦਾਰ ਪੰਜਾਬ ਗਵਰਨਮੈਂਟ ਦੇ, ਉਹਨਾਂ ਦੀ ਵੀ ਲਿਸਟ ਕਢਾਈ ਹੈ। ਉਹ 10,000 ਦੀ ਚੀਜ਼ ਪੰਜਾਬ 'ਚ ਦੇ ਰਹੇ ਸੀ, ਉਹਨਾਂ ਤੋਂ ਨਹੀਂ ਲਈ ਤੁਸੀਂ ਦਿੱਲੀੋਂ ਮੰਗਵਾਈ 20 ਹਜ਼ਾਰ ਦੀ ਉਹੀ ਚੀਜ਼। ਤੁਸੀਂ ਜਿਹੜਾ 20 ਲੱਖ ਰੁਪਇਆ ਲਾਇਆ, ਇਹਦੀ ਸਾਰੀ ਡਿਟੇਲ ਕਢਾਈ ਹੋਈ ਆ। ਔਰ ਤੁਸੀਂ ਕਹਿ ਰਹੇ ਆ ਇਹ ਪੈਸਾ ਨਹੀਂ ਦਿੰਦੇ ਜੀ। ਸਕਾਲਰਸ਼ਿਪ, SC ਬੱਚਿਆਂ ਦੀ ਸਕਾਲਰਸ਼ਿਪ ਦਾ ਤੁਸੀਂ ਪੈਸਾ ਨਹੀਂ ਦਿੱਤਾ। 2 ਲੱਖ ਬੱਚਾ ਡ੍ਰੌਪ ਆਊਟ ਹੋਇਆ ਕਾਲਜ ਤੋਂ। ਕਿਹਦੇ ਕਰਕੇ? ਆਮ ਆਦਮੀ ਪਾਰਟੀ ਸਰਕਾਰ ਕਰਕੇ। ਵੱਖਰੀ ਸੋਚ, ਇਹ ਵੱਖਰੀ ਸੋਚ ਸੀ ਤੁਹਾਡੀ। ਤੁਸੀਂ ਏਜੀ ਆਫਿਸ ਦੇ ਵਿੱਚ ਰਿਜ਼ਰਵੇਸ਼ਨ ਦੇਣ ਦੀ ਗੱਲ ਤੇ ਤੁਸੀਂ ਹਾਈ ਕੋਰਟ 'ਚ ਗਏ। ਉਹ ਹੱਸੋ ਨਾ, ਹਾਈ ਕੋਰਟ 'ਚ ਤੁਸੀਂ ਕੇਸ ਵਾਪਸ ਲੈ ਗਏ, ਬੇਇੱਜ਼ਤ ਹੋਇਆ ਲੋਕਾਂ ਦੀ ਕਚਹਿਰੀ 'ਚ। ਤੁਹਾਨੂੰ ਸ਼ਕਲ ਦਿਖਾਉਣੀ ਨਹੀਂ ਪਰ ਔਖੀ ਹੋ ਜਾਣੀ ਸੀ। ਤੁਸੀਂ ਕੇਸ ਵਾਪਸ ਲਿਆ ਔਰ ਮਾਫੀ ਮੰਗੀ। ਤੁਸੀਂ ਉਸ ਕਚਹਿਰੀ 'ਚੋਂ ਬੇਇੱਜ਼ਤ ਹੋ ਕੇ ਨਿਕਲੇ ਹੋ। ਬਾਬਾ ਸਾਹਿਬ ਦੀ ਫੋਟੋ ਇੱਥੇ ਲਾਉਣ ਨਾਲ ਨਹੀਂ ਹੁੰਦਾ, ਸੋਚ ਤੇ ਚੱਲਣ ਦੀ ਗੱਲ ਹੈ। 2 ਲੱਖ ਬੱਚਾ ਡ੍ਰੌਪ ਆਊਟ ਹੋਇਆ, ਸਕਾਲਰਸ਼ਿਪ ਦਾ ਪੈਸਾ ਤੁਸੀਂ ਹਲੇ ਤੱਕ ਨਹੀਂ ਦਿੱਤਾ। ਔਰ ਏਜੀ ਆਫਿਸ ਦੇ ਵਿੱਚ 170 ਬੰਦੇ ਦੀ ਜਦੋਂ ਗੱਲ ਹੋਈ ਤਾਂ ਤੁਸੀਂ ਉਹਦੇ ਖਿਲਾਫ ਏਜੀ ਹਾਈ ਕੋਰਟ ਤੇ ਜਾਂਦੇ ਹੋ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ, ਔਰ ਆਯੁਸ਼ਮਾਨ ਕਾਰਡ ਦੀ ਗਰੀਬ ਬੰਦੇ ਦੀ ਗੱਲ ਕੀਤੀ, ਸੈਂਟਰ ਗਵਰਨਮੈਂਟ 'ਚੋਂ ਪੈਸਾ ਦੇ ਰਹੀ, ਤੁਸੀਂ PGI ਔਰ ਜਿਹੜੇ ਪ੍ਰਾਈਵੇਟ ਹਸਪੀਟਲ ਹੈ ਉਹਨਾਂ ਦੇ ਕਿੰਨੇ ਕਰੋੜਾਂ ਰੁਪਏ ਤੁਸੀਂ ਦੇ ਨਹੀਂ ਰਹੇ। 5 ਮਹੀਨੇ ਤੋਂ ਤੁਹਾਡੇ ਫਾਈਨੈਂਸ ਮਿਨਿਸਟਰ ਔਰ ਹੈਲਥ ਮਿਨਿਸਟਰ ਨੂੰ ਜਵਾਬ ਪੁੱਛੋ, ਉਹ ਜਵਾਬ ਨਹੀਂ ਦਿੰਦੇ। ਜਵਾਬ ਲੈ ਲੈਂਦੇ ਹੁਣ ਆਪਾਂ। ਔਰ ਮੌਕੇ ਤੇ ਜੋ ਪਤਾ ਲੱਗ ਰਿਹਾ ਕਿ ਤੁਸੀਂ ਪੈਸੇ ਨਹੀਂ ਦਿੱਤੇ। ਇਹ ਸਾਰੀਆਂ ਗੱਲਾਂ ਲੋਕਾਂ ਦੀਆਂ ਕਚਹਿਰੀਆਂ 'ਚ ਜਾਣੀਆਂ, ਔਰ ਇਹਨਾਂ ਨੇ ਤੁਹਾਨੂੰ ਜਵਾਬ ਦੇਣੇ ਪੈਣੇ ਆ। ਔਰ ਤੁਸੀਂ ਉਨੇ ਹੀ ਦੋਸ਼ੀ ਹੋ ਜਿੰਨੇ ਕਾਂਗਰਸ ਸਰਕਾਰ ਦੋਸ਼ੀ ਸੀ, ਤੁਸੀਂ ਵੀ ਉਨੇ ਹੀ ਦੋਸ਼ੀ ਆ, ਕਿਉਂਕਿ ਤੁਸੀਂ ਹਜੇ ਤੱਕ ਉਹ FIR ਦਰਜ ਨਹੀਂ ਕਰਾਈ ਉਹਨਾਂ ਮਸ਼ੀਨਰੀ ਦੀ ਮਿਸਿੰਗ ਦੀ। ਸੋ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਨਾ ਨੱਠੋ। ਤੁਸੀਂ ਰੂਲਿੰਗ ਪਾਰਟੀ ਹੋ। ਇਹ ਗੱਲਾਂ ਕਹਿ ਕੇ ਨਹੀਂ ਕਿ ਪਿਛਲੀ ਸਰਕਾਰ ਨੇ ਇਹ ਕੀਤਾ ਸੀ ਜੋ ਕੀਤਾ ਸੀ। ਸੱਤਾ ਤੁਹਾਡੇ ਹੱਥ 'ਚ ਹੈ, ਡਿਸੀਜਨ ਤੁਸੀਂ ਲੈਣਾ ਹੈ। ਪੁਲਿਸ ਪ੍ਰਸ਼ਾਸਨ ਤੁਹਾਡਾ ਹੈ, ਐਡਮਿਨਿਸਟ੍ਰੇਸ਼ਨ ਤੁਹਾਡਾ ਹੈ। ਤੁਸੀਂ ਸਵੇਰੇ FIR ਦਰਜ ਕਰਾਓ ਔਰ ਨਾਲੇ ਮੈਨੂੰ ਡੇਟ ਦੱਸਿਓ ਲਵਲੀ ਯੂਨੀਵਰਸਿਟੀ ਤੋਂ ਆਪਣਾ ਮੀਡੀਆ ਲੈ ਕੇ ਕਿੱਦਣ ਆ ਰਹੇ ਹੋ। 1 ਮਿੰਟ ਬਾਕੀ ਹੈ ਜੀ, ਆਪਾਂ ਜਵਾਬ ਲੈ ਲੈਂਦੇ ਆ, ਫਿਰ ਕਲੋਜ਼ਿੰਗ ਸਟੇਟਮੈਂਟ ਤੇ ਆਪਾਂ ਖਾਲਿਦ ਸਾਹਿਬ ਕੋਲ ਪਹੁੰਚਾਂਗੇ। ਹਾਂ ਬਿਲਕੁਲ, ਜਿਹੜੀ ਇਹਦੀ ਗੱਲ ਕੀਤੀ ਫਗਵਾੜੇ ਦੀ, ਇੱਕ ਫਗਵਾੜੇ ਦੀ ਗੱਲ ਕੀਤੀ ਆ। 300 ਕਿਸਾਨਾਂ, ਪਹਿਲੀ ਗੱਲ ਆ ਅੱਜ ਤੱਕ ਕਿਸਾਨਾਂ ਦੇ ਚਹੇਤੇ ਤੁਸੀਂ ਸਾਰੇ ਬਣਦੇ ਹੋ। ਰਿਕਾਰਡ ਆ ਕਿਸੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ 2.5 ਘੰਟੇ ਸਮਾਂ ਦਿੱਤਾ ਹੋਵੇ, ਰਿਕਾਰਡ ਆ ਜੀ। ਉਹ ਇਹ ਤਾਂ ਮਿਲਦੇ ਵੀ ਨਹੀਂ ਸੀ ਕਿਸਾਨਾਂ ਨੂੰ। ਆ ਜਿਹੜੇ ਸਾਬਲਾ ਸਾਹਿਬ ਮੇਰੇ ਵੀਰ ਆ, ਜੋ ਤੁਸੀਂ ਪੰਜਾਬ ਲਈ ਕੀਤਾ, ਜੋ ਕਿਸਾਨਾਂ ਲਈ ਕੀਤਾ ਨਾ, ਉਹ ਸਾਰੀ ਦੁਨੀਆ ਭਲੀ ਭਾਂਤ ਜਾਂਦੀ। ਭਰਾ ਮੇਰੇ ਦੱਸਣ ਦਾ ਕੋਈ ਫਾਇਦਾ ਨਹੀਂ। ਕਿਸਾਨਾਂ ਦੀ ਮੰਗ ਸੀਗੀ ਜੀ 300 ਕਰੋੜ ਮਿੱਲਾਂ ਦਾ, ਖੰਡ ਮਿੱਲਾਂ ਦਾ ਪਿਆ ਹੋਇਆ ਸੀ। ਅਸੀਂ ਉਹਨਾਂ ਨਾਲ ਅਗਲੇ ਮਹੀਨੇ ਦੀ 7 ਤਰੀਕ ਦੀ ਗੱਲ ਕੀਤੀ। 100 ਕਰੋੜ ਰੁਪਈਆ ਪਹਿਲਾਂ ਪਾਇਆ, 4 ਦਿਨ ਪਹਿਲਾਂ 5 ਦਿਨ 100 ਕਰੋੜ ਰੁਪਈਆ ਫੇਰ ਪਾਇਆ, ਔਰ 7 ਤਰੀਕ ਤੋਂ ਪਹਿਲਾਂ 100 ਕਰੋੜ ਫੇਰ ਪਾਉਣਾ। ਹੁਣ ਆ ਜੋ ਫਗਵਾੜੇ ਮਿੱਲ ਦੀ ਗੱਲ, 1 ਮਿੰਟ ਜੀ ਮੈਂ ਇਹਨਾਂ ਦਾ ਜਵਾਬ ਦੇ ਦੇਵਾਂ। ਫਗਵਾੜੇ ਮਿੱਲ ਦੀ ਗੱਲ ਕੀਤੀ, ਧਰਨੇ ਦੀ,
ਉਹਦੇ ਵਿੱਚ ਲਿਮਟਿਡ ਕੰਪਨੀ ਆ ਜੀ, ਉਹ ਕੋਈ ਪ੍ਰਾਈਵੇਟ ਇੱਕ ਬੰਦੇ ਦੀ ਨਹੀਂ, ਲਿਮਟਿਡ ਕੰਪਨੀ ਆ। ਉਹਨਾਂ ਦੀ ਜ਼ਮੀਨ ਜਿੱਥੇ ਸੀਗੀ ਅਸੀਂ ਕੁਰਕ ਕਰਕੇ 30 ਕਰੋੜ ਰੁਪਏ ਦੀ ਜਿਹੜੀ ਆ ਉਹ ਪ੍ਰਕਿਰਿਆ ਚਾਲੂ ਕੀਤੀ। ਉਹਦੇ ਵਿੱਚੋਂ 5 ਕਰੋੜ ਰੁਪਈਆ ਇਹਨੇ ਪਹਿਲਾਂ ਲੈ ਲਿਆ, ਕਿਸਾਨਾਂ ਨੇ 24 ਕਰੋੜ ਕੁਛ ਰੁਪਈਆ ਪਿਆ ਆ। ਉਹ ਅਸੀਂ ਜਿਹੜੀ ਨਿਲਾਮੀ ਦਾ ਲੈਟਰ ਸੀਗਾ, ਕਿਸਾਨਾਂ ਦੀ ਇਹ ਮੰਗ ਸੀ ਕਿ ਜਿਹਨੇ ਸੌਦਾ ਕੀਤਾ ਤੁਸੀਂ ਉਹਨੂੰ ਵੇਚ ਦਿਓ, ਕਿਉਂਕਿ ਜੇ ਤੁਸੀਂ ਨਿਲਾਮੀ ਦੇ ਚੱਕਰ 'ਚ ਪੈ ਗਏ ਪ੍ਰੋਸੀਜਰ ਲੰਮਾ ਹੋ ਜਾਣਾ, ਕਿਸਾਨਾਂ ਨੂੰ ਪੈਸੇ ਨਹੀਂ ਮਿਲਣੇ। ਅਸੀਂ ਉਹ ਲੈਟਰ ਵਾਪਸ ਕਰਾ ਕੇ ਡੀਸੀ ਸਾਹਿਬ ਨੇ ਉੱਥੇ ਦੇ ਡੀਸੀ ਨੂੰ ਲਿਖਤਾ ਔਰ ਅਸੀਂ ਅਗਲੇ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਉਹਨਾਂ ਨੂੰ ਉਹ ਜਿਹੜਾ ਪੈਸਾ ਮਿਲੇਗਾ ਕਿਸਾਨਾਂ ਦੇ ਖਾਤੇ 'ਚ ਜਾਏਗਾ। ਬਾਕੀ ਜਿਹੜਾ ਉਹਨਾਂ ਦਾ ਪੈਸਾ ਰਹਿ ਜਾਏਗਾ ਔਰ ਜੋ ਕਾਨੂੰਨ ਦੇ ਤਹਿਤ ਪ੍ਰਕਿਰਿਆ ਹੋਏਗੀ ਉਹਦੇ ਤੇ ਕਾਰਵਾਈ ਕਰਕੇ ਕਿਸਾਨਾਂ ਦਾ ਇੱਕ ਇੱਕ ਪੈਸਾ ਦਵਾਵਾਂਗੇ ਭਾਈ ਸਾਹਿਬ। ਦੂਸਰੀ ਗੱਲ, ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਫਲਾਣੇ ਨੇ ਏਦਾਂ ਕਹਿਣ ਨੂੰ, ਮੈਂ ਵੀ ਇੱਥੇ ਬਹੁਤ ਕੁਝ ਕਹਿ ਸਕਦਾ। ਮੋਦੀ ਸਾਹਿਬ ਕੀ ਕਰ ਰਹੇ ਆ ਯੂਪੀ ਦੇ ਵਿੱਚ, ਜਿਹੜੇ IAS IPS ਉਹਨਾਂ ਦੀ ਕੀ ਦੁਰਦਸ਼ਾ ਤੁਸੀਂ ਕਰਦੇ ਹੋ। ਜਿੱਥੇ ਤੁਹਾਡੀ ਸਰਕਾਰ ਆ ਲੋਕ ਅਸਤੀਫਾ ਦਿੰਦੇ, ਉੱਥੇ ਦੇ IAS IPS ਦੀ ਜਿੰਨੀ ਕਿ ਦੁਰਦਸ਼ਾ ਆ ਨਾ ਉਹ ਭਾਈ ਸਾਹਿਬ ਮੈਨੂੰ ਵੀ ਪਤਾ ਆ। ਤੁਸੀਂ ਦੁੱਧ ਧੋਤੇ ਨਾ ਬਣੋ ਜਿੱਥੇ ਤੁਹਾਡੀਆਂ ਸਰਕਾਰਾਂ। ਸਾਨੂੰ ਪਤਾ ਤਾਂ ਪੰਜਾਬ ਨੂੰ ਜੋ ਤੁਹਾਡੀ ਅਕਾਲੀ ਦਲ ਦੀ ਦੇਣ ਆ ਉਹ ਸਾਰੀ ਅਕਾਲੀ ਦਲ ਦੀ ਜਾਂ ਕਾਂਗਰਸ ਦੀ ਜਾਂ ਤੁਹਾਡੀ ਜਿਹੜੀ ਦੇਣ ਆ ਉਹ ਪੰਜਾਬ ਦੇ ਲੋਕ ਸਦਾ ਚੇਤੇ ਰੱਖਣਗੇ। ਜਸਬੀਰ ਜੀ, ਇੱਕ ਸਾਂਝਾ ਸਵਾਲ ਸੀ ਕਿ LPU ਤੇ ਜਿਹੜੇ ਆਰੋਪ ਲੱਗੇ ਹੋਏ ਆ ਜ਼ਮੀਨ ਦੱਬਣ ਦੇ, ਕੀ ਉਹ ਉਹਨਾਂ ਤੇ ਕੋਈ ਕਾਰਵਾਈ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਜਾਂ ਝੂਠ ਹੈ ਉਹ? ਦੇਖੋ ਜੀ, ਦੋ ਤਰ੍ਹਾਂ ਦੀ ਲੋਕਾਂ ਨੇ ਜ਼ਮੀਨ ਨੱਪੀ ਹੋਈ ਆ ਜੀ। ਇੱਕ 50 ਤੋਂ ਪਹਿਲਾਂ ਦੀ ਜਿਨ੍ਹਾਂ ਦੀ ਜ਼ਮੀਨਾਂ ਉੱਤੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਜੀ, ਜਿਹੜੀ 50 ਤੋਂ ਬਾਅਦ ਦੀ ਆ ਉੱਤੇ ਕਾਰਵਾਈ ਹੋ ਰਹੀ ਆ। ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ, ਚਾਹੇ ਕੋਈ ਵੀ ਹੋਵੇ, ਚਾਹੇ ਆਮ ਆਦਮੀ ਪਾਰਟੀ ਦਾ ਹੋਵੇ, ਚਾਹੇ ਕਾਂਗਰਸ ਦਾ ਹੋਵੇ, ਚਾਹੇ BJP ਦਾ ਹੋਵੇ, ਚਾਹੇ ਕਿਸੇ ਵੀ ਪਾਰਟੀ ਦਾ ABC ਹੋਵੇ ਜੀ, ਜਿਹਨੇ ਪੰਜਾਬ ਦੇ ਨਾਲ ਪੰਜਾਬ ਦਾ ਹੱਕ ਮਾਰਿਆ, ਪੰਜਾਬ ਨੂੰ ਖਾਧਾ, ਉਹ ਕਦੀ ਬਖਸ਼ਿਆ ਨਹੀਂ ਜਾਏਗਾ। ਟਾਈਮ ਜ਼ਰੂਰ ਲੱਗ ਸਕਦਾ ਪਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ BJP ਵਾਲਿਓ ਅਸੀਂ ਲੈ ਕੇ ਆਵਾਂਗੇ। ਤੁਹਾਡੇ ਵਾਂਗੂ ਪੜਦੇ ਨਹੀਂ ਪਾਵਾਂਗੇ ਮੰਤਰੀਆਂ ਤੇ। ਤੁਹਾਡੇ ਅੱਜ ਤੱਕ ਸ਼ੁਕਰੀਆ, ਇਹਨਾਂ ਕੋਲ ਸਾਰੇ ਮਹਿਕਮੇ ਆ, ਇਹਨਾਂ ਨੂੰ ਪੁੱਛ ਲਓ ਕਿੰਨੇ ਕਿਤੇ ਨਹੀਂ ਕਾਰਵਾਈ ਕੀਤੀ ਆ। ਉਹ ਕਿੰਨੇ ਇਹਨਾਂ ਦੇ ਭਾਜਪਾ ਦੇ ਜਿਹੜੇ ਵੀ ਮੰਤਰੀ ਫੜੇ ਗਏ ਕਿਸੇ ਸਟੇਟ ਤੋਂ 20 50 ਜਸਬੀਰ ਜੀ, ਅੱਜ ਆਪਣੇ ਕੋਲ ਟਾਈਮ ਘੱਟ ਹੈ, ਆਪਾਂ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਦੇ ਹਾਂ, ਇਸ ਡਿਸਕਸ਼ਨ ਨੂੰ। ਮੈਂ ਮੁਹੰਮਦ ਖਾਲਿਦ ਸਾਹਿਬ ਤੋਂ ਜਾਣਨਾ ਚਾਹੂੰਗਾ ਵੀ ਅਸੀਂ ਇੰਨੀ ਲੰਬੀ ਡਿਸਕਸ਼ਨ ਕੀਤੀ। ਖਾਲਿਦ ਸਾਹਿਬ ਸੁਣ ਪਾ ਰਹੇ ਮੈਨੂੰ? ਓਕੇ, ਚਲੋ ਆਪਾਂ ਇਹ ਡਿਸਕਸ਼ਨ ਦੇ ਵਿੱਚ ਸਾਨੂੰ ਇਹ ਤਾਂ ਮਿਲਿਆ ਕਿ ਕਰਪਸ਼ਨ ਹੋਈ ਹੈ ਤੇ ਬਹੁਤ ਲੰਬੇ ਸਮੇਂ ਤੋਂ ਹੋ ਰਹੀ ਹੈ। ਜੇ ਅੱਜ ਕਾਰਵਾਈ ਦੀ ਗੱਲ ਹੁੰਦੀ ਹੈ, ਅਸੀਂ ਕਾਰਵਾਈ ਕਰਨਾ ਚਾਹੁੰਦੇ ਹਾਂ ਤੇ ਮੈਨੂੰ ਲੱਗਦਾ ਸਾਰੀਆਂ ਸਰਕਾਰਾਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਅੱਜ ਰਲ ਕੇ ਉਹਦੇ ਖਿਲਾਫ ਲੜਨਾ ਪਊਗਾ, ਕਿਉਂਕਿ ਕਰਪਸ਼ਨ ਦੇ ਖਿਲਾਫ ਲੜਨਾ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਨਾਲ ਖੜਨਾ, ਪੰਜਾਬ ਦੇ ਲੋਕਾਂ ਦੇ ਨਾਲ ਖੜਨਾ। ਤੇ ਪਾਰਟੀ ਕੋਈ ਵੀ ਹੋਵੇ ਜਿਹਨੇ ਵੀ ਕਰਪਸ਼ਨ ਕੀਤੀ ਹੈ, ਚਾਹੇ ਉਹ ਬਿਊਰੋਕ੍ਰੇਸੀ ਦੇ ਵਿੱਚ ਹੋਵੇ ਜਾਂ ਕਿਸੇ ਪੋਲੀਟੀਕਲ ਪਾਰਟੀ 'ਚ ਹੋਵੇ, ਉਹਦੇ ਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਹੋਰ ਡਿਸਕਸ਼ਨਸ ਲੈ ਕੇ ਆਉਂਦੇ ਰਵਾਂਗੇ, ਗੱਲਬਾਤ ਕਰਦੇ ਰਵਾਂਗੇ। ਦੇਖਦੇ ਰਹੋ ਪੰਜਾਬ ਟੂਡੇ। ਕੀ ਹਾਲ ਪੰਜਾਬ।